जी दोस्तों, पंजाब साहित्य अकादमी ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਸੰਕਟ ਕਾਲ ਤੇ ਅਸੀਂ ਦੀ 33ਵੀਂ ਲੜੀ ਦੇ ਵਿੱਚ ਅੱਜ ਆਪਾਂ ਪ੍ਰਵੇਸ਼ ਕਰ ਚੁੱਕੇ ਹਾਂ ਤੇ ਇਸ 33ਵੀਂ ਲੜੀ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਪੂਰੀ ਦੁਨੀਆ ਦੇ ਦਰਸ਼ਕ ਸਹਿਬਾਨ ਤੁਹਾਡਾ ਸਾਰਿਆਂ ਦਾ ਮੇਰੇ ਵੱਲੋਂ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਸਾਹਿਤ ਅਕਾਦਮੀ ਵੱਲੋਂ ਬਹੁਤ-ਬਹੁਤ ਸਵਾਗਤ ਹੈ। ਅੱਜ ਇਸ ਟੌਪਿਕ ਦੇ ਉੱਤੇ ਆਪਾਂ ਗੱਲਬਾਤ ਕਰ ਰਹੇ ਹਾਂ, ਉਹ ਟੌਪਿਕ ਹੈ ਪॉपुलर गीतकारी बनाम ਸਾਹਿਤਕ ਗੀਤਕਾਰੀ। गीत का माध्यम दोस्तों बहुत जबरदस्त बहुत ताकतवर माध्यम है। पाश एक थां ते लिखता है कि दहकदे अंगियारियां ते सौंदे रहे ने लोग, इस तरह भी रात नूं रोशनाउंदे रहे ने लोग, ना कतल होए ना होणगे इश्क दे एक गीत, मौत दी सरदल ते बह गाउंदे रहे ने लोग। ये गीत ने जो मौत दी सरदल ते बह के भी गाए जांदे ने, ये गीत अमर ने, ये गीत हमेशा जिउंदे रहिंदे ने, जिहड़े गीत लोकां दे सरोकारां नाल जुड़े हुंदे ने। ते बदकिस्मती नाल अज किते ना किते साडे गीत लोक सरोकारां तो बेमुख होए ने, किते ना किते कुछ जिहड़ा संतुलन है वो बिगड़िया है। ते इस बिगड़े हुए संतुलन ते गल करन लई अज साडे नाल ਜਿਹੜੇ ਪੈਨਲਿਸਟ ਨੇ ਉਹਨਾਂ ਦੇ ਵਿੱਚ ਸਭ ਤੋਂ ਪ੍ਰਮੁੱਖ ਤੇ ਸਭ ਤੋਂ ਮਹੱਤਵਪੂਰਨ ਨੇ ਡਾਕਟਰ ਚਰਨਜੀਤ ਕੌਰ ਬਰਾੜ। ਡਾਕਟਰ ਚਰਨਜੀਤ ਕੌਰ ਬਰਾੜ ਮੈਡਮ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਬਹੁਤ ਜੀ। ਡਾਕਟਰ ਚਰਨਜੀਤ ਕੌਰ ਬਰਾੜ ਹੋਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚੋਂ ਪ੍ਰੋਫੈਸਰ ਦੇ ਤੌਰ ਤੇ ਰਿਟਾਇਰ ਹੋਏ ਨੇ। ਨਾਰੀ ਚੇਤਨਾ, ਨਾਰੀ ਸੰਵੇਦਨਾ, ਇਸ ਇਸ਼ੂ ਤੇ ਇਹਨਾਂ ਦਾ ਬਹੁਤ ਵੱਡਾ ਕੰਮ ਹੈ। 12 ਇਹਨਾਂ ਦੀਆਂ ਕਿਤਾਬਾਂ ਆਈਆਂ ਨੇ। ਬੋਲੀਆਂ ਦਾ ਖੂਬ ਪਰਦਿਆਂ, ਔਰਤ ਦਸ਼ਾ ਤੇ ਦਿਸ਼ਾ, ਔਰਤ ਦੇ ਹੱਕ ਵਿੱਚ, ਨਾਰੀ ਚੇਤਨਾ, ਨਾਰੀ ਨੀਸ, ਨਾਰੀ ਸਾਹਿਤ, ਨਾਰੀ ਨਜ਼ਰੀਆ, ਨਾਰੀ ਦ੍ਰਿਸ਼ਟੀ, ਬੋਲੀਆਂ ਦੀ ਰੇਲ ਭਰਾਂ, ਸੰਤਰਾਮ ਉਦਾਸੀ ਜੀਵਨ ਤੇ ਰਚਨਾ ਤੇ ਹੋਰ ਕਈ ਕਿਤਾਬਾਂ। ਬਹੁਤ ਸਾਰੇ ਰਿਸਰਚ ਪੇਪਰ ਨੇ, ਬਹੁਤ ਸਾਰੇ ਮੈਗਜ਼ੀਨਾਂ ਦੇ ਵਿੱਚ ਆਰਟੀਕਲ ਨੇ, ਬਹੁਤ ਸਾਰੇ ਅਖਬਾਰਾਂ ਦੇ ਵਿੱਚ ਆਰਟੀਕਲ ਨੇ। ਬਹੁਤ ਸਾਰੇ ਵਿਦਿਆਰਥੀਆਂ ਨੂੰ ਐਮਫਿਲਾਂ ਤੇ ਪੀਐਚਡੀਆਂ ਕਰਾ ਚੁੱਕੇ ਨੇ। ਸੋ 60 ਦੇ ਕਰੀਬ ਰਿਸਰਚ ਪੇਪਰ ਇਹਨਾਂ ਦੇ ਵੱਖ-ਵੱਖ ਰਿਸਰਚ ਪੇਪਰਾਂ ਦੇ ਵਿੱਚ ਲੱਗੇ ਨੇ ਤੇ 30 ਦੇ ਕਰੀਬ ਰਿਵਿਊ ਆਰਟੀਕਲ ਨੇ ਤੇ 50 ਦੇ ਕਰੀਬ ਆਰਟੀਕਲ ਨੇ। ਸੋ ਸਾਨੂੰ ਮਾਣ ਹੈ ਕਿ ਅੱਜ ਇਸ ਪॉपुलर ਗੀਤਕਾਰੀ ਦੇ ਇਸ਼ੂ ਤੇ ਸਾਹਿਤਕ ਗੀਤਕਾਰੀ ਦੇ ਇਸ਼ੂ ਤੇ ਗੱਲ ਕਰਨ ਲਈ ਡਾਕਟਰ ਚਰਨਜੀਤ ਕੌਰ ਬਰਾੜ ਹੋਰੀ ਸਾਡੇ ਨਾਲ ਨੇ। ਸੋ ਇੱਕ ਵਾਰੀ ਫੇਰ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ। ਇਸ ਲੜੀ ਦੇ ਵਿੱਚ ਅਗਲੇ ਜੋ ਸਾਡੇ ਨਾਲ ਪੈਨਲਿਸਟ ਨੇ ਉਹਨੇ ਮਨਪ੍ਰੀਤ ਟਿਵਾਣਾ। ਮਨਪ੍ਰੀਤ ਟਿਵਾਣਾ ਆਪ ਖੁਦ ਗੀਤਕਾਰ ਹੈ ਤੇ ਮਨਪ੍ਰੀਤ ਟਿਵਾਣਾ ਦਾ ਬਹੁਤ ਸਾਰਾ ਕੰਮ ਹੈ। ਬਹੁਤ ਸਾਰੇ ਗੀਤ ਇਹਨਾਂ ਦੇ ਬਹੁਤ ਸਾਰੇ ਕਲਾਕਾਰਾਂ ਦੀਆਂ ਆਵਾਜ਼ਾਂ ਦੇ ਵਿੱਚ ਰਿਕਾਰਡ ਹੋਏ ਨੇ। ਪੰਜਾਬੀ ਮਾਂ ਬੋਲੀ ਦਾ ਸੱਚਾ ਪੁੱਤ ਹੈ ਮਨਪ੍ਰੀਤ। ਇਸ ਹਨੇਰੇ ਦੌਰ ਦੇ ਵਿੱਚ ਮਨਪ੍ਰੀਤ ਨੇ ਬਹੁਤ ਖੂਬਸੂਰਤ ਗੀਤ ਲਿਖੇ ਨੇ, ਰਿਕਾਰਡ ਕਰਵਾਏ ਨੇ। ਬਹੁਤ ਸਾਰੇ ਕਲਾਕਾਰਾਂ ਨੇ ਇਹਨਾਂ ਦੇ ਗੀਤ ਗਾਏ ਨੇ। ਆਪਾਂ ਨਾਲ ਨਾਲ ਮਨਪ੍ਰੀਤ ਟਿਵਾਣਾ ਹੋਰਾਂ ਬਾਰੇ ਗੱਲਾਂ ਬਾਤਾਂ ਕਰਾਂਗੇ, ਇਹਨਾਂ ਦੇ ਗੀਤਾਂ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ ਤੇ ਇਹਨਾਂ ਦੇ ਬਹਾਨੇ ਸਾਹਿਤਕ ਗੀਤਕਾਰੀ ਤੇ ਪॉपुलर ਗੀਤਕਾਰੀ ਬਾਰੇ ਵੀ ਗੱਲ ਕਰਾਂਗੇ। ਮਨਪ੍ਰੀਤ ਟਿਵਾਣਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਸ਼ੁਕਰੀਆ ਜੀ। ਇਸ ਤੋਂ ਬਾਅਦ ਜੋ ਸਾਡੇ ਨਾਲ ਤੀਜੇ ਪੈਨਲਿਸਟ ਨੇ, ਜੋ ਸਿਰਜਣਾ ਦੇ ਪਲ ਦੇ ਵਿੱਚ ਵੀ ਸਾਡੇ ਨਾਲ ਹੋਣਗੇ ਤੇ ਨਾਲ ਨਾਲ ਜਿੱਥੇ ਸਾਨੂੰ ਲੋੜ ਲੱਗੂਗੀ ਅਸੀਂ ਉਹਨਾਂ ਤੋਂ ਵੀ ਸਵਾਲ ਕਰਾਂਗੇ, ਉਹਨੇ ਗੁਰਵਿੰਦਰ ਬਰਾੜ। ਗੁਰਵਿੰਦਰ ਬਰਾੜ ਗੀਤਕਾਰ ਵੀ ਨੇ, ਬਹੁਤ ਅੱਛੇ ਗਾਇਕ ਵੀ ਨੇ। ਇਹਨਾਂ ਦੇ ਬਹੁਤ ਸਾਰੀਆਂ ਕੈਸਟਾਂ ਆਈਆਂ ਨੇ। ਸੁਰਜੀਤ ਪਾਤਰ ਹੋਰਾਂ ਦੀ ਮੁੱਢਲੀ ਸ਼ਾਗਿਰਦੀ ਦੇ ਵਿੱਚ ਇਹਨਾਂ ਨੇ ਕਵਿਤਾ ਲਿਖਣੀ ਸਿੱਖੀ। ਉਸ ਤੋਂ ਬਾਅਦ ਬਹੁਤ ਸੋਹਣੇ ਗੀਤ ਲਿਖਣੇ ਸਿੱਖੇ। ਸੱਜਣਾ ਸਦਾ ਨਹੀਂ ਰਹਿਣੇ ਮਾਪੇ, ਬਾਕੀ ਗੱਲ ਸਮਝ ਲਈ ਆਪੇ, ਬਹਿ ਕੇ ਮਨ ਸਮਝਾ ਲਈ ਹੋਏ, ਪਹਿਲਾਂ ਰੱਬ ਦੀਆਂ ਸਾਂਭ ਸੁਗਾਤਾਂ, ਪੈਸਾ ਫੇਰ ਕਮਾ ਲਈ ਹੋਏ। ਬਹੁਤ ਸੋਹਣੇ ਸੋਹਣੇ ਗੀਤ ਇਹਨਾਂ ਦੇ ਆਏ ਨੇ ਤੇ ਪ੍ਰੋਫੈਸਰ ਔਲਖ ਅਜਮੇਰ ਸਿੰਘ ਔਲਖ ਹੋਰਾਂ ਦੇ ਦਾਮਾਦ ਨੇ। ਉਸ ਪਰਿਵਾਰ ਨਾਲ, ਸਾਹਿਤਕ ਪਰਿਵਾਰ ਨਾਲ ਇਹਨਾਂ ਦਾ ਰਿਸ਼ਤਾ ਹੈ ਤੇ ਇਹਨਾਂ ਦਾ ਗੀਤ ਵੀ ਬੜਾ ਮਕਬੂਲ ਹੋਇਆ ਸੀ ਕਿ ਤੂੰ ਸ਼ਿਵ ਦੀ ਕਿਤਾਬ ਵਰਗੀ ਨੀ, ਮੈਂ ਪਾਸ਼ ਦੀਆਂ ਗੀਤਾਂ ਦਾ ਸ਼ਦਾਈ। ਸੋ ਗੁਰਵਿੰਦਰ ਬਰਾੜ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਮਿਹਰਬਾਨੀ ਜੀ, ਔਰ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਚੌਥੇ ਜੋ ਪੈਨਲਿਸਟ ਨੇ ਸਾਡੇ ਨਾਲ ਅੱਜ, ਵੈਸੇ ਸ਼ਮਸ਼ੇਰ ਸੰਧੂ ਹੋਰਾਂ ਨੇ ਸਾਡੇ ਨਾਲ ਆਉਣਾ ਸੀ ਪਰ ਅਚਨਚੇਤ ਉਹਨਾਂ ਦੀ ਕੋਈ ਵੱਡੀ ਮਜਬੂਰੀ ਆ ਗਈ, ਉਹ ਸਾਡੇ ਨਾਲ ਜੁਆਇਨ ਨਹੀਂ ਕਰ ਸਕੇ। ਉਹਨਾਂ ਦੀ ਥਾਂ ਤੇ ਅਸੀਂ ਇੱਕ ਨਵੇਂ ਗੀਤਕਾਰ ਤੇ ਗਾਇਕ ਪ੍ਰੀਤ ਸੰਘਰੇੜੀ ਹੋਰਾਂ ਨੂੰ ਆਪਣੇ ਨਾਲ ਲਿਆ। ਪ੍ਰੀਤ ਸੰਘਰੇੜੀ ਹੋਰੀ ਵੀ ਲੰਮਾ ਸਮੇਂ ਤੋਂ ਗੀਤਕਾਰੀ ਦੇ ਨਾਲ ਤੇ ਗਾਇਕੀ ਦੇ ਨਾਲ ਜੁੜੇ ਹੋਏ ਨੇ। ਇਹਨਾਂ ਦੀਆਂ ਵੀ 6 ਕਿਤਾਬਾਂ ਆਈਆਂ ਹੋਈਆਂ ਨੇ। ਮੇਰੇ ਹਾਣੀ, ਮੇਰੇ ਪਿੰਡ ਦੀ ਫਿਰਨੀ ਤੋਂ, ਅੰਤਮ ਇੱਛਾ, ਮੋਹ ਦੀਆਂ ਤੰਦਾਂ, ਕਲਮਾਂ ਦੇ ਹਲ ਤੇ ਲੌਹ ਪੁਰਸ਼। ਪਾਕਿਸਤਾਨੀ ਪੰਜਾਬੀ ਫਿਲਮੀ ਗੀਤਾਂ ਤੇ PhD ਕਰ ਰਿਹਾ ਪ੍ਰੀਤ ਸੰਘਰੇੜੀ।
ਸੋ ਪ੍ਰੀਤ ਸਿੰਘ ਰੇੜੀ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਪ੍ਰੀਤ ਸਿੰਘ ਰੇੜੀ ਜੀ ਮੇਰੀ ਆਵਾਜ਼ ਸੁਣ ਰਹੇ ਹੋ? ਤੁਸੀਂ ਆਪਣਾ ਮਾਈਕ ਬੰਦ ਕੀਤਾ ਹੈ ਪ੍ਰੀਤ ਸਿੰਘ ਰੇੜੀ ਜੀ। ਹਾਂਜੀ, ਬਹੁਤ ਬਹੁਤ ਮਿਹਰਬਾਨੀ ਸਰ। ਜੀ ਜੀ ਜੀ। ਸੋ ਅੱਜ ਆਪਾਂ 4 ਪੈਨਲਿਸਟ ਨਾਲ ਗੱਲਾਂ ਬਾਤਾਂ ਕਰਾਂਗੇ। ਇਸ ਤੋਂ ਪਹਿਲਾਂ ਕਿ ਆਪਾਂ ਅਗਲੀ ਚਰਚਾ ਸ਼ੁਰੂ ਕਰੀਏ, ਮੈਂ ਡਾਕਟਰ ਸਰਬਜੀਤ ਕੌਰ ਸੋਹਲ ਹੋਰਾਂ ਨੂੰ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਸਾਰਾ ਸਮਾਗਮ ਚੱਲ ਰਿਹਾ ਹੈ, ਸੰਕਟ ਕਾਲ ਤੇ ਅਸੀਂ ਦੀ ਇਹ ਲੜੀ ਚੱਲ ਰਹੀ ਹੈ, ਡਾਕਟਰ ਸਰਬਜੀਤ ਕੌਰ ਸੋਹਲ ਤੇ ਡਾਕਟਰ ਸਤੀਸ਼ ਕੁਮਾਰ ਵਰਮਾ ਹੋਰਾਂ ਦੀ ਅਗਵਾਈ ਦੇ ਵਿੱਚ ਅਸੀਂ ਲਗਾਤਾਰ ਕੁਝ ਨਵੇਕਲੇ ਕੰਮ ਕੀਤੇ ਨੇ। ਬੰਧਨਵਾਰ ਬਹੁਤ ਲੰਮਾ ਸਮਾਂ ਸਾਡਾ ਜਿਹੜਾ ਰੈਗੂਲਰ ਫੀਚਰ ਚੱਲਿਆ ਤੇ ਹੁਣ ਸੰਕਟ ਕਾਲ ਤੇ ਅਸੀਂ ਦਾ ਜੋ ਰੈਗੂਲਰ ਫੀਚਰ ਚੱਲ ਰਿਹਾ ਹੈ ਇਹ ਇਹਨਾਂ ਦੀ ਅਗਵਾਈ ਦੇ ਵਿੱਚ ਚੱਲ ਰਿਹਾ ਹੈ। ਸੋ ਡਾਕਟਰ ਸਰਬਜੀਤ ਕੌਰ ਸੋਹਲ ਮੈਡਮ ਜੀ ਤੁਹਾਡਾ ਵੀ ਸਵਾਗਤ ਹੈ ਤੇ ਤੁਸੀਂ ਹੁਣ ਸਾਡੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰੋ। ਬਹੁਤ ਸ਼ੁਕਰੀਆ ਡਾਕਟਰ ਕੁਲਦੀਪ ਜੀ। ਜੀ ਮੈਮ। ਸਾਡੇ ਪੰਜਾਬ ਸਾਹਿਤ ਅਕੈਡਮੀ ਦੇ ਮੰਚ ਤੋਂ ਸੰਕਟ ਕਾਲ ਤੇ ਸਾਹਿਤ ਲੜੀ ਤਹਿਤ ਅੱਜ ਸਾਡੇ ਬਹੁਤ ਹੀ ਸਤਿਕਾਰਤ ਸਾਡੇ ਨਾਲ ਜਿਹੜੇ ਚਿੰਤਕ ਜੁੜੇ ਨੇ, ਡਾਕਟਰ ਚਰਨਜੀਤ ਕੌਰ ਬਰਾੜ ਤੇ ਸਾਡੇ ਗੀਤਕਾਰ ਮਨਪ੍ਰੀਤ ਟਿਵਾਣਾ ਤੇ ਗੁਰਵਿੰਦਰ ਬਰਾੜ ਜੀ ਤੇ ਪ੍ਰੀਤ ਸੰਘਰੇੜੀ। ਸ਼ਾਇਦ ਨਾਵਾਂ ਨਾਲ ਅਸੀਂ ਨਹੀਂ ਉਸ ਤਰ੍ਹਾਂ ਨਾਲ ਪਹਿਚਾਣ ਹੁੰਦੀ, ਜਿਵੇਂ ਮੈਂ ਪ੍ਰੀਤ ਸੰਘਰੇੜੀ ਦੀ ਉਹ ਵਾਲੀ ਗੀਤ ਨਹੀਂ ਸੁਣਿਆ, ਔਰ ਇਹ ਗੁਰਵਿੰਦਰ ਬਰਾੜ ਉਹ ਤਾਂ ਸੁਣਿਆ ਤੂੰ ਸ਼ਿਵ ਦੀ ਕਿਤਾਬ ਵਰਗੀ, ਪਰ ਗੁਰਵਿੰਦਰ ਬਰਾੜ ਨੂੰ ਅਸੀਂ ਅੱਜ ਮਿਲਾਂਗੇ। ਤਾਂ ਮਨਪ੍ਰੀਤ ਟਿਵਾਣਾ ਨਾਲ ਬਹੁਤ ਲੰਬੀ ਸਾਂਝ ਹੈ, ਬਹੁਤ ਦੇਰ ਤੋਂ ਇਹ ਗੀਤ ਲਿਖ ਰਹੇ ਨੇ ਪਰ ਘੌਲੀ ਨੇ ਕਿਤਾਬ ਨਹੀਂ ਛਪਵਾਉਂਦੇ। ਸੋ ਅੱਜ ਸਾਹਿਤ ਅਕਾਦਮੀ ਦੇ ਇਸ ਮੰਚ ਤੇ ਅਸੀਂ ਇਹਨਾਂ ਗੀਤਕਾਰਾਂ ਦੇ ਗੀਤ ਸੁਣੀਏ, ਬਜਾਏ ਕਿ ਅਸੀਂ ਜ਼ਿਆਦਾ ਗੱਲਾਂ ਨਾ ਕਰਦੀ ਹੋਈ ਮੈਂ ਚਾਹੁੰਦੀ ਹਾਂ ਕਿ ਅੱਜ ਅਸੀਂ ਇਹਨਾਂ ਦੀ ਗਾਇਕੀ ਦੇ ਰੰਗ ਮਾਣੀਏ। ਇੱਕ ਗੱਲ ਮੈਂ ਇੱਥੇ ਜ਼ਰੂਰ ਦੱਸਣਾ ਚਾਹਾਂਗੀ ਕਿ ਪੰਜਾਬ ਸਾਹਿਤ ਅਕੈਡਮੀ ਨੇ ਹਮੇਸ਼ਾ ਤੋਂ ਇਹ ਚਾਹਿਆ ਕਿ ਜਿਹੜੀ ਲੱਚਰ ਗਾਇਕੀ ਆ ਉਹਦੇ ਸਮਰੂਪ ਅਸੀਂ ਉਹਦੇ ਪੈਰਲਲ ਜਿਹੜੀ ਸਾਹਿਤਕ ਗਾਇਕੀ ਆ ਉਸ ਨੂੰ ਪ੍ਰਫੁੱਲਿਤ ਕਰੀਏ ਤੇ ਉਸ ਨਾਲ ਹੀ ਜਿਹੜਾ ਅਸੀਂ ਇੱਕ ਲੰਬੀ ਰੇਖਾ ਖਿੱਚ ਸਕਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਲੱਚਰਤਾ ਨੂੰ ਆਪਣੇ ਆਪ ਹੀ ਲੋਕ ਮੂੰਹ ਲਾਉਣੋਂ ਹਟ ਜਾਣਗੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਅਸੀਂ ਇਸ ਤੋਂ ਪਹਿਲਾਂ ਵੀ ਗੀਤ ਦਰਬਾਰ ਕੀਤੇ ਨੇ। ਮੇਰੇ ਖਿਆਲ ਸਾਹਿਤ ਅਕੈਡਮੀ ਦੇ ਸਾਡੀ ਟੈਨੂਅਰ 'ਚ ਗੀਤ ਦਰਬਾਰ ਹੋਏ ਨੇ, ਇਸ ਤੋਂ ਪਹਿਲਾਂ ਕਦੇ ਗੀਤ ਦਰਬਾਰ ਨਹੀਂ ਹੋਏ। ਸੋ ਗੀਤ ਨੂੰ ਤੇ ਕਵਿਤਾ ਨੂੰ ਅਸੀਂ ਬਰਾਬਰ ਰੱਖ ਕੇ ਤੁਰਦੇ ਹਾਂ। ਗੀਤ ਤੇ ਕਵਿਤਾ ਇੱਕੋ ਹੀ ਰੂਪ ਹੁੰਦੇ ਆ। ਸੋ ਅੱਜ ਅਸੀਂ ਕਵਿਤਾ ਦਾ ਇਹ ਰੂਪ ਜਿਹੜਾ ਗੀਤ ਆ, ਸੰਗੀਤਕ ਰੂਪ ਕਵਿਤਾ ਦੇ ਨੂੰ ਅਸੀਂ ਗੀਤ ਕਹਿ ਦਿੰਦੇ ਆ, ਉਹਦਾ ਅਸੀਂ ਰੰਗ ਮਾਣਾਂਗੇ ਔਰ ਅਸੀਂ ਇਹ ਵੀ ਵੇਖਾਂਗੇ ਕਿ ਗੀਤਕਾਰ ਕਿਵੇਂ ਲਿਖਦੇ ਨੇ। ਤੇ ਇਸ ਸਮੇਂ ਦੇ ਵਿੱਚ ਜਦੋਂ ਬਹੁਤ ਸਾਰੇ ਪੈਸਾ ਕਮਾਉਣ ਦੀ ਧੁਨ ਜਾਂ ਬਹੁਤ ਜ਼ਿਆਦਾ ਪ੍ਰੋਫੈਸ਼ਨਲ ਰਿਸ਼ਤਿਆਂ ਦੀ ਜਿਹੜੇ ਵੱਲ ਲੋਕ ਤੁਰੇ ਹੋਏ ਨੇ, ਬਹੁਤ ਗੀਤ ਇਹੋ ਜਿਹੇ ਗਾ ਰਹੇ ਨੇ ਜਿਹੜੇ ਭਾਵੇਂ ਉਹਨਾਂ ਨੂੰ ਪੈਸਾ ਤਾਂ ਦਵਾਉਂਦੇ ਨੇ ਪਰ ਗਾਇਕੀ ਦੇ ਮਿਆਰਾਂ ਨੂੰ ਉਹ ਠੇਸ ਪਹੁੰਚਾਉਂਦੇ ਨੇ ਜਾਂ ਪੰਜਾਬ ਦਾ ਜੋ ਸੱਭਿਆਚਾਰ ਹੈ ਉਸਨੂੰ ਉਹ ਹੇਠੀ ਵਿਖਾਉਂਦੇ ਨੇ। ਸੋ ਅਸੀਂ ਅੱਜ ਕੋਸ਼ਿਸ਼ ਕਰਾਂਗੇ ਕਿ ਉਸ ਲੱਚਰ ਗਾਇਕੀ ਦੇ ਸਮਵੇਤ ਅਸੀਂ ਜਿਹੜੀ ਸਾਹਿਤਕ ਗਾਇਕੀ ਆ ਉਸ ਦੀ ਗੱਲ ਸੁਣੀਏ। ਸੋ ਇਹਨਾਂ ਸ਼ਬਦਾਂ ਦੇ ਨਾਲ ਮੇਰੇ ਵੱਲੋਂ ਇੱਕ ਵਾਰੀ ਫੇਰ ਡਾਕਟਰ ਚਰਨਜੀਤ ਕੌਰ ਬਰਾੜ, ਮਨਪ੍ਰੀਤ ਟਿਵਾਣਾ, ਗੁਰਵਿੰਦਰ ਬਰਾੜ ਤੇ ਪ੍ਰੀਤ ਸੰਘਰੇੜੀ ਨੂੰ ਜੀ ਆਇਆਂ ਜੀ। ਬਹੁਤ ਬਹੁਤ ਧੰਨਵਾਦ ਸੋਹਲ ਮੈਮ। ਤੇ ਆਪਾਂ ਗੱਲਬਾਤ ਦਾ ਸਿਲਸਿਲਾ ਜਿਵੇਂ ਹਰ ਵਾਰ ਸਿਰਜਣਾ ਦੇ ਪਲਾਂ ਤੋਂ ਸ਼ੁਰੂ ਕਰਦੇ ਹੁੰਦੇ ਆ ਤੇ ਸਿਰਜਣਾ ਦੇ ਪਲਾਂ ਦੇ ਵਿੱਚ ਮੈਂ ਬੇਨਤੀ ਕਰੂੰਗਾ ਸਭ ਤੋਂ ਪਹਿਲਾਂ ਗੁਰਵਿੰਦਰ ਬਰਾੜ ਹੋਰਾਂ ਨੂੰ ਇਹ 5-7 ਮਿੰਟ ਦੇ ਵਿੱਚ ਆਪਣੀਆਂ ਇੱਕ ਜਾਂ ਦੋ ਰਚਨਾਵਾਂ ਜਾਂ ਕੁਝ ਰਚਨਾਵਾਂ ਦੇ ਕੁਝ ਹਿੱਸੇ ਸਾਡੇ ਨਾਲ ਸਾਂਝੇ ਕਰਨਗੇ। ਉਸ ਤੋਂ ਬਾਅਦ ਆਪਾਂ ਚਰਚਾ ਵਾਲੇ ਪਾਸੇ ਚੱਲਾਂਗੇ, ਵਿੱਚ ਵਿੱਚ ਫਿਰ ਮਨਪ੍ਰੀਤ ਨੂੰ ਵੀ ਸੁਣਾਂਗੇ ਤੇ ਬਾਕੀ ਸਾਰਿਆਂ ਨੂੰ ਸੁਣਦੇ ਰਹਾਂਗੇ। ਗੁਰਵਿੰਦਰ ਬਰਾੜ ਜੀ। ਹਾਂਜੀ ਹਾਂਜੀ, ਬਹੁਤ ਮਿਹਰਬਾਨੀ ਜੀ ਔਰ ਬਹੁਤ ਚੰਗਾ ਲੱਗ ਰਿਹਾ ਕਿਉਂਕਿ ਤੁਹਾਡਾ ਬਹੁਤ ਬਹੁਤ ਥੈਂਕਸ ਡਾਕਟਰ ਸਾਹਿਬ ਕਿ ਤੁਸੀਂ ਰੂਬਰੂ ਕਰ ਰਹੇ ਹੋ ਸਾਰਿਆਂ ਦੇ। ਮੈਂ ਫਿਰ ਉਹ ਗੀਤ ਕਿਉਂਕਿ ਜਿਹੜੇ ਸਾਹਿਤ ਨਾਲ ਜੁੜੇ ਹਨ ਉਹਨਾਂ ਵਿੱਚੋਂ ਸ਼ਿਵ ਦੀ ਕਿਤਾਬ ਦੀਆਂ ਮੈਂ 2 ਲਾਈਨਾਂ ਪਹਿਲਾਂ ਤੁਹਾਨੂੰ ਸੁਣਾਉਂਦਾ ਜੀ। ਸ਼ਿਵ ਦੀ ਕਿਤਾਬ ਵੱਜ ਗਈ ਤੇ ਮੈਂ ਪਾਸ਼ ਦੀਆਂ ਗੱਲਾਂ ਦਾ ਸ਼ੁਦਾਈ, ਉਹ ਲਾਉਂਦੇ ਗੁਲਾਬ ਵਰਗੀ ਤੇ ਮੈਂ ਗੀਰਿਆਂ 'ਚ ਉਗਰੀ ਚੜਾਈ। ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਸ਼ ਦੀਆਂ ਗੱਲਾਂ ਦਾ ਸ਼ੁਦਾਈ, ਹੋ ਸਾਡੇ ਚੇਤਿਆਂ 'ਚ ਕਈਆਂ ਅਤੇ ਦਾਤੀਆਂ ਦੇ ਗੀਤ, ਥੋੜੀ ਖੁਸ਼ੀ ਅਤੇ ਬਹੁਤੀਆਂ ਉਦਾਸੀਆਂ ਦੇ ਗੀਤ, ਉਹ ਬਾਲੀਵੁੱਡ ਦੇ ਸ਼ਬਾਬ ਵਰਗੀ
ਤੇ ਮੈਂ ਔਲਖ ਦੇ ਨਾਟਕਾਂ ਦਾ ਭਾਈ ਦੀ ਕਿਤਾਬ ਵੱਜ ਗਈ ਤੇ ਮੈਂ ਪਾਸ਼ ਦੀਆਂ ਗੱਲਾਂ ਦਾ ਸ਼ੁਦਾਈ। ਬਹੁਤ ਵਧੀਆ। ਵਾਹ ਜੀ। ਮਿਹਰਬਾਨੀ ਜੀ, ਬਹੁਤ ਬਹੁਤ ਜੀ। ਮਿਹਰਬਾਨੀ। ਬਹੁਤ ਅੱਛਾ, ਬਹੁਤ ਬਹੁਤ ਵਧੀਆ। ਇਸ ਗੀਤ ਤੋਂ ਇਲਾਵਾ ਜੀ ਇੱਕ ਗੀਤ ਮੈਂ ਬਾਅਦ ਦੇ ਵਿੱਚ ਰਿਕਾਰਡ ਕਰਵਾਇਆ ਸੀ, ਇਸ ਤੋਂ ਪਿੱਛੋਂ ਗੀਤ ਦਾ ਟਾਈਟਲ ਹੈ ਜੀ ਕਵਿਤਾ। ਜੀ। ਉਹ ਮੈਂ ਤੁਹਾਡੀ ਨਜ਼ਰ ਕਰ ਰਿਹਾ ਕਿ ਕਵਿਤਾ ਵਰਗਿਆ ਸੱਜਣਾ ਵੇ ਤੈਨੂੰ ਸ਼ੋਰ ਚ ਪੜਿਆ ਨਹੀਂ ਜਾਂਦਾ। ਵਾਹ। ਕਵਿਤਾ ਵਰਗਿਆ ਸੱਜਣਾ ਵੇ ਤੈਨੂੰ ਸ਼ੋਰ ਚ ਪੜਿਆ ਨਹੀਂ ਜਾਂਦਾ। ਓਏ ਆਪਾਂ ਭੀੜ ਦਾ ਹਿੱਸਾ ਨਹੀਂ ਬਣਨਾ। ਬਹੁਤ ਖੂਬਸੂਰਤ। ਭੀੜ ਦਾ ਹਿੱਸਾ ਨਹੀਂ ਬਣਨਾ ਵੇ ਮੈਥੋਂ ਭੀੜ ਚ ਖੜਿਆ ਨਹੀਂ ਜਾਂਦਾ। ਬਹੁਤ ਅੱਛਾ। ਵਰਗਿਆ ਸੱਜਣਾ ਵੇ ਤੈਨੂੰ ਸ਼ੋਰ ਚ ਪੜਿਆ ਨਹੀਂ ਜਾਂਦਾ। ਇਹਦਾ ਜੀ ਪਹਿਲਾ, ਬਹੁਤ ਮਿਹਰਬਾਨੀ ਜੀ, ਇਹਦਾ ਪਹਿਲਾ ਅੰਤਰਾ ਮਤਲਬ ਇਹ ਗਾਣੇ ਦਾ ਜਿਹੜਾ ਰੂਪ ਹੈ ਜੀ ਉਹ ਹੈ ਤਾਂ ਗਜ਼ਲ ਦੀ ਤਰ੍ਹਾਂ ਸ਼ੇਅਰ ਟਾਈਪ ਹੈ, ਪਰ ਇਹ ਸੁਤੰਤਰ ਨਹੀਂ, ਮਤਲਬ ਗਜ਼ਲ ਦੀ ਤਰ੍ਹਾਂ ਹੈ ਕੋਈ ਇਹਦਾ ਵਿਸ਼ਾ ਜੀ ਜੀ। ਹੋ ਕਿਉਂ ਪੌੜੀਆਂ ਲੱਭਦਾ ਫਿਰਦਾ ਏ ਮੈਂ ਖੰਭ ਬਣਾਂਗੀ ਤੇਰੇ ਲਈ। ਹੋ ਕਿਉਂ ਪੌੜੀਆਂ ਲੱਭਦਾ ਫਿਰਦਾ ਏ ਮੈਂ ਖੰਭ ਬਣਾਂਗੀ ਤੇਰੇ ਲਈ। ਕਦੇ ਪੌੜੀਆਂ ਦੇ ਨਾਲ ਕਮਲ ਆਵੇ ਵੇ ਅੰਬਰਾਂ ਤੇ ਚੜਿਆ ਨਹੀਂ ਜਾਂਦਾ। ਬਹੁਤ ਵਧੀਆ। ਬਹੁਤ ਅੱਛਾ। ਕਵਿਤਾ ਵਰਗਿਆ ਸੱਜਣਾ ਵੇ ਤੈਨੂੰ ਸ਼ੋਰ ਚ ਪੜਿਆ ਨਹੀਂ ਜਾਂਦਾ। ਇਹਦਾ ਇੱਕ ਹੋਰ ਸੀਗਾ ਜੀ ਸਟੈਂਜਾ ਨੈਕਸਟ ਕੇ ਤੂੰ ਸੱਜਣਾ ਖੁਸ਼ਬੂ ਵਰਗਾ ਏ ਤੈਨੂੰ ਕੌਣ ਰੋਕੂਗਾ ਫੈਲਣ ਤੋਂ। ਤੂੰ ਸੱਜਣਾ ਖੁਸ਼ਬੂ ਵਰਗਾ ਏ ਤੈਨੂੰ ਕੌਣ ਰੋਕੂਗਾ ਫੈਲਣ ਤੋਂ। ਇਹ ਕੀ ਜਾਣਨ ਕੇ ਮਹਿਕਾਂ ਨੂੰ ਕਦੇ ਹੱਥ ਵਿੱਚ ਫੜਿਆ ਨਹੀਂ। ਬਹੁਤ ਅੱਛਾ, ਬਹੁਤ ਅੱਛਾ। ਕਵਿਤਾ ਵਰਗਿਆ ਸੱਜਣਾ ਵੇ ਤੈਨੂੰ ਸ਼ੋਰ ਚ ਪੜਿਆ ਨਹੀਂ ਜਾਂਦਾ। ਔਰ ਇਹਦਾ ਲਾਸਟ ਮੈਂ ਜ਼ਰੂਰ ਸੁਣਾਉਣਾ ਚਾਹਾਂਗਾ। ਹੋ ਰੱਬ ਜਿੰਨਾ ਯਕੀਨ ਹੈ ਗੁਰਵਿੰਦਰਾ ਕਿ ਸਿਰਫ ਤੇ ਸਿਰਫ ਤੂੰ ਮੇਰਾ ਏ। ਕਿਸੇ ਹੋਰ ਦੇ ਮੁਖੜੇ ਵਰਗਾ ਤਾਂ ਵੇ ਤੈਨੂੰ ਗੀਤ ਵੀ ਘੜਿਆ ਨਹੀਂ ਜਾਂਦਾ। ਬਹੁਤ ਵਧੀਆ। ਕਵਿਤਾ ਵਰਗਿਆ ਸੱਜਣਾ ਵੇ ਤੈਨੂੰ ਸ਼ੋਰ ਚ ਪੜਿਆ ਨਹੀਂ ਜਾਂਦਾ। ਵਾਹ, ਬਹੁਤ ਅੱਛਾ। ਬਹੁਤ ਅੱਛਾ ਜੀ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਬਹੁਤ ਬਹੁਤ ਧੰਨਵਾਦ ਗੁਰਵਿੰਦਰ। ਫਿਰ ਵਿੱਚ ਆਪਾਂ ਫਿਰ ਜੁੜਾਂਗੇ ਤੇ ਹੁਣ ਆਪਾਂ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਵਿੱਚ ਕਿਤੇ ਵਕਫੇ ਦੇ ਵਿੱਚ ਫਿਰ ਮਨਪ੍ਰੀਤ ਹੋਰਾਂ ਦਾ ਗੀਤ ਸੁਣਾਂਗੇ ਤੇ ਪ੍ਰੀਤ ਹੋਰਾਂ ਦਾ ਗੀਤ ਵੀ ਸੁਣਾਂਗੇ। ਤੇ ਚਰਚਾ ਦੇ ਵਿੱਚ ਡਾਕਟਰ ਚਰਨਜੀਤ ਕੌਰ ਬਰਾੜ ਮੈਮ, ਤੁਹਾਡੇ ਤੋਂ ਗੱਲ ਸ਼ੁਰੂ ਕਰਦੇ ਹਾਂ। ਜਿਹੜਾ ਗੀਤ ਹੈ ਤੇ ਸੰਗੀਤ ਹੈ ਇਹ ਸਾਡੇ ਬੁਨਿਆਦੀ ਜਜ਼ਬਿਆਂ ਦਾ ਪ੍ਰਗਟਾਵਾ ਹੁੰਦਾ ਹੈ, ਕੁਦਰਤੀ ਜਜ਼ਬਿਆਂ ਦਾ ਪ੍ਰਗਟਾਵਾ ਹੁੰਦਾ ਹੈ। ਕਹਿੰਦੇ ਨੇ ਕਿ ਜਦੋਂ ਬੰਦਾ ਜੰਮਿਆ ਕਿਤੇ ਨਾਲ ਹੀ ਗੀਤ ਵੀ ਜੰਮਦੇ ਸੀ, ਤੇ ਜਦੋਂ ਵੀ ਕਿਤੇ ਖੁਸ਼ੀ ਗਮੀ ਦਾ ਮੌਕਾ ਹੁੰਦਾ ਹੈ ਗੀਤ ਸਾਡੇ ਦਿਲ ਚੋਂ ਨਿਕਲ ਕੇ ਜਜ਼ਬੇ ਸਾਡੇ ਗੀਤ ਰਾਹੀਂ ਸਾਡੇ ਬੁੱਲ੍ਹਾਂ ਤੇ ਆ ਜਾਂਦੇ ਨੇ। ਤੁਸੀਂ ਥੋੜਾ ਜਿਹਾ ਸਿਧਾਂਤਕ ਤੌਰ ਤੇ ਇਹਦੇ ਨਿਕਾਸ ਵਿਕਾਸ ਬਾਰੇ ਸਾਡੇ ਨਾਲ ਗੱਲ ਕਰੋ ਕਿ ਕਿੱਥੋਂ ਤੇ ਕਿਵੇਂ ਗੀਤ ਪੈਦਾ ਹੋਇਆ। ਸਭ ਤੋਂ ਪਹਿਲਾਂ ਤੇ ਮੈਂ ਜੀ ਪੰਜਾਬ ਸਾਹਿਤ ਅਕੈਡਮੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਉਹਦੇ ਵਿੱਚੋਂ ਮੈਡਮ ਸਰਬਜੀਤ ਕੌਰ ਸੋਹਲ, ਡਾਕਟਰ ਸਤੀਸ਼ ਕੁਮਾਰ ਵਰਮਾ, ਤੁਸੀਂ ਕੁਲਦੀਪ ਦੀਪ, ਜਿਨ੍ਹਾਂ ਨੇ ਅੱਜ ਸਾਨੂੰ ਤੁਹਾਡੇ ਸਾਰਿਆਂ ਨਾਲ ਗੱਲਬਾਤ ਕਰਨ ਦਾ ਮੌਕਾ ਦਿੱਤਾ। ਤੇ ਮੈਂ ਆਪਣੀ ਗੱਲ ਸ਼ੁਰੂ ਕਰਨਾ ਚਾਹੁੰਦੀ ਸੀ, ਪਰ ਸਾਨੂੰ ਗੁਰਵਿੰਦਰ ਬਰਾੜ ਨੇ ਇੱਕ ਐਸੇ ਮਾਹੌਲ ਦੇ ਵਿੱਚ ਉਹ ਲੈ ਗਏ ਨੇ। ਮੈਨੂੰ ਲੱਗਦਾ ਇਹਦੇ ਵਿੱਚ ਥੋੜੀਆਂ ਕਹਿ ਲਈਏ ਕਿ ਖੁਸ਼ਕ ਗੱਲਾਂ ਸ਼ਾਇਦ ਸਾਡੀਆਂ ਹੁਣ ਜਿਹੜੇ ਸਰੋਤੇ ਨੇ ਜਾਂ ਦਰਸ਼ਕ ਨੇ ਉਸ ਤਰ੍ਹਾਂ ਨਾ ਸੁਣ ਸਕਣ। ਬਹੁਤ ਸੋਹਣੇ ਉਹ ਸਾਨੂੰ
ਉਹੇ ਜਿਹੇ ਮਾਹੌਲ ਦੇ ਵਿੱਚ ਲੈ ਗਏ ਕਿ ਅਸੀਂ ਸਾਰੇ ਇਮੋਸ਼ਨਲ ਹੋ ਗਏ। ਮੈਂ ਤਾਂ ਗੁਰਵਿੰਦਰ ਬਰਾੜ ਦੇ ਜਦੋਂ ਪਹਿਲਾਂ ਵੀ ਗੀਤ ਇੱਕ ਦੋ ਸੁਣਦੀ ਆ ਨਾ ਤੇ ਮੈਂ ਕਾਫੀ ਇਮੋਸ਼ਨਲ ਹੋ ਜਾਂਦੀ ਹਾਂ। ਚਲੋ ਖੈਰ ਆਪਾਂ ਗੱਲ ਸ਼ੁਰੂ ਕਰਦੇ ਹਾਂ। ਤੁਸੀਂ ਗੱਲ ਜਿੱਥੋਂ ਸ਼ੁਰੂ ਕੀਤੀ ਹੈ ਕਿ ਜਿਹੜਾ ਮਨੁੱਖ ਹੈ, ਇਹ ਜਿਹੜੇ ਗੀਤ ਨੇ ਆਪਾਂ ਕਹਿ ਲਈਏ ਨਾ, ਇਹ ਮਨੁੱਖ ਦੇ ਜਨਮ ਦੇ ਨਾਲ ਹੀ ਹੋਣ ਦੇ ਵਿੱਚ ਆ ਜਾਂਦੇ ਆ। ਮੈਂ ਗੀਤਾਂ ਨੂੰ ਇਸ ਤਰ੍ਹਾਂ ਸਮਝਦੀ ਹਾਂ ਕਿ ਜਦੋਂ ਮਨੁੱਖ ਜੰਮਦਾ ਏ, ਲੋਰੀਆਂ ਦੇ ਰੂਪ ਦੇ ਵਿੱਚ ਗੀਤਾਂ ਨਾਲ ਉਸ ਦਾ ਵਾਹ ਵਾਸਤਾ ਪੈ ਜਾਂਦਾ ਏ, ਤੇ ਜਦੋਂ ਜਵਾਨ ਉਮਰ ਦੇ ਵਿੱਚ ਹੁੰਦੀ ਹੈ, ਮੁਹੱਬਤ ਹੁੰਦੀ ਹੈ, ਵਿਆਹ ਹੁੰਦਾ ਏ, ਜਸ਼ਨਾਵੀ ਗੀਤ ਵੀ ਆਉਂਦੇ ਆ, ਵਿਛੋੜੇ ਦੇ ਗੀਤ ਵੀ ਆਉਂਦੇ ਆ, ਮਿਲਾਪ ਦੇ ਗੀਤ ਵੀ ਆਉਂਦੇ ਆ, ਤੰਗੀਆਂ ਤੁਰਸ਼ੀਆਂ ਵੀ ਆਉਂਦੀਆਂ ਨੇ, ਤੇ ਬੁਢਾਪੇ ਦੇ ਵਿੱਚ ਬੈਣ ਨੇ ਜਿਹੜੇ, ਉਹ ਵੀ ਇੱਕ ਕਿਸਮ ਦੇ ਗੀਤ ਹੀ ਨੇ ਸਾਡੇ, ਆਪਾਂ ਕਹਿ ਲਈਏ। ਸੋ ਜਿਹੜਾ ਗੀਤ ਨੇ ਇਹ ਤਾਂ ਪੂਰੀ ਜ਼ਿੰਦਗੀ ਹੀ ਮਨੁੱਖ ਜਿਹੜਾ ਗੀਤਾਂ ਦੇ ਵਿੱਚ ਰਹਿੰਦਾ ਏ। ਤੇ ਜਿੱਥੋਂ ਤੱਕ ਅਸੀਂ ਇਹਨਾਂ ਦੀ, ਜਿਵੇਂ ਤੁਸੀਂ ਕਿਹਾ ਕਿ ਅਸੀਂ ਵਰਗ ਵੰਡ, ਜਿਵੇਂ ਅੱਜ ਦੇ ਆਪਾਂ ਵਿਸ਼ੇ ਦੇ ਵਿੱਚ ਵੀ ਵਰਗ ਵੰਡ ਕੀਤੀ ਹੋਈ ਹੈ ਕਿ ਇੱਕ ਪਾਸੇ ਅਸੀਂ ਪੋਪੂਲਰ ਗਾਇਕੀ ਨੂੰ ਰੱਖਿਆ ਹੋਇਆ, ਦੂਜੇ ਪਾਸੇ ਅਸੀਂ ਸਾਹਿਤਕ ਗੀਤਕਾਰੀ ਨੂੰ ਰੱਖ ਲੈਂਦੇ ਹਾਂ। ਇਹ ਅਸਲ ਦੇ ਵਿੱਚ ਤਾਂ ਮੈਨੂੰ ਇਉਂ ਲੱਗਦਾ ਕਿ ਅਸੀਂ ਆਪਣੇ ਅਧਿਐਨ ਦੀ ਸੌਖ ਲਈ ਜਦੋਂ ਦਾ ਜਿਹੜਾ ਗੀਤ ਹੈ, ਅਸੀਂ ਇਹਨੂੰ ਅਕਾਦਮਿਕ ਖੇਤਰ ਦੇ ਵਿੱਚ ਇਸ ਦਾ ਅਧਿਐਨ ਸ਼ੁਰੂ ਕੀਤਾ, ਇਸ ਨੂੰ ਸਮਝਣਾ ਸ਼ੁਰੂ ਕੀਤਾ, ਇਸ ਨੂੰ ਵਿਚਾਰਨਾ ਸ਼ੁਰੂ ਕੀਤਾ, ਤਾਂ ਵੱਖਰੇ ਵੱਖਰੇ ਤਰੀਕੇ ਨਾਲ ਅਸੀਂ ਇਹਨਾਂ ਦੀ ਵਰਗ ਵੰਡ ਕਰ ਲੈਂਦੇ ਹਾਂ। ਕਈ ਵਾਰ ਅਸੀਂ ਕ੍ਰਮ ਆਧਾਰ ਤੇ ਇਹਦੀ ਵਰਗ ਵੰਡ ਕਰ ਲੈਂਦੇ ਹਾਂ, ਕਈ ਵਾਰ ਅਸੀਂ ਇਹਨਾਂ ਨੂੰ ਵਿਸ਼ਿਆਂ ਆਧਾਰ ਤੇ ਵੰਡ ਲੈਂਦੇ ਹਾਂ। ਇਸੇ ਤਰ੍ਹਾਂ ਹੀ ਕਈ ਵਾਰ ਰੂਪ ਦੇ ਆਧਾਰ ਤੇ ਅਸੀਂ ਇਹਨਾਂ ਦੀ ਵਰਗ ਵੰਡ ਕਰ ਲੈਂਦੇ ਹਾਂ। ਇਹ ਜਿਵੇਂ ਅਸੀਂ ਸਾਹਿਤ ਦੇ ਬਾਕੀ ਰੂਪਾਂ ਨੂੰ ਵੀ ਵੰਡ ਲੈਂਦੇ ਹਾਂ ਕਿ ਸਾਹਿਤ ਕਿੰਨੀ ਤਰ੍ਹਾਂ ਦਾ ਹੁੰਦਾ ਹੈਗਾ। ਇੱਕ ਸਾਹਿਤ ਇਨਕਲਾਬੀ ਸਾਹਿਤ ਹੁੰਦਾ ਹੈ, ਇੱਕ ਪ੍ਰਗਤੀਵਾਦੀ ਸਾਹਿਤ ਵੀ ਹੁੰਦਾ ਹੈ, ਇੱਕ ਮਤਲਬ ਸਾਹਿਤ ਦੀ ਅਸੀਂ ਇਹੋ ਜਿਹੀ ਕੋਟੀ ਵੀ ਬਣਾ ਲੈਂਦੇ ਹਾਂ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਬਜ਼ਾਰੂ ਕਿਸਮ ਦਾ ਸਾਹਿਤ ਹੈ। ਸੋ ਸਾਹਿਤ ਸਾਹਿਤ ਹੁੰਦਾ ਹੈ। ਇਸੇ ਤਰ੍ਹਾਂ ਹੀ ਗੀਤ ਗੀਤ ਹੁੰਦੇ ਨੇ, ਚਾਹੇ ਉਹ ਪੋਪੂਲਰ ਗਾਇਕੀ ਦੇ ਵਿੱਚ ਤੁਸੀਂ ਉਹਨਾਂ ਨੂੰ ਰੱਖ ਲਓ, ਚਾਹੇ ਤੁਸੀਂ ਸਾਹਿਤਕ ਗੀਤਾਂ ਦੇ ਵਿੱਚ ਤੁਸੀਂ ਰੱਖ ਲਓ, ਠੀਕ ਹੈ। ਤੇ ਵਰਗ ਵੰਡ ਕਰਨ ਦਾ ਇੱਕ ਜਿਹੜਾ ਹੋਰ ਆਧਾਰ ਵੀ ਅਸੀਂ ਹੁਣ ਤੱਕ ਕਰਦੇ ਆ ਰਹੇ ਹਾਂ ਕਿ ਉਹਨੂੰ ਅਸੀਂ ਰੱਖ ਲੈਂਦੇ ਹਾਂ ਕਿ ਲੋਕ ਦੇ ਵਿੱਚ ਤੇ ਵਿਸ਼ਿਸ਼ਟ ਦੇ ਵਿੱਚ, ਕਿਉਂਕਿ ਸਾਡਾ ਜਿਹੜਾ ਪਹਿਲਾ ਵਾਹ ਵਾਸਤਾ ਪੈਂਦਾ ਹੈ ਉਹ ਲੋਕ ਗੀਤਾਂ ਦੇ ਨਾਲ ਹੀ ਪੈਂਦਾ ਹੈ। ਇੱਕ ਪਾਸੇ ਲੋਕ ਗੀਤ ਆ ਜਾਂਦੇ ਨੇ ਤੇ ਦੂਸਰੇ ਪਾਸੇ ਆਪਾਂ ਕਹਿ ਲਈਏ ਕਿ ਵਿਸ਼ਿਸ਼ਟ ਗੀਤ ਸਾਡੇ ਸਾਹਮਣੇ ਆ ਜਾਂਦੇ ਨੇ, ਜਿਸ ਦੇ ਵਿੱਚ ਉਹਨਾਂ ਗੀਤਕਾਰਾਂ ਦੇ, ਉਹਨਾਂ ਗੀਤ ਲਿਖਣ ਵਾਲੇ ਲੋਕਾਂ ਦੇ, ਉਹਨਾਂ ਗਾਉਣ ਵਾਲੇ ਲੋਕਾਂ ਦਾ ਨਾਮ ਜੁੜ ਜਾਂਦਾ ਤੇ ਉਹਨਾਂ ਦਾ ਉਸ ਤੇ ਅਧਿਕਾਰ ਬਣ ਜਾਂਦਾ ਹੈ। ਤੇ ਜਿਹੜੇ ਲੋਕ ਗੀਤ ਨੇ ਉਹਨਾਂ ਦਾ ਕੋਈ ਨਾਂ ਨਹੀਂ ਹੁੰਦਾ, ਪਰ ਰਚੇ ਉਹ ਮਨੁੱਖਾਂ ਨਹੀਂ ਹੁੰਦੇ ਨੇ। ਤੇ ਉੱਥੋਂ ਮੈਂ ਲੋਕ ਗੀਤਾਂ ਤੋਂ ਗੱਲ ਤਾਂ ਸ਼ੁਰੂ ਕਰਨਾ ਚਾਹੁੰਦੀ ਸੀ ਕਿ ਆਪਾਂ ਕਹਿ ਲਈਏ ਕਿ ਹੁਣ ਤੱਕ ਜਿਹੜੇ ਸਾਡੇ ਗੀਤਾਂ ਦੇ ਵਿੱਚ, ਖਾਸ ਕਰਕੇ ਵਿਸ਼ਿਸ਼ਟ ਗੀਤਾਂ ਦੇ ਵਿੱਚ, ਜਿਹੜਾ ਮਰਦਾਵਾਂ ਪ੍ਰਵਚਨ ਭਾਰੂ ਰਿਹਾ, ਜਿਵੇਂ ਤੁਸੀਂ ਪਹਿਲਾਂ ਦੱਸ ਹੀ ਚੁੱਕੇ ਹੋ, ਮੈਨੂੰ ਤਾਂ ਹੁਣ ਸੁਭਾਅ ਹੀ ਬਣ ਗਿਆ ਇਹ ਹਰ ਚੀਜ਼ ਦੀ। ਜਦੋਂ ਮੈਂ ਕੋਈ ਸਟੱਡੀ ਕਰਦੀ ਹਾਂ ਤਾਂ ਮੇਰੇ ਸਾਹਮਣੇ ਔਰਤ ਸੈਂਟਰ ਦੇ ਵਿੱਚ ਆ ਜਾਂਦੀ ਹੈ ਕਿ ਨਾਰੀ ਨਜ਼ਰੀਏ ਤੋਂ ਭਲਾ ਇਹ ਚੀਜ਼ ਕੀ ਕਹਿੰਦੀ ਹੈ ਕਿਸੇ ਵੀ ਚੀਜ਼ ਨੂੰ, ਜਦੋਂ ਅਸੀਂ ਨਿਰਖਦੇ ਪਰਖਦੇ ਹਾਂ। ਇਸੇ ਤਰ੍ਹਾਂ ਜਦੋਂ ਮੈਂ ਗੀਤ ਸੁਣਦੀ ਹਾਂ ਜਾਂ ਗੀਤ ਪੜ੍ਹਦੀ ਹਾਂ ਤਾਂ ਉਸ ਵੇਲੇ ਮੇਰੇ ਸਾਹਮਣੇ ਔਰਤ ਵੱਖਰੇ ਤਰੀਕੇ ਨਾਲ ਆਉਂਦੀ ਹੈ। ਆਮ ਲੋਕੀ ਜਦੋਂ ਚਾਹੇ ਉਹ ਗੀਤ ਨੂੰ ਦੇਖਦੇ ਨੇ ਚਾਹੇ ਸੁਣਦੇ ਨੇ, ਉਹਨਾਂ ਦੀ ਨਜ਼ਰ ਵਿੱਚ ਔਰਤ ਕਿਤੇ ਪਾਸੇ ਹੀ ਰਹਿ ਜਾਂਦੀ ਹੈ ਜੀ। ਜਦੋਂ ਕਿ ਮੈਨੂੰ ਲੱਗਦਾ ਕਿ ਮਨੁੱਖਤਾ ਦਾ ਅੱਧ ਹੈ ਔਰਤ। ਤੇ ਅਸੀਂ ਦੇਖੀਏ ਭਲਾ ਗੀਤਕਾਰੀ ਦੇ ਵਿੱਚ ਜਿਹੜੀ ਔਰਤ ਹੈ ਉਹ ਕਿਸ ਤਰ੍ਹਾਂ ਆਉਂਦੀ ਹੈ। ਸਾਡੇ ਜਿਹੜੇ ਜ਼ਿਆਦਾਤਰ ਗੀਤ ਨੇ, ਆਪਾਂ ਕਹਿ ਲਈਏ ਕਿ ਔਰਤ ਤਾਂ ਜਿੰਨਾ ਵੀ ਉਹਨੇ ਹਾਜ਼ਰੀ ਲਗਵਾਈ ਹੈ ਉਹ ਜ਼ਿਆਦਾ ਲੋਕ ਗੀਤਾਂ ਦੇ ਵਿੱਚ ਲਗਵਾਈ ਹੈ, ਲੋਕ ਕਹਾਣੀਆਂ ਚ ਲਗਾਈ ਹੈ। ਲੋਕ ਸਾਹਿਤ ਦੇ ਵਿੱਚ ਔਰਤ ਕਿਉਂਕਿ ਵਿਸ਼ਿਸ਼ਟ ਉਸ ਦੇ ਵਿੱਚ ਜ਼ਿਆਦਾਤਰ ਮੂਕ ਰਹੀ ਹੈ, ਜਾਂ ਆਪਾਂ ਕਹਿ ਲਈਏ ਕਿ ਉਹਨੂੰ ਬੋਲਣ ਦਾ ਉਹਨਾਂ ਅਧਿਕਾਰ ਹੀ ਨਹੀਂ ਸੀ। ਤੇ ਜਦੋਂ ਕਿ ਲੋਕ ਸਾਹਿਤ ਦੇ ਵਿੱਚ ਹੁਣ ਕਿਉਂਕਿ ਔਰਤਾਂ ਅਕਾਦਮਿਕ ਖੇਤਰ ਵਿੱਚ ਜਦੋਂ ਆਉਣਾ ਸ਼ੁਰੂ ਹੋਈਆਂ, ਉਹਨਾਂ ਨੇ ਇਹਨਾਂ ਚੀਜ਼ਾਂ ਦੀ ਨਿਸ਼ਾਨਦੇਹੀ ਕਰਨੀ ਸ਼ੁਰੂ ਕੀਤੀ ਹੈ ਕਿ ਕੀ ਇਹ ਸਾਰਾ ਜਿਹੜਾ ਪ੍ਰਵਚਨ ਹੈ ਉਹ ਮਰਦਾਵਾਂ ਹੀ ਹੈ ਜਾਂ ਕਿਤੇ ਉਹਨਾਂ ਦੇ ਵਿੱਚ ਔਰਤ ਵੀ ਬੋਲਦੀ ਹੈ। ਸੋ ਜਦੋਂ ਇਉਂ ਦੇਖਦੇ ਆ ਲੋਕ ਗੀਤਾਂ ਦੇ ਵਿੱਚ ਵੀ ਆਪਾਂ ਕਹਿ ਲਈਏ ਕਿ ਮੁੱਢ ਤੋਂ ਹੀ ਜਿਹੜਾ ਮਨੁੱਖ ਹੈ ਉਹ ਗੀਤਾਂ ਦੇ ਵਿੱਚ ਗੱਲਾਂ ਕਿਹੋ ਜਿਹੀਆਂ ਕਰਦਾ ਹੈ, ਉਸ ਦੇ ਵਿੱਚ ਉਹਦੀ ਮੁਹੱਬਤ ਦੇ ਗੀਤ ਵੀ ਹੈ, ਉਸ ਦੇ ਵਿੱਚ ਉਸ ਦੀ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਦੇ ਗੀਤ ਵੀ ਹੈ, ਉਸ ਦੇ ਵਿੱਚ ਝਗੜੇ ਝੇੜੇ ਵੀ ਆਉਂਦੇ ਹੈ, ਉਸ ਦੇ ਵਿੱਚ ਉਦਾਸੀਆਂ ਗਮ ਵੀ ਆਉਂਦੇ ਹੈ, ਉਸ ਦੇ ਵਿੱਚ ਜਸ਼ਨ ਵੀ ਆਉਂਦੇ ਹੈ, ਉਸ ਦੇ ਵਿੱਚ ਤਕਰਾਰ ਵੀ ਆਉਂਦੇ ਹੈ, ਸਾਰਾ ਕੁਝ ਆਉਂਦਾ ਹੈ। ਪਰ ਜਦੋਂ ਜਿਹੜੀ ਔਰਤ ਹੈ ਉਹ ਲੋਕ ਗੀਤ ਦਾ, ਮੈਂ ਇੱਕ ਦਾ ਹਵਾਲਾ ਦੇਣਾ ਚਾਹੂੰਗੀ ਕਿ
ਜਿਹੜਾ ਇਹ ਤਕਰਾਰ ਹੈ ਔਰਤ ਤੇ ਮਰਦ ਦਾ ਮੁਹੱਬਤ ਦੇ ਨਾਲ ਉਹ ਸ਼ੁਰੂ ਹੁੰਦਾ ਹੈ ਕਿ ਧਰਤੀ ਤੇ ਅੰਬਰ ਦਾ ਪੈ ਗਿਆ ਝਗੜਾ, ਕੌਣ ਜਿੱਤੇ ਕੌਣ ਹਾਰੇ। ਅੰਬਰ ਤਾਂ ਆਖੇ ਮੈਂ ਅੱਜ ਹੀ ਬਰਸਾਂ, ਧਰਤੀ ਕਹੇ ਸੋਖ ਜਾਣਾ ਵੇਖ। ਸੋ ਮਤਲਬ ਜੇ ਅਸੀਂ ਇਸ ਮੈਟਾਫਰ ਨੂੰ ਸਮਝੀਏ, ਇੱਕ ਪਾਸੇ ਮੈਂ ਇਹਨੂੰ ਆਕਾਸ਼ ਤੇ ਜਿਹੜੀ ਧਰਤੀ ਆ ਦੋਹਾਂ ਨੂੰ ਔਰਤ ਤੇ ਮਰਦ ਦੇ ਇੱਕ ਮੈਟਾਫਰ ਵਜੋਂ ਜਦੋਂ ਸਮਝਦੀ ਆ, ਉਹਨਾਂ ਦੇ ਜਿਹੜੇ ਤਕਰਾਰਾਂ ਨੂੰ ਸਮਝਦੀ ਆ, ਉਹਨਾਂ ਦੀਆਂ ਜਿੱਦਾਂ ਨੂੰ ਸਮਝਦੀ ਆ, ਤੇ ਉਸ ਦੇ ਜਿਹੜੇ ਰਿਜ਼ਲਟ ਆ ਉਹ ਬਿਲਕੁਲ ਹੀ ਹੋਰ ਤਰ੍ਹਾਂ ਨਿਕਲਦੇ ਆ। ਮੈਨੂੰ ਲੱਗਦਾ ਇਹੋ ਜਿਹੇ ਕਿੰਨੇ ਹੀ ਲੋਕ ਗੀਤ ਨੇ ਜਿਹੜੇ ਸਾਡੀਆਂ ਦਾਦੀਆਂ ਨਾਨੀਆਂ ਜਾਂ ਪੜਨਾਨੀਆਂ ਪੜਦਾਦੀਆਂ ਨੇ ਘੜੇ, ਇਹ ਸਾਡੀ ਵਿਰਾਸਤ ਹੈ। ਤੇ ਜਿੱਥੋਂ ਤੱਕ ਜਦੋਂ ਹੁਣ ਅਸੀਂ ਵਿਸ਼ਿਸ਼ਟ ਗਾਇਕੀ ਦੇ ਵਿੱਚ ਆਉਂਦੇ ਆ, ਮਸਲਾ ਉਦੋਂ ਖੜਾ ਹੁੰਦਾ ਹੈ। ਇਸ ਤੋਂ ਪਹਿਲਾਂ ਇੰਨਾ ਝਗੜਾ ਨਹੀਂ ਸੀ। ਤੇ ਮਸਲਾ ਇਹ ਕਿ ਸਾਡੇ ਕੋਲੇ ਜਿਹੜੇ ਗੀਤਕਾਰ ਆਉਂਦੇ ਨੇ ਉਹ ਮੂਲ ਰੂਪ ਵਿੱਚ ਭਾਵੇਂ ਉਹ ਕਵਿਤਾਕਾਰੀ ਕਰਦੇ ਨੇ, ਧਨੀ ਰਾਮ ਚਾਤਰਿਕ ਸੀ, ਨੰਦ ਲਾਲ ਨੂਰਪੁਰੀ ਜੀ ਸੀ, ਇੰਦਰਜੀਤ ਹਸਨਪੁਰੀ ਜੀ ਸੀ, ਮੋਹਨ ਸਿੰਘ ਸੀ, ਸ਼ਿਵ ਕੁਮਾਰ ਸੀ। ਮਤਲਬ ਸਾਡੇ ਕੋਲੇ ਗੀਤ ਲਿਖਣ ਵਾਲੇ ਸਾਹਿਤ ਦੇ ਵਿੱਚ ਵਧੀਆ ਲੇਖਕ ਹੈਗੇ ਨੇ, ਤੇ ਹੁਣ ਵੀ ਵਧੀਆ ਜਿਹੜੇ ਗੀਤ ਹੈ ਉਹ ਲਿਖੇ ਜਾ ਰਹੇ ਨੇ, ਜਿਨ੍ਹਾਂ ਨੂੰ ਅਸੀਂ ਸਾਹਿਤ ਦੀ ਕੋਟੀ ਦੇ ਵਿੱਚ ਰੱਖ ਲੈਂਦੇ ਹਾਂ। ਮੈਨੂੰ ਐ ਲੱਗਦਾ ਕਿ ਜਿਹੜੇ ਗੀਤ ਹੈ ਇਹ ਤਾਂ ਸਾਰੇ ਹੀ ਸਾਹਿਤ ਦੀ ਕੋਟੀ ਦੇ ਵਿੱਚ ਆਉਂਦੇ ਆ। ਅਸੀਂ ਇਹਨਾਂ ਨੂੰ ਬਾਹਰ ਨਾ ਕੱਢੀਏ, ਚਾਹੇ ਉਹ ਪਪੂਲਰ ਗਾਇਕੀ ਹੀ ਕਿਉਂ ਨਾ ਹੋਈਏ। ਜੇ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਬਾਹਰ ਕੱਢ ਦਿਆਂਗੇ ਨਾ, ਤੇ ਉਹਨਾਂ ਤੋਂ ਨਾ ਉਹ ਜਿਹੜਾ ਕੁੰਡਾ ਅਸੀਂ ਛੱਡ ਦੇਵਾਂਗੇ। ਜਿੰਨਾ ਅਸੀਂ ਉਹਨਾਂ ਨੂੰ ਸਟੱਡੀ ਅਧੀਨ ਲਿਆਵਾਂਗੇ, ਓਨਾ ਹੀ ਸਾਡੀ ਉਹਨਾਂ ਸਾਰਿਆਂ ਕੁਛ ਤੇ ਨਜ਼ਰ ਰਹੇਗੀ। ਮਸਲਾ ਹੈ ਕਿ ਅਸੀਂ ਇਹ ਗੀਤ ਸਾਨੂੰ ਕਹਿੰਦੇ ਕੀ ਹੈ, ਅਸੀਂ ਉਹਨਾਂ ਨੂੰ ਸਮਝਣ ਦਾ ਯਤਨ ਕਰਨਾ ਹੈ। ਅੱਜ ਸਾਡੇ ਕੋਲੇ ਦੋ ਤਾਂ ਗੀਤਕਾਰ ਹੀ ਹੈਗੇ ਨੇ, ਤੇ ਤੀਸਰੇ ਸਾਡੇ ਕੋਲੇ ਗਾਇਕ ਵੀ ਹੈਗੇ, ਜਾਂ ਇਹ ਕਹਿ ਲਈਏ ਕਿ ਦੋ ਗਾਇਕ ਨੇ, ਇੱਕ ਗੀਤਕਾਰ ਤਾਂ ਪੂਰੇ ਸਥਾਪਤ ਨੇ ਸਾਡੇ ਕੋਲੇ ਟਵਾਣਾ ਸਾਹਿਬ ਤਾਂ ਜੀ। ਤੇ ਹੁਣ ਮਸਲਾ ਜਿਹੜਾ ਅੱਜ ਦਾ ਹੈ, ਇਹ ਜਿਹੜਾ ਪਹਿਲੀ ਪੱਧਰ ਤੇ ਤਾਂ ਕੋਈ ਰੌਲਾ ਨਹੀਂ ਸੀ। ਜਦੋਂ ਸਰੋਤਾ ਸਾਹਮਣੇ ਸੀ, ਸਾਹਮਣੇ ਹੀ ਸਰੋਤੇ ਨੇ ਦਾਤ ਦੇ ਦੇਣੀ ਆ, ਗਾਉਣ ਵਾਲਾ ਸਾਹਮਣੇ। ਜਦੋਂ ਗ੍ਰਾਮੋਫੋਨ ਸਾਹਮਣੇ ਆਉਂਦਾ ਨਾ, ਤੇ ਫਿਰ ਇਹ ਜਿਹੜੇ ਗੀਤ ਹੈ ਇਹ ਇੱਕ ਦਾਇਰੇ ਦੀ ਚੀਜ਼ ਨਾ ਰਹਿ ਕੇ ਸਾਡੇ ਬਨੇਰਿਆਂ ਤੇ ਵੱਜਣ ਲੱਗ ਗਏ। ਜਦੋਂ ਬਨੇਰਿਆਂ ਤੇ ਵੱਜਣ ਲੱਗ ਗਏ ਗੀਤ, ਉਦੋਂ ਵੀ ਇਹੋ ਜਿਹੀ ਸੀ ਜਿਹੋ ਜਿਹੇ ਅੱਜ ਦੇ ਗੀਤ ਹੈ। ਕਈ ਵਾਰ ਸਾਨੂੰ ਭੁਲੇਖਾ ਹੁੰਦਾ ਹੈ ਕਿ ਪੁਰਾਣੇ ਸਮਿਆਂ ਚ ਤਾਂ ਜੀ ਗੀਤ ਪਤਾ ਨਹੀਂ ਸਾਡੇ ਕਿਹੋ ਜਿਹੇ ਹੁੰਦੇ ਸੀ, ਅੱਜ ਪਤਾ ਨਹੀਂ ਸਾਡੇ ਗੀਤਾਂ ਦੇ ਵਿੱਚ ਕੀ ਹੋ ਗਿਆ, ਹੁਣ ਕੀ ਹੋਣ ਲੱਗ ਗਿਆ। ਹੁਣ ਸਾਡੇ ਕੋਲੇ ਜਿਹੜੇ ਸਾਧਨ ਹੈ ਇਹ ਇੰਨੇ ਜ਼ਿਆਦਾ ਹੋ ਗਏ ਟੈਕਨੋਲੋਜੀ ਨਾਲ, ਇਹ ਸਾਡੇ ਘਰਾਂ ਚ ਆ ਗਏ। ਘਰਾਂ ਦੇ ਵਿੱਚ ਸਾਡੇ ਕੋਲ ਇੱਕ ਆਪਸ਼ਨ ਹੈ ਕਿ ਟੈਲੀਵਿਜ਼ਨ ਤੇ ਆਉਂਦੇ ਗੀਤਾਂ ਨੂੰ ਅਸੀਂ ਬੰਦ ਕਰ ਦਈਏ। ਇੱਕ ਇਹ ਹੈ ਕਿ ਮਰਜ਼ੀ ਨਾਲ ਸੁਣ ਲਈਏ, ਅਸੀਂ ਆਪਣੇ ਫੋਨ ਦੇ ਵਿੱਚ ਮਰਜ਼ੀ ਦੇ ਗੀਤ ਸੁਣ ਸਕਦੇ ਹਾਂ। ਲੇਕਿਨ ਜਦੋਂ ਅਸੀਂ ਪਬਲਿਕ ਪਲੇਸਿਸ ਤੇ ਜਾਂਦੇ ਹਾਂ, ਚਾਹੇ ਉਹ ਬੱਸਾਂ 'ਚ ਵੱਜਦੇ ਹੋਣ, ਚਾਹੇ ਉਹ ਕਿਸੇ ਪਾਰਟੀਆਂ ਤੇ ਵੱਜਦੇ ਹੋਣ, ਚਾਹੇ ਵਿਆਹਾਂ ਤੇ ਵੱਜਦੇ ਹੋਣ, ਉੱਥੇ ਸਰੋਤੇ ਲਈ ਇੱਕ ਕੋਈ ਇਸ ਤਰ੍ਹਾਂ ਦੀ ਕੋਈ ਚੁਆਇਸ ਨਹੀਂ ਰਹਿੰਦੀ। ਹੁਣ ਮਸਲਾ ਪੈਦਾ ਹੁੰਦਾ ਹੈ ਕਿ ਸਾਡੇ ਕੋਲੇ ਪ੍ਰਵਾਨਗੀ ਕਿੰਨਾ ਚੀਜ਼ਾਂ ਦੀ ਹੈ ਗੀਤਾਂ ਦੇ ਵਿੱਚ। ਜੇ ਇੱਕ ਪਹਿਲੀ ਗੱਲ ਮੈਂ ਇੱਕ ਸਾਫ਼ ਕਰਦਾ ਕਿ ਸਾਨੂੰ ਐਂ ਲੱਗਦਾ ਹੁੰਦਾ ਵੀ ਸ਼ਾਇਦ ਗੀਤਕਾਰੀ ਦੇ ਵਿੱਚ ਬਹੁਤ ਨਿਘਾਰ ਆ ਗਿਆ। ਮੈਨੂੰ ਇਉਂ ਲੱਗਦਾ ਹੁੰਦਾ ਕਿ ਗੀਤ ਵੀ ਜਾਂ ਗੀਤਕਾਰੀ ਵੀ ਕੋਈ ਵੱਖਰੀ ਚੀਜ਼ ਨਹੀਂ ਹੈ, ਜਿਹੋ ਜਿਹਾ ਸਾਡਾ ਸਮਾਜ ਹੋਏ। ਮੈਂ ਵੀ ਇਸ ਇਸ਼ੂ ਤੇ ਗੱਲ ਕਰਦੇ ਆ ਥੋੜਾ ਜਿਹਾ। ਆਪਾਂ ਤੁਸੀਂ ਬਹੁਤ ਸੋਹਣੀ ਵਿਆਖਿਆ ਕੀਤੀ ਗੀਤ ਦੀ। ਮੈਂ ਥੋੜਾ ਜਿਹਾ ਮਨਪ੍ਰੀਤ ਵਾਲੇ ਪਾਸੇ ਆਉਣਾ, ਇਹਨਾਂ ਨੂੰ ਆਪਾਂ ਜੋੜਦੇ ਆ ਨਾਲ। ਠੀਕ ਹੈ ਮਨਪ੍ਰੀਤ ਜੀ, ਤੁਸੀਂ ਪਪੂਲਰ ਗੀਤਕਾਰੀ ਨੂੰ ਰਿਪਰੈਜ਼ੈਂਟ ਕਰਦੇ ਹੋ, ਪਰ ਤੁਹਾਡੀਆਂ ਜੜ੍ਹਾਂ ਕਿਤੇ ਨਾ ਕਿਤੇ ਸਾਹਿਤਕ ਗੀਤਕਾਰੀ ਚ ਪਈਆਂ ਨੇ। ਤੁਹਾਡੇ ਗੀਤ ਹੰਸਰਾਜ ਹੰਸ, ਹਾਕਮ ਸੂਫੀ, ਹਰਭਜਨ ਮਾਨ, ਬਲਕਾਰ ਸਿੱਧੂ ਤੇ ਹੋਰ ਬਹੁਤ ਅੱਛੇ ਗਾਇਕਾਂ ਨੇ ਗਾਏ ਨੇ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਲੀਕ ਕਦੋਂ ਕੀਤੀ ਗਈ ਕਿ ਅਸੀਂ ਇਹਨੂੰ ਦੋ ਕੈਟਾਗਰੀਆਂ ਚ ਵੰਡ ਲਿਆ? ਪਹਿਲਾਂ ਸਾਰਾ ਕੁਝ ਇੱਕੋ ਹੀ ਸੀ, ਇਹ ਪਪੂਲਰ ਗੀਤਕਾਰੀ ਵੱਖਰੀ ਕਦੋਂ ਜੇ ਹੋਣੀ ਸ਼ੁਰੂ ਹੋਈ ਹੈ? ਮਨਪ੍ਰੀਤ ਟਵਾਣਾ ਜੀ। ਡਾਕਟਰ ਸਾਹਿਬ, ਜਿਸ ਤਰ੍ਹਾਂ ਮੈਡਮ ਡਾਕਟਰ ਚਰਨਜੀਤ ਕੌਰ ਬਰਾੜ ਹੋਰਾਂ ਨੇ ਗੱਲ ਕੀਤੀ ਹੈ ਜੀ, ਕਾਫੀ ਮੈਂ ਮਤਲਬ ਜਿਵੇਂ ਕਹਿੰਦੇ ਆ ਉਹਨਾਂ ਦੇ ਨੁਕਤੇ ਜਿਹੜੇ ਉਹ ਮੇਰੇ ਮਨ 'ਚ ਉਹੀ ਚੱਲ ਰਹੇ ਆ ਜਿਹੜੇ ਉਹਨਾਂ ਨੇ ਬਿਲਕੁਲ ਗੱਲ ਕਹੀ ਹੈ। ਮੈਂ ਉਹਨਾਂ ਦੇ ਨਾਲ ਸਹਿਮਤ ਹਾਂ ਕਿ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਪਪੂਲਰ ਗੀਤਕਾਰੀ ਤੇ ਸਾਹਿਤਕ ਗੀਤਕਾਰੀ ਵੀ ਮੇਰੀਆਂ ਜੜ੍ਹਾਂ ਸਾਹਿਤਕ ਗੀਤਕਾਰੀ 'ਚ ਨੇ, ਮੈਂ ਪਪੂਲਰ ਨਾਲ ਜੁੜਿਆ ਹਾਂ। ਜਦੋਂ ਕਿ ਮੈਨੂੰ ਲੱਗਦਾ ਹੁੰਦਾ ਕਿ ਮੈਂ ਸਿਰਫ ਗੀਤਕਾਰੀ ਨਾਲ ਹੀ ਜੁੜਿਆ ਹੋਇਆ, ਮੈਂ ਕੋਈ ਮਨ ਦੇ ਵਿੱਚ ਕੋਈ ਫਰੇਮ ਜਾਂ ਕੋਈ ਚੌਕਟਾ ਨਹੀਂ ਬਣਾਇਆ ਜਾਂ ਕੋਈ ਇੱਕ ਸੀਮਾ ਨਹੀਂ ਬਣਾਈ, ਕਿਉਂਕਿ ਮੇਰਾ ਜਿਸ ਤਰ੍ਹਾਂ ਦੀ ਮੇਰੀ ਪਰਵਰਿਸ਼ ਹੋਈ ਜਾਂ ਜਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਮੈਂ ਵਿਚਰਿਆ, ਤਾਂ ਉਹਦੇ ਵਿੱਚੋਂ ਹੀ ਮੈਂ ਜਦੋਂ ਲਿਖਦਾ ਸੀ ਤਾਂ ਲਿਖਣ ਦੇ ਨਾਲ ਉਹ ਕਿਹੜੀ ਵਿਧਾ ਅਮਲ ਕਿਹੜੀ ਧਾਰਾ ਵੱਲ ਮੈਂ ਵਹਿ ਰਿਹਾ, ਮੈਂ ਕੋਈ ਸੁਚੇਤ ਤੌਰ ਤੇ ਇਹ ਨਹੀਂ ਕੀਤਾ ਕਿ ਸਿਰਫ ਇਹ ਗੱਲ ਕਰਨੀ ਹੈ ਜਾਂ ਇੱਦਾਂ ਨਾ।
ਮੈਨੂੰ ਇਹ ਮਹਿਸੂਸ ਹੁੰਦਾ ਕਿ ਜਿਹੜੀ ਇਹ ਤੁਸੀਂ ਗੱਲ ਕੀਤੀ ਕਿ ਲੀਕ ਕਿੱਥੋਂ ਹੋਈ। ਜਦੋਂ ਸਾਡੀ ਗਾਇਕੀ ਪਹਿਲਾਂ ਪਿੰਡ ਤੋਂ ਬਾਹਰ ਹੈ, ਉਸ ਤੋਂ ਬਾਅਦ ਹੌਲੀ ਹੌਲੀ ਪਿੰਡ ਦੀ ਸੱਥ 'ਚ ਪਹੁੰਚ ਜਾਂਦੀ ਹੈ, ਪਿੰਡ ਦੀ ਸੱਥ ਤੋਂ ਪਹੁੰਚਦੀ ਫਿਰ ਸਾਡੇ ਘਰਾਂ ਦੇ ਵਿੱਚ ਪਹੁੰਚ ਜਾਂਦੀ ਹੈ, ਘਰਾਂ ਦੇ ਵਿੱਚੋਂ ਪਹੁੰਚਦੀ ਸਾਡੇ ਸੌਣ ਵਾਲੇ ਕਮਰਿਆਂ ਤੱਕ, ਬੈਡਰੂਮ ਤੱਕ ਪਹੁੰਚ ਜਾਂਦੀ ਹੈ, ਟੀਵੀ ਦੇ ਮਾਧਿਅਮ ਰਾਹੀਂ, ਫੋਨ, ਅੱਜ ਕੱਲ੍ਹ ਫੋਨਸ ਦੇ ਰਾਹੀਂ। ਜਦੋਂ ਗਾਇਕੀ ਕਮਰਸ਼ੀਅਲ ਹੁੰਦੀ ਹੈ, ਵਪਾਰਕ ਜੁੜਦੀ ਹੈ, ਜਦੋਂ ਇੱਕ ਸਮਾਂ ਸੀ ਜਦੋਂ ਬਹੁਤ ਮਤਲਬ ਜਿਹਦੇ ਸਾਧਨ ਹੈ ਨਹੀਂ ਸੀ, ਗ੍ਰਾਮੋਫੋਨ ਤੋਂ ਪਹਿਲਾਂ ਦੀ ਗੱਲ, ਗ੍ਰਾਮੋਫੋਨ ਆਉਂਦਾ ਤਾਂ ਗ੍ਰਾਮੋਫੋਨ ਦੇ ਵੇਲੇ ਪੰਜਾਬੀ ਗਾਇਕੀ ਜਿਹੜੀ ਆ ਉਹ ਇੱਕ ਵਪਾਰਕ ਪੱਖ ਨੂੰ ਛੂਹਦੀ ਹੈ ਜਾਂ ਵਪਾਰਕ ਲੀਹਾਂ ਤੇ ਤੁਰਨਾ ਸ਼ੁਰੂ ਕਰ ਦਿੰਦੀ ਹੈ। ਉਸ ਤੋਂ ਬਾਅਦ ਫਿਰ ਹੌਲੀ ਹੌਲੀ ਐਸਾ ਦੌਰ ਆਉਂਦਾ ਕਿ ਕਿਉਂਕਿ ਜਿਹੜੇ ਗੀਤ ਨੇ ਉਹ ਸਰਲ ਭਾਸ਼ਾ 'ਚ ਉਹ ਆਮ ਲੋਕਾਂ ਦੀ ਪਹੁੰਚ ਤੱਕ ਜਾਂ ਜਨ ਸਧਾਰਨ ਤੱਕ ਪਹੁੰਚਦੇ ਆ, ਔਰ ਉਹਨਾਂ ਦੀ ਗੱਲ ਕਰਦੇ ਆ, ਔਰ ਉਹਨਾਂ ਦੇ ਮਸਲਿਆਂ ਦੀ ਗੱਲ ਕਰਦੇ ਆ। ਮਸਲੇ ਉਹ ਨਿੱਜੀ ਵੀ ਹੋ ਸਕਦੇ ਆ, ਮਸਲੇ ਉਹ ਸਮੂਹਿਕ ਰੂਪ ਦੇ ਵਿੱਚ ਸਮਾਜਿਕ ਵੀ ਹੋ ਸਕਦੇ ਆ। ਫਿਰ ਜਿਹੜਾ ਇੱਕ ਸਾਡਾ ਚੇਤਨ ਵਰਗ ਹੈ, ਜਿਹੜਾ ਸਾਹਿਤਿਕ ਵਰਗ ਹੈ, ਉਹਨਾਂ ਨੂੰ ਮਹਿਸੂਸ ਹੁੰਦਾ ਕਿ ਜਿਹੜੀ ਇਹ ਜਿਸ ਪਾਸੇ ਨੂੰ ਵਹਿ ਤੁਰੀ ਗਾਇਕੀ, ਉਹ ਫਿਰ ਦੋ ਧਾਰਾਵਾਂ ਸ਼ੁਰੂ ਹੁੰਦੀਆਂ ਮਹਿਸੂਸ ਹੁੰਦੀਆਂ ਉੱਥੇ। ਇੱਕ ਗੰਭੀਰ ਪਾਠਕ, ਚਿੰਤਕ, ਲੇਖਕ, ਇੱਕ ਉਸ ਪਾਸੇ ਨੂੰ ਧਾਰਾ ਮੁੜਨੀ ਸ਼ੁਰੂ ਹੁੰਦੀ ਹੈ। ਦੂਸਰੇ ਪਾਸੇ ਜਿਹੜੀ ਆ ਉਹ ਪਾਪੂਲਰ ਗਾਇਕੀ ਵਾਲੇ ਪਾਸੇ ਨੂੰ, ਚਾਹੇ ਉਹ ਲਿਖਣ ਵਾਲੇ ਹੈ, ਚਾਹੇ ਉਹ ਗਾਉਣ ਵਾਲੇ ਹੈ, ਉਸ ਪਾਸੇ ਨੂੰ ਤੁਰਨੀ ਸ਼ੁਰੂ ਕਰ ਦਿੱਤੀ ਹੈ। ਜਦੋਂ ਕਿ ਜੇ ਇਸ ਤੋਂ ਪਹਿਲਾਂ ਜਿਸ ਤਰ੍ਹਾਂ ਮੈਡਮ ਬਰਾੜ ਨੇ ਲੋਕ ਗੀਤਾਂ ਦਾ ਹਵਾਲਾ ਦਿੱਤਾ, ਲੋਕ ਗੀਤਾਂ ਦੇ ਵਿੱਚ ਆਪਣੇ ਆਪ ਦੇ ਵਿੱਚ ਏਡੀ ਵੱਡੀ ਗੰਭੀਰਤਾ ਹੈ, ਔਰ ਇੰਨੀ ਬਾਰੀਕ ਬੀਨੀ ਹੈ, ਔਰ ਏਡੀਆਂ ਸੂਖਮ ਗੱਲਾਂ ਨੇ, ਔਰ ਐਸੇ ਸੂਖਮ ਜਜ਼ਬਾਤ ਲੋਕ ਗੀਤਾਂ ਦੇ ਜ਼ਰੀਏ ਹੁੰਦੇ ਆ। ਮੈਂ ਇੱਕ ਥਾਂ ਤੇ ਮੈਂ ਕਿਤੇ ਪੜ੍ਹਿਆ ਸੀਗਾ ਕਿ ਜੇਠ ਜਠਾਣੀ ਮੰਜੇ ਤੇ ਬਹਿੰਦੇ ਤੈਨੂੰ ਦਿੰਦੇ ਪੀੜੀ, ਜੇਠ ਜਠਾਣੀ ਮੰਜੇ ਤੇ ਬਹਿੰਦੇ ਤੈਨੂੰ ਦਿੰਦੇ ਪੀੜੀ, ਵੇ ਅੰਨ੍ਹਿਆ ਅਕਲ ਦਿਆ ਤੈਨੂੰ ਸਮਝਦੇ ਸੀ। ਹੁਣ ਤੁਸੀਂ ਇਸ ਗੱਲ 'ਚ ਦੇਖੋ ਕਿ ਸਰਲ ਭਾਸ਼ਾ 'ਚ ਕਿੱਡੀ ਵੱਡੀ ਇੱਕ ਆਪਣੇ ਆਪ ਉਸ ਹਾਲਾਤ ਨੂੰ ਉਸ ਲੋਕ ਗੀਤ ਦੇ ਜ਼ਰੀਏ ਬਾਹਰ ਆਈ ਹੈ। ਸੋ ਇਹ ਗੱਲ ਨਹੀਂ ਕਿ ਗੀਤ ਜਾਂ ਲੋਕ ਗੀਤ ਸਾਡੇ ਗੰਭੀਰ ਨਹੀਂ ਹੁੰਦੇ, ਗੀਤਾਂ ਦੇ ਵਿੱਚ ਬਹੁਤ ਵੱਡੀ ਗੰਭੀਰਤਾ ਹੈ। ਜਿਹੜੇ ਇਹ ਦੋ ਧਾਰਾਵਾਂ ਵਹਿਣੀਆਂ ਸ਼ੁਰੂ ਹੋ ਗਈਆਂ, ਇਹ ਜਿਹੜਾ ਹੈ ਇੱਕ ਬਹੁਤ ਵੱਡਾ ਇੱਕ ਚਿੰਤਾਜਨਕ ਮਸਲਾ ਸਾਡੇ ਲਈ। ਜਿਸ ਤਰ੍ਹਾਂ ਮੈਡਮ ਬਰਾੜ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਬਿਲਕੁਲ ਕਿ ਲਿਖਣ ਵਾਲਾ ਲਿਖਣ ਵਾਲਾ ਹੀ ਹੁੰਦਾ। ਜੇ ਮੈਂ ਕੋਈ ਦੋ ਚਾਰ ਸਾਹਿਤਿਕ ਰੰਗ ਦੇ ਗੀਤ ਲਿਖ ਲਏ ਤਾਂ ਮੈਂ ਇਹ ਨਹੀਂ ਹੋਇਆ ਕਿ ਮੈਂ ਸਿਰਫ ਸਾਹਿਤਿਕ ਰੰਗ ਦੇ ਗੀਤ ਲਿਖਣ ਵਾਲਾ ਹੀ ਗੀਤਕਾਰ ਹਾਂ, ਜਾਂ ਮੈਂ ਪਾਪੂਲਰ ਗਾਇਕੀ ਦੇ ਨਾਲ ਜੁੜ ਕੇ ਜੇ ਮੈਂ ਕੁਝ ਮੇਰੇ ਗੀਤ ਰਿਕਾਰਡ ਹੋ ਗਏ ਤਾਂ ਇਹ ਮੈਂ ਜ਼ਰੂਰੀ ਨਹੀਂ ਕਿ ਮੈਂ ਪਾਪੂਲਰ ਗਾਇਕੀ ਦੇ ਨਾਲ ਹੀ ਜੁੜਿਆ। ਮਸਲਾ ਕੀ ਹੈ ਕਿ ਬਹੁਤ ਸਾਰੀਆਂ ਗੱਲਾਂ ਗਲੋਬਲਾਈਜੇਸ਼ਨ ਕਰਕੇ ਬਹੁਤ ਸਾਰੀਆਂ ਗੱਲਾਂ ਦੇ ਸਾਡੇ ਤੇ ਪ੍ਰਭਾਵ ਸ਼ੁਰੂ ਹੋਏ, ਸਾਡੇ ਜੀਵਨ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਦੇ ਪ੍ਰਭਾਵ ਨੇ। ਉਹਦੀ ਰਿਫਲੈਕਸ਼ਨ ਵਜੋਂ ਗਾਇਕੀ ਗੀਤਕਾਰੀ ਦੇ ਵਿੱਚ ਜਿਹੜਾ ਰੰਗ ਆ ਰਿਹਾ, ਜੇ ਹੁਣ ਖੂਹਾਂ ਦਾ ਜ਼ਿਕਰ ਸੀ ਤਾਂ ਪਹਿਲਾਂ ਖੂਹਾਂ ਦਾ, ਜੇ ਖੂਹ ਸੀ ਤਾਂ ਖੂਹਾਂ ਦਾ ਜ਼ਿਕਰ ਸੀ। ਜੇ ਹੁਣ ਅੱਜ ਕੱਲ੍ਹ ਦੇ ਸਾਧਨਾਂ ਦੀ ਗੱਲ ਆ ਰਹੀ ਹੈ ਤਾਂ ਉਹਨਾਂ ਸਾਧਨਾਂ ਦਾ ਜ਼ਿਕਰ ਜ਼ਰੂਰ ਹੈ, ਲੇਕਿਨ ਮੈਨੂੰ ਲੱਗਦਾ ਹੁੰਦਾ ਕਿ ਜਿਹੜੀ ਕੁਝ ਗੀਤ ਮਾੜੇ ਆ ਰਹੇ ਆ, ਬਹੁਤ ਜ਼ਿਆਦਾ ਗੀਤ ਚੰਗੇ ਆ ਰਹੇ ਆ। ਜਦੋਂ ਕਿ ਚੰਗਿਆਂ ਬਾਰੇ ਗੱਲ ਘੱਟ ਹੋ ਰਹੀ ਹੈ, 2-4% ਜਿਹੜੇ ਮਾੜੇ ਗੀਤ ਨੇ ਉਹਨਾਂ ਦੇ ਬਾਰੇ ਇੰਨਾ ਜ਼ਿਆਦਾ ਜ਼ਿਕਰ ਹੁੰਦਾ, ਹਰ ਬੰਦਾ ਉਹਦੇ ਬਾਰੇ ਇੰਨਾ ਜ਼ਿਆਦਾ ਜ਼ਿਕਰ ਕਰਦਾ ਕਿ ਮਹਿਸੂਸ ਹੋਣ ਲੱਗ ਜਾਂਦਾ ਚੰਗੇ ਦਬਕੇ ਰਹਿ ਜਾਂਦੇ। ਜਦੋਂ ਕਿ ਹੁਣ ਨੌਜਵਾਨਾਂ ਦੀ ਗੱਲ ਮਤਲਬ ਜੇ ਆਪਾਂ ਲੈ ਲਈਏ, ਅੱਜ ਕੱਲ੍ਹ ਛੋਟੀ ਉਮਰ ਦੇ ਮੁੰਡੇ ਬਹੁਤ ਸੋਹਣਾ ਲਿਖਦੇ ਆ, ਕਈ ਬਹੁਤ ਸੋਹਣਾ ਗਾਉਂਦੇ ਆ। ਮਤਲਬ ਜ਼ਰੂਰੀ ਇਹ ਨਹੀਂ ਹੈ ਕਿ ਹੁਣ ਜੋ ਕੁਝ ਹੋ ਰਿਹਾ ਉਹੀ ਗਲਤ ਹੈ, ਜੇ ਪਹਿਲਾਂ ਸਾਰਾ ਕੁਝ ਸੀ ਉਹ ਸਹੀ ਸੀ। ਪਹਿਲਾਂ ਵੀ ਬੰਬੀਆਂ ਤੇ ਜਾ ਕੇ ਲੋਕ ਗੀਤ ਸੁਣਦੇ ਸੀ। ਪ੍ਰੀਤ, ਤੁਹਾਡੇ ਨਾਲ ਜੁੜਦੇ ਹਾਂ ਅਸੀਂ। ਤੁਸੀਂ ਕਿਉਂਕਿ ਗੀਤਾਂ ਤੇ ਬਹੁਤ ਸਾਰਾ ਕੰਮ ਕੀਤਾ ਹੈ, PhD ਵੀ ਤੁਸੀਂ ਹੁਣ ਕਰ ਰਹੇ ਹੋ ਗੀਤਾਂ ਦੇ ਉੱਤੇ। ਤੁਸੀਂ ਇਹ ਦੱਸੋ ਕਿ ਪਹਿਲਾਂ ਜਿਹੜੇ ਸਾਡੇ ਸਾਰੇ ਗੀਤ ਸੀ, ਚਾਹੇ ਉਹ ਵਾਰਿਕ ਸ਼ਾਹ ਦੀ ਹੀਰ ਸੀ, ਚਾਹੇ ਸਾਡੇ ਲੋਕ ਗੀਤ ਜਿਨ੍ਹਾਂ ਦੀ ਹੁਣ ਸਾਡੇ ਪੈਨਲਿਸਟ ਨੇ ਗੱਲ ਕੀਤੀ ਹੈ, ਤੇ ਚਾਹੇ ਉਹ ਕਵਿਸ਼ਰੀਆਂ ਸੀ, ਕਿੱਸੇ ਸੀ, ਉਹ ਸਾਰੇ ਪੜ੍ਹੇ ਜਾਣ ਵਾਲੇ ਤੇ ਲਿਖੇ ਜਾਣ ਵਾਲੇ ਤੇ ਸੁਣੇ ਜਾਣ ਵਾਲੇ ਇੱਕੋ ਜਿਹੇ ਗੀਤ ਸੀ। ਪਰ ਹੌਲੀ ਹੌਲੀ ਇਹ ਕਦੋਂ ਵਾਪਰਨਾ ਸ਼ੁਰੂ ਹੋਇਆ ਕਿ ਕੁਝ ਗੀਤ ਲਿਖੇ ਜਾਣ ਵਾਲੇ ਤੇ ਪੜ੍ਹੇ ਜਾਣ ਵਾਲੇ ਹੋ ਗਏ ਤੇ ਕੁਝ ਗਾਏ ਜਾਣ ਵਾਲੇ ਗੀਤ ਹੋ ਗਏ। ਇਹਦੇ ਬਾਰੇ ਪ੍ਰੀਤ ਕੀ ਕਹਿਣਾ ਚਾਹੋਗੇ ਤੁਸੀਂ? ਪ੍ਰੀਤ ਸੰਗਰੇੜੀ ਜੀ। ਮੇਰੇ ਖਿਆਲ ਦੇ ਪ੍ਰੀਤ ਸੰਗਰੇੜੀ ਕਿਤੇ ਡਿਸਕਨੈਕਟ ਆਪਣੇ ਨਾਲ ਹੋਏ ਨੇ। ਚਰਨਜੀਤ ਬਰਾੜ ਮੈਡਮ, ਮੈਂ ਤੁਹਾਡੇ ਤੋਂ ਇਹੀ ਸਵਾਲ ਕਰਨਾ ਚਾਹੁੰਦਾ ਕਿ ਹੁਣ ਜਿਹੜੇ ਗੀਤ ਨੇ। ਹਾਂਜੀ ਸਰ। ਕੀ ਕਹਿਣਾ ਚਾਹੋਗੇ ਇਹਦੇ ਬਾਰੇ?
ਹਾਂਜੀ ਸਰ, ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਕਿ ਮੈਨੂੰ ਤੁਸੀਂ ਇਸ ਵਿੱਚ ਸ਼ਾਮਲ ਕੀਤਾ, ਤੇ ਬਾਕੀ ਸਾਰੇ ਮੇਰੇ ਸੀਨੀਅਰ ਨੇ, ਡਾਕਟਰ ਕੁਲਦੀਪ ਜੀ, ਮੈਡਮ ਸੋਹਲ ਜੀ, ਤੇ ਮੈਡਮ ਚਰਨਜੀਤ ਜੀ ਜਿੱਥੇ ਮੈਂ PhD ਕਰਦਾ, ਡਾਕਟਰ ਰਾਜਵੰਤ ਕੌਰ ਪੰਜਾਬੀ ਮੈਡਮ ਕੋਲ, ਤੇ ਟਿਵਾਣਾ ਸਾਹਿਬ ਹੋਵੇ, ਬਰਾੜ ਸਾਹਿਬ ਹੋਵੇ, ਗੁਰਵਿੰਦਰ ਬਰਾੜ ਜੀ, ਸਾਰੇ ਮੇਰੇ ਸੀਨੀਅਰ ਨੇ। ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਪ੍ਰਵਾਨ ਕਰਨੀ। ਤੇ ਬਾਕੀ ਜਿਹੜੇ ਮੈਂ ਸੋਚਦਾ ਜੀ, ਦੇਖੋ ਟਿਵਾਣਾ ਸਾਹਿਬ ਨੇ ਜਿਹੜੀਆਂ ਗੱਲਾਂ ਕਹੀਆਂ ਮੈਂ ਬਿਲਕੁਲ ਸਹਿਮਤ ਹਾਂ। ਮੈਡਮ ਚਰਨਜੀਤ ਜੀ ਨੇ ਗੱਲਾਂ ਜੋ ਕਹੀਆਂ ਉਹੀ ਮੈਂ ਸੋਚਦਾ ਗੱਲਾਂ, ਕਿ ਜਿਹੜੀ ਇਹ ਆ ਵੀ ਪਾਪੂਲਰ ਗੀਤਕਾਰੀ ਜਾਂ ਸਾਹਿਤਕ ਗੀਤਕਾਰੀ ਇਹ ਕੋਈ ਹੁਣੇ ਹੀ ਵੱਖ ਨਹੀਂ ਹੋਈ, ਤੇ ਇਹ ਸ਼ੁਰੂ ਤੋਂ ਹੀ ਆ। ਪਰ ਇਹ ਹੈਗਾ ਵੀ ਪਹਿਲਾਂ ਇੰਨੇ ਸਾਧਨ ਨਹੀਂ ਹੁੰਦੇ ਸੀ, ਜੋ ਜਿਹਨੂੰ ਜਿਵੇਂ ਪਹਿਲਾਂ ਇੱਕ ਜਲੰਧਰ ਦੂਰਦਰਸ਼ਨ ਹੁੰਦਾ ਸੀ ਚੈਨਲ ਆਪਣਾ, ਜਾਂ DD1 ਹੁੰਦਾ ਸੀ, ਜੋ ਉਹ ਦਿਖਾਉਂਦੇ ਸੀ ਲੋਕ ਉਹ ਦੇਖਦੇ ਸੀ, ਹਨਾ। ਹੁਣ ਚੁਆਇਸ ਆ ਗਈ ਵੀ ਅਸੀਂ ਕੀ ਦੇਖਣਾ। ਹੁਣ ਤਾਂ ਚੈਨਲਾਂ ਤੋਂ ਉੱਪਰ ਵੀ ਚੁਆਇਸ ਆ ਗਈ ਵੀ YouTube ਤੇ ਕੋਈ ਚੀਜ਼ ਸਰਚ ਕਰੋ। ਤੇ ਪਹਿਲਾਂ ਜਿਹੜਾ ਦੌਰ ਸੀਗਾ ਉਹਦੇ ਵਿੱਚ ਉਹੀ ਚੀਜ਼ ਜੋ ਸੁਣਾਉਂਦੇ ਸੀ ਉਹ ਸੁਣਦੇ ਸੀ, ਪਹਿਲਾਂ ਆਪਸ਼ਨ ਨਹੀਂ ਸੀ। ਹੁਣ ਆਪਸ਼ਨ ਆ ਗਏ, ਤੇ ਜਿਹੜਾ ਕਮਰਸ਼ੀਜ਼ਮ ਜਾਂ ਮਤਲਬ ਜੋ ਪਾਪੂਲਰ ਗੀਤਕਾਰੀ ਗਾਇਕੀ ਹੈ, ਇਹ ਤਾਂ ਲੋਕ ਪਹਿਲਾਂ ਤੋਂ ਹੀ ਚਾਹੁੰਦੇ ਆ, ਪਸੰਦ ਕਰਦੇ ਆ। ਪਹਿਲਾਂ ਮੌਕੇ ਨਹੀਂ ਸੀ ਉਦਾਂ ਦੇ, ਮੈਂ ਸੋਚਦਾ ਇਹ ਗੱਲ। ਤੇ ਹਾਂਜੀ ਚਰਨਜੀਤ ਬਰਾੜ ਮੈਡਮ, ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਕੁਝ ਗੀਤ ਇਕੱਲੇ ਲਿਖ ਕੇ ਪੜ੍ਹੇ ਜਾਣ ਵਾਲੇ ਬਣ ਗਏ, ਤੇ ਕੁਝ ਗੀਤ ਲਿਖ ਕੇ ਗਾਏ ਜਾਣ ਵਾਲੇ ਬਣ ਗਏ। ਬਹੁਤ ਸਾਰੇ ਗੀਤ ਕਿਤਾਬਾਂ ਦੇ ਵਿੱਚ ਕੈਦ ਹੋ ਗਏ, ਤੇ ਬਹੁਤ ਸਾਰੇ ਗੀਤ ਲੋਕਾਂ ਦੀ ਜ਼ੁਬਾਨ ਤੇ ਆ ਗਏ ਉਹ ਟੈਕਨੀਕ ਦੇ ਮਾਧਿਅਮ ਨਾਲ। ਇਹ ਫਰਕ ਕਿੱਥੇ ਪੈ ਗਿਆ? ਅਸਲ ਦੇ ਵਿੱਚ ਨਾ ਜੀ, ਜਿਹੜਾ ਗੀਤ ਹੈ ਉਹ ਅੱਜ ਕੱਲ ਸੁਣਨ ਦੀ ਬਜਾਏ ਦੇਖਣ ਵਾਲੀ ਚੀਜ਼ ਵੱਧ ਬਣਦਾ ਜਾ ਰਿਹਾ ਹੈ। ਇਹ ਗੱਲ ਤਾਂ ਪਹਿਲਾਂ ਸਾਨੂੰ ਸਮਝਣੀ ਪਊਗੀ। ਦੂਜੀ ਗੱਲ ਨਾ, ਜਿਹੜੀ ਆਪਾਂ ਵਾਰ-ਵਾਰ ਜਿਹੜੇ ਮੁੱਦੇ ਤੇ ਆਉਣਾ ਚਾਹੁੰਦੇ ਆ, ਜਿਹੜੀ ਮੈਨੂੰ ਲੱਗਦਾ ਹੈ ਵੀ ਜੇ ਪਾਪੂਲਰ ਜਿਹੜੀ ਗਾਇਕੀ ਹੈ ਸਾਡੀ, ਸਾਨੂੰ ਇਤਰਾਜ਼ ਉਹਨਾਂ ਕਿਹੜੀਆਂ ਗੱਲਾਂ ਤੇ ਹੈ। ਮੈਨੂੰ ਇਉਂ ਲੱਗਦਾ ਹੈ ਕਿ ਜੇ ਸਾਡੇ ਸਮਾਜ ਦੇ ਵਿੱਚ ਉਹ ਭੈੜ ਪਏ ਨੇ, ਉਹ ਚੀਜ਼ਾਂ ਪਈਆਂ ਨੇ, ਤੁਸੀਂ ਲੱਖ ਕੋਸ਼ਿਸ਼ ਕਰ ਲਓ, ਗੀਤਾਂ ਦੇ ਵਿੱਚ ਉਹ ਚੀਜ਼ਾਂ ਆਉਣਗੀਆਂ ਹੀ ਆਉਣਗੀਆਂ। ਹੁਣ ਮਸਲਾ ਇਹ ਹੁੰਦਾ ਵੀ ਕੀ ਸਾਰੇ ਭੈੜੇ ਗੀਤ ਲਈ, ਜਿਵੇਂ ਟਿਵਾਣਾ ਸਾਹਿਬ ਨੇ ਕਿਹਾ ਸੀ, ਭੈੜੇ ਗੀਤ ਲਿਖੇ ਜਾ ਰਹੇ ਆ? ਨਹੀਂ, ਇਹੋ ਜਿਹੀ ਗੱਲ ਨਹੀਂ, ਸਾਰਾ ਕੁਝ ਲਿਖਿਆ ਜਾ ਰਿਹਾ। ਤੇ ਮੈਨੂੰ ਇਉਂ ਲੱਗਦਾ ਹੈ ਕਿ ਸਾਡੇ ਸਮਾਜ ਦੇ ਵਿੱਚ ਸਾਰਾ ਹੀ ਕੁਝ ਪ੍ਰਵਾਨ ਹੋ ਰਿਹਾ ਹੈ। ਮਤਲਬ ਕੋਈ ਇੱਥੇ ਇਨਕਲਾਬੀ ਗੀਤ ਵੀ ਪ੍ਰਵਾਨ ਹੋ ਰਹੇ ਨੇ, ਇੱਥੇ ਮੁਹੱਬਤੀ ਗੀਤ ਵੀ ਪ੍ਰਵਾਨ ਹੋ ਰਹੇ ਨੇ, ਇੱਥੇ ਢਿੰਗੋਜੋਰੀ ਵਾਲੇ ਗੀਤ ਵੀ ਪ੍ਰਵਾਨ ਹੋ ਰਹੇ ਨੇ, ਇੱਥੇ ਗੈਂਗਸਟਰਾਂ ਨੂੰ ਪ੍ਰਮੋਟ ਕਰਦੇ ਗੀਤ ਵੀ ਪ੍ਰਵਾਨ ਹੋ ਰਹੇ ਨੇ। ਹੋਰ ਤਾਂ ਹੋਰ, ਕਈ ਵਾਰ ਨਾ ਬੜੀ ਹਾਸੋਹੀਣੀ ਵਾਲੀ ਗੱਲ ਲੱਗਦੀ ਹੈ ਕਿ ਜਿਨ੍ਹਾਂ ਦੇ ਵਿੱਚ ਆਪਾਂ ਕਹਿ ਲਈਏ ਨਾ ਤਾਂ ਉਹ ਗਾਇਕ ਨੇ ਕਦੇ ਰਹੇ, ਤੇ ਨਾ ਹੀ ਉਹ ਕੋਈ ਗੀਤ ਬਣਦੇ ਨੇ। ਇੱਥੋਂ ਤੇ ਆਪਾਂ ਕਹਿ ਲਈਏ ਕਿ ਨੀਟੂ ਸ਼ਟਰਾਂ ਵਾਲੇ ਦਾ ਤੁਸੀਂ ਦੇਖਿਆ ਹੋਣਾ, ਇੱਕ ਮੈਨੂੰ ਲੱਗਦਾ ਇੱਕ ਵਿਊ ਦੀ ਜਿਹੜੀ ਖੇਡ ਬਣਦੀ ਜਾ ਰਹੀ ਹੈ ਨਾ, ਕਿ ਕਈ ਵਾਰ ਅਸੀਂ ਸਮਾਜ ਦੀਆਂ ਉਹਨਾਂ ਨਜ਼ਰਾਂ ਨੂੰ ਆਪਣੇ ਵੱਲ ਖਿੱਚਣ ਦੇ ਲਈ, ਵਿਊ ਕ੍ਰੀਏਟ ਕਰਨ ਦੇ ਲਈ ਕੋਈ ਇੱਕ ਖਲਬਲੀ ਜੀ ਮਚਾਉਣ ਦਾ ਜਿਹੜਾ ਇੱਕ ਰੁਝਾਨ ਨਵਾਂ ਪੈਦਾ ਹੋ ਰਿਹਾ। ਵੈਸੇ ਤਾਂ ਕਾਫੀ ਰੁਝਾਨ ਨੇ, ਸਾਨੂੰ ਰੁਝਾਨਾਂ ਬਾਰੇ ਉਹ ਗੱਲ ਕਰਨੀ ਚਾਹੀਦੀ ਹੈ ਕਿ ਸਾਡੀ ਗਾਇਕੀ ਦੇ ਵਿੱਚ ਤੇ ਸਾਡੀ ਗੀਤਕਾਰੀ ਦੇ ਵਿੱਚ ਰੁਝਾਨ ਅੱਜ ਕੱਲ ਕਿਹੜੇ ਚੱਲ ਰਹੇ ਨੇ। ਇਹਦੇ ਬਾਰੇ ਵੀ ਗੱਲ ਕਰਾਂਗੇ, ਬਿਲਕੁਲ ਬਹੁਤ ਵਧੀਆ ਸਾਰਾ ਕੁਝ ਚੱਲ ਰਿਹਾ, ਆਪਾਂ ਉਹਦੇ ਬਾਰੇ ਵੀ ਗੱਲ ਕਰਾਂਗੇ ਕਿ ਇੱਥੇ ਤੇ ਜੇ ਸਾਨੂੰ ਜਿਹੜਾ ਕਿ ਗਾਇਕ ਨਹੀਂ, ਨਾ ਹੀ ਉਹ ਗੀਤਕਾਰ ਹੈ, ਨੀਟੂ ਸ਼ਟਰਾਂ ਵਾਲਾ ਵੀ ਪ੍ਰਵਾਨ ਹੈ, ਤੇ ਉਹਦੇ ਵਿੱਚ ਦੇਖੋ ਇੰਨੇ ਲੋਕੀ ਕਹਿੰਦੇ ਕਿ ਵਿਊ ਲੈ ਗਿਆ, ਲਓ ਤੁਸੀਂ ਜ਼ਰੂਰ ਸੁਣੋ। ਤੇ ਮੈਨੂੰ ਸਮਝ ਨਹੀਂ ਪੈਂਦੀ ਵੀ ਅਸੀਂ ਗੀਤ ਸੁਣ ਰਹੇ ਹਾਂ, ਅਸੀਂ ਕੀ ਕਰ ਰਹੇ ਹਾਂ, ਅਸੀਂ ਕਰ ਕੀ ਰਹੇ ਹਾਂ। ਸਾਡਾ ਜਿਹੜਾ ਪੰਜਾਬੀ ਸਮਾਜ ਹੈ, ਮੈਨੂੰ ਲੱਗਦਾ ਹੈ ਇਹ ਇੱਕ ਖਾਸ ਹੀ ਮਨੋਦਸ਼ਾ ਦੇ ਵਿੱਚੋਂ ਲੰਘ ਰਿਹਾ ਹੈ। ਹੁਣ ਦਾ ਜਿਹੜਾ ਸਮਾਂ ਹੈ ਨਾ, ਸਾਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਕਿ ਸਾਡੀ ਸੁਸਾਇਟੀ ਦੇ ਵਿੱਚ ਕਿਹੜੀਆਂ ਚੀਜ਼ਾਂ ਦੀ ਘਾਟ ਆ ਰਹੀ ਹੈ, ਤੇ ਇਸ ਦੇ ਨਾਲ ਹੀ ਕੌਣ ਧਿਰਾਂ ਜ਼ਿੰਮੇਵਾਰ ਨੇ। ਇਸ ਤੋਂ ਨਾ ਤਾਂ ਸੱਤਾ ਬਚ ਸਕਦੀ ਹੈ, ਨਾ ਹੀ ਸਾਡੇ ਸਮਾਜ ਦੇ ਜਿਹੜੇ ਠੇਕੇਦਾਰ ਆਪਣੇ ਆਪ ਨੂੰ ਸਮਝਦੇ ਆ ਉਹ ਬਚ ਸਕਦੇ ਨੇ। ਸਾਡੀ ਜਿਹੜੀ ਨੌਜਵਾਨੀ ਆ, ਨੌਕਰੀਆਂ ਉਹਨਾਂ ਨੂੰ ਮਿਲ ਨਹੀਂ ਰਹੀਆਂ, ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਸਾਡਾ ਭਵਿੱਖ ਕਿਹੋ ਜਿਹਾ ਹੋਊਗਾ। ਸੋ ਜੋ ਕੁਛ ਉਹਨਾਂ ਦੇ ਮੂਹਰੇ ਪਰੋਸਿਆ ਜਾ ਰਿਹਾ ਹੈ, ਤੇ ਉਹ ਕਰਨਗੇ ਕੀ? ਤੁਸੀਂ ਮੈਨੂੰ ਇਹ ਤਾਂ ਦੱਸੋ ਨਾ ਵੀ ਉਹ ਜਾਣਗੇ ਕਿੱਧਰ। ਹੁਣ ਤੱਕ ਸਾਨੂੰ ਕੀ, ਜੋ ਅਸੀਂ ਕਿਸੇ ਕਾਵਿ ਪੜ੍ਹਦੇ ਆ ਰਹੇ ਹਾਂ, ਸਾਨੂੰ ਐਂ ਲੱਗਦਾ ਸਾਰਾ ਕੁਝ ਅਸੀਂ ਹੁਣ ਪੜ੍ਹਨ ਲੱਗੇ ਹਾਂ। ਅੱਜ ਸਾਨੂੰ ਹਥਿਆਰਾਂ ਤੇ ਮੁਸ਼ਕਲ ਖੜੀ ਹੋ ਰਹੀ ਹੈ ਕਿ ਬਾਰ-ਬਾਰ ਗੀਤਾਂ ਦੇ ਵਿੱਚ ਹਥਿਆਰ ਕਿੱਥੋਂ ਆਉਂਦੇ ਆ? ਹਥਿਆਰ ਸ਼ੁਰੂ ਤੋਂ ਹੀ ਵਰਤੇ ਜਾਂਦੇ ਆ। ਮਸਲਾ ਇਹ ਹਥਿਆਰ ਕਿਹਦੇ ਲਈ ਵਰਤੇ ਜਾਂਦੇ ਆ, ਤੇ ਸਾਡੇ ਨਾਇਕ ਕਿਹੜੇ ਨੇ। ਤੇ ਜੇ ਸਾਡੇ ਨਾਇਕ ਰਾਂਝੇ ਨੇ, ਨਾਇਕ ਤਾਂ ਸਾਡੇ ਹੈਗੇ ਮਿਰਜ਼ੇ,
ਤੇ ਜੇ ਅਸੀਂ ਚਾਹੁੰਦੇ ਆ ਕਿ ਮਿਰਜ਼ੇ ਤਾਂ ਸਾਡੇ ਘਰਾਂ 'ਚ ਪੈਦਾ ਹੋ ਜਾਣ ਪਰ ਸਾਹਿਬਾਂ ਕਿਸੇ ਹੋਰਾਂ ਦੇ ਘਰਾਂ 'ਚ ਪੈਦਾ ਹੋਣ, ਤੇ ਜੇ ਭਾਈ ਇੱਥੇ ਰਾਂਝੇ ਪੈਦਾ ਹੋਣਗੇ ਨਾ ਇੱਥੇ ਹੀਰਾਂ ਵੀ ਪੈਦਾ ਹੋਣਗੀਆਂ। ਤੇ ਸਾਡੇ ਨਾਇਕ ਨੇ ਸੁੱਚਾ ਸੂਰਮਾ ਵਰਗੇ। ਹੁਣ ਸੁੱਚਾ ਸੂਰਮੇ ਦਾ ਜੇ ਮਾੜਾ ਜਿਹਾ ਦੇਖੋ ਤੁਹਾਨੂੰ ਔਖ ਹੋ ਸਕਦੀ ਹੈ ਮੇਰਾ ਖਿਆਲ ਸਾਡੇ ਸਰੋਤਿਆਂ ਨੂੰ, ਪਰ ਮੈਨੂੰ ਲੱਗਦਾ ਗੱਲ ਸਾਨੂੰ ਕਰਨੀ ਚਾਹੀਦੀ ਹੈ। ਸੁੱਚਾ ਸੂਰਮਾ ਦਾ ਜੇ ਅਸੀਂ ਤੁਸੀਂ ਕਿੱਸਾ ਪੜ੍ਹਦੇ ਹੋ ਉਹਦੇ ਵਿੱਚ ਕੀ ਹੈ ਤੇ ਮਤਲਬ ਦੀ ਭਰਜਾਈ ਦਾ ਇੱਕ ਕਤਲ ਦਾ ਕੇਸ ਹੈ ਜੇ ਆਪਾਂ ਦੇਖੀਏ, ਠੀਕ ਹੈ। ਉਸ ਔਰਤ ਦਾ ਇਹੀ ਹੈ ਕਿ ਉਹ ਆਪਦੇ ਪਤੀ ਨੂੰ ਛੱਡ ਕੇ ਉਸ ਦੇ ਕੁੱਕਰ ਦੇ ਨਾਲ ਸੰਬੰਧ ਹੈ। ਇਹ ਨਹੀਂ ਕਿ ਆਪਾਂ ਇਹ ਕਹਿੰਦੇ ਕਿ ਉਹਨੇ ਕੋਈ ਚੰਗਾ ਕੰਮ ਕੀਤਾ ਜਾਂ ਮਾੜਾ ਕੰਮ ਕੀਤਾ, ਪਰ ਇਹੋ ਜਿਹਾ ਕੁਛ ਮਰਦ ਵੀ ਕਰਦੇ ਨੇ ਕਿ ਮਰਦ ਨੂੰ ਤੁਰੰਤ ਮਾਰ ਦਿੱਤਾ ਜਾਂਦਾ ਹੈ ਤੇ ਜਾਂ ਫਿਰ ਇੱਕ ਕਾਨੂੰਨੀ ਪ੍ਰਕਿਰਿਆ ਹੁੰਦੀ ਹੈ ਕਿਸੇ ਨੂੰ ਸਜ਼ਾ ਦੇਣ ਲਈ, ਤੇ ਇੱਕ ਫੌਜੀ ਬੰਦਾ ਜਿਹੜਾ ਕਿ ਉਹਦਾ ਦਿਓਰ ਹੈ ਉਹ ਰਾਈਫਲ ਰਹਿ ਕੇ ਉਹ ਬੰਦੂਕ ਲੈ ਕੇ ਆ ਕੇ ਭਰਜਾਈ ਨੂੰ ਮਾਰਦਾ। ਕੀ ਆ ਕੇ ਉਸਨੇ ਪੁੱਛਿਆ ਭਰਜਾਈ ਨੂੰ ਤਕਲੀਫ ਕੀ ਹੈ? ਅੱਜ ਸ਼ਿਵ ਦੇ ਲਿਖਣ ਤੋਂ ਬਾਅਦ ਅਸੀਂ ਲੂਣਾ ਦਾ ਦਰਦ ਸਮਝਣਾ ਸ਼ੁਰੂ ਕੀਤਾ ਹੈ। ਇਸ ਤੋਂ ਪਹਿਲਾਂ ਲੂਣਾ ਤਾਂ ਸਾਨੂੰ ਆਪਣੇ ਆਪ 'ਚ ਇੱਕ ਚੰਡਾਲਣੀ ਲੱਗਣ ਲੱਗ ਜਾਂਦੀ ਸੀ, ਜਦੋਂ ਕਿ ਇਹਦੇ ਪਿੱਛੇ ਦੋਸ਼ੀ ਕੌਣ ਹੈ? ਜਿਹੜਾ ਦੋਸ਼ੀ ਸਮਾਜ ਖੜਾ ਹੁੰਦਾ ਉਹ ਸਾਡੇ ਧਿਆਨ 'ਚ ਨਹੀਂ। ਸੋ ਔਰਤ ਨੂੰ ਮਤਲਬ ਉਹਨੂੰ ਸਮਝਣ ਲਈ, ਔਰਤ ਨੂੰ ਗੀਤਾਂ ਦੇ ਵਿੱਚ ਪੇਸ਼ ਕਰਨ ਲਈ ਸਾਡੇ ਕੋਲੇ ਜਿਹੜਾ ਪ੍ਰਵਚਨ ਹੈ ਉਹ ਮਰਦਾਨਾ ਪ੍ਰਵਚਨ ਹੈ। ਮੈਂ ਕਹਿੰਦੀ ਹਾਂ ਕਿ ਅਸੀਂ ਅੱਧੀ ਮਨੁੱਖਤਾ ਦੀਆਂ ਭਾਵਨਾਵਾਂ ਪਾਸੇ ਕਰਕੇ ਰੱਖ ਦਿੰਦੇ ਹਾਂ। ਕਿਉਂ ਕਰਕੇ ਰੱਖ ਦਿੰਦੇ ਹਾਂ? ਇੱਕ ਤਾਂ ਇਹਦਾ ਕਾਰਨ ਇਹ ਹੈ ਕਿ ਸਾਡੇ ਕੋਲੇ ਜਿਹੜੀਆਂ ਔਰਤ ਗੀਤਕਾਰ ਬਹੁਤ ਘੱਟ ਨੇ, ਮੇਰਾ ਖਿਆਲ ਨਾਂ ਦੇ ਬਰਾਬਰ ਹੀ ਹੈ। ਮੈਂ ਨੀਲਿਆ ਮੋਰਾ ਦੇ ਵਿੱਚ ਸੁਖਵਿੰਦਰ ਅਮਰਤ ਦੇ ਕੁਛ ਗੀਤ ਪੜ੍ਹੇ ਆ। ਜਿੰਨੀ ਦੇਰ ਔਰਤਾਂ ਇਸ ਖੇਤਰ ਦੇ ਵਿੱਚ ਆਉਂਦੀਆਂ ਨਹੀਂ, ਜਦੋਂ ਕਿ ਮੋਹ ਮੁਹੱਬਤ ਹੈ ਉਹ ਵੀ ਔਰਤ ਮਰਦ ਇਕੱਠੇ ਹੈ। ਜ਼ਿਆਦਾ ਜਿਹੜੀਆਂ ਗੱਲਾਂ ਬਾਤਾਂ ਤਾਂ ਔਰਤ ਨੇ ਮਰਦ ਨਾਲ ਹੀ ਕਰਨੀਆਂ ਨਾ। ਔਰਤ ਨੂੰ ਮੁਖਾਤਬ ਹੈ, ਚਾਹੇ ਮਾਂ ਦੇ ਰੂਪ ਵਿੱਚ ਹੈ, ਚਾਹੇ ਭੈਣ ਦੇ ਰੂਪ ਵਿੱਚ ਹੈ, ਚਾਹੇ ਮਹਿਬੂਬਾ ਦੇ ਰੂਪ ਵਿੱਚ ਹੈ, ਚਾਹੇ ਪਤਨੀ ਦੇ ਰੂਪ ਵਿੱਚ ਹੈ। ਗੱਲਾਂ ਤਾਂ ਔਰਤ ਮਰਦ ਕਰ ਰਹੇ ਨੇ, ਪਰ ਜਦੋਂ ਉਹ ਗੱਲਾਂ ਕਰਦੇ ਨੇ ਉੱਥੇ ਡਿਫਾਈਨ ਮਰਦ ਔਰਤ ਨੂੰ ਕਰ ਰਿਹਾ ਹੈ, ਔਰਤ ਆਪਣੇ ਆਪ ਨੂੰ ਡਿਫਾਈਨ ਕਰ ਹੀ ਨਹੀਂ ਰਹੀ। ਮਤਲਬ ਇਹਦੇ ਕਾਰਨ ਮੈਂ ਆਪਦੇ ਅਗਲੇ ਜਵਾਬ ਦੇ ਵਿੱਚ ਕਹੂੰ ਤਾਂ ਦੇ ਦੂੰਗੀ, ਜੇ ਹੁਣੇ ਚਾਹੁੰਦੇ ਆ ਤਾਂ ਮੈਂ ਆਪਾਂ ਅੱਗੇ ਚੱਲਦੇ ਹਾਂ। ਮਨਪ੍ਰੀਤ ਜੀ, ਜਿਹੜੀਆਂ ਇਤਿਹਾਸਕ ਲਹਿਰਾਂ ਹੁੰਦੀਆਂ ਨੇ ਇਹ ਵੀ ਸਾਡੇ ਸਾਹਿਤ ਨੂੰ, ਸਾਡੇ ਗੀਤਾਂ ਨੂੰ ਪ੍ਰਭਾਵਿਤ ਕਰਦੀਆਂ ਨੇ, ਹਨਾ। ਜਦੋਂ ਆਜ਼ਾਦੀ ਮੂਵਮੈਂਟ ਚੱਲੀ ਸਾਡੇ ਗੀਤ ਵੀ ਬਦਲ ਗਏ। ਉਦੋਂ ਮੇਰਾ ਰੰਗ ਦੇ ਬਸੰਤੀ ਚੋਲਾ ਵਰਗੇ ਗੀਤ ਆ ਗਏ, ਸੇਵਾ ਦੇਸ਼ ਦੀ ਮੇਰੀ ਬੜੀ ਔਖੀ ਵਰਗੇ ਗੀਤ ਆ ਗਏ, ਹੋਰ ਕਿੰਨੇ ਇਸ ਤਰ੍ਹਾਂ ਦੇ ਗੀਤ ਆ ਗਏ ਅਲੱਗ-ਅਲੱਗ ਲਹਿਰਾਂ ਦੇ ਵਿੱਚ। ਤੁਹਾਨੂੰ ਕੀ ਲੱਗਦਾ ਕਿ ਲਹਿਰਾਂ ਦਾ ਕਿਸ ਤਰ੍ਹਾਂ ਦਾ ਪ੍ਰਭਾਵ ਸਾਡੀ ਗੀਤਕਾਰੀ ਤੇ ਪਿਆ? ਬਹੁਤ ਵੱਡਾ ਪ੍ਰਭਾਵ ਪਿਆ ਜੀ। ਜਦੋਂ ਵੀ ਸਮਾਜ ਐਕਚੁਅਲ 'ਚ ਗੱਲ ਉਹੀ ਆ ਗਈ ਜਿੱਦਾਂ ਮੈਡਮ ਨੇ ਕਿਹਾ ਪਹਿਲਾਂ ਕਿ ਜਿਸ ਤਰ੍ਹਾਂ ਦੀ ਸਮਾਜ ਦੀ ਸਥਿਤੀ ਹੁੰਦੀ ਹੈ ਨਾ, ਉਸੇ ਤਰ੍ਹਾਂ ਦਾ ਸਾਹਿਤ, ਜ਼ਰੂਰੀ ਨਹੀਂ ਇਕੱਲੇ ਗੀਤ, ਸਾਹਿਤ ਦੀ ਕਿਸੇ ਵੀ ਵਿਧਾ ਦੇ ਉੱਤੇ ਜਦੋਂ ਸਮਾਜ ਦਾ ਜਿਹੜਾ ਮਾਹੌਲ ਹੁੰਦਾ ਉਹਦਾ ਅਸਰ ਹੁੰਦਾ। ਜਿਸ ਤਰ੍ਹਾਂ ਦੇ ਮਾਹੌਲ 'ਚ ਸਮਾਜ ਨਿਕਲ ਰਿਹਾ ਹੁੰਦਾ ਉਸ ਤਰ੍ਹਾਂ ਦੇ ਨਾਵਲ ਲਿਖੇ ਜਾਣਗੇ, ਉਸ ਤਰ੍ਹਾਂ ਦੀਆਂ ਕਹਾਣੀਆਂ ਲਿਖੀ ਜਾਣਗੀਆਂ, ਉਸ ਤਰ੍ਹਾਂ ਦੀਆਂ ਫਿਲਮਾਂ ਬਣਨ ਲੱਗ ਜਾਣਗੀਆਂ, ਉਸੇ ਤਰ੍ਹਾਂ ਦੇ ਗੀਤ। ਸੋ ਜੇ ਆਪਾਂ ਆਜ਼ਾਦੀ ਲਹਿਰ ਦੀ ਗੱਲ ਕਰੀਏ ਜਾਂ ਈਵਨ ਪ੍ਰਜਾ ਮੰਡਲ ਲਹਿਰ ਦੀ ਗੱਲ ਕਰੀਏ ਜਾਂ ਜਿੰਨੇ ਵੀ ਜਿਹੜੀਆਂ ਅੰਦੋਲਨ ਚੱਲੇ ਜਾਂ ਲਹਿਰਾਂ ਚੱਲੀਆਂ, ਉਹਨਾਂ ਦਾ ਪੰਜਾਬੀ ਗੀਤਕਾਰੀ ਤੇ ਬਹੁਤ ਵੱਡਾ ਅਸਰ ਪਿਆ। ਉਹਨਾਂ ਨੇ ਆਪਣੇ ਰੰਗ ਦੇ ਜਿਵੇਂ ਪਗੜੀ ਸੰਭਾਲੋ ਜੱਟਾਂ ਦੀ ਗੱਲ ਸੀ, ਮੈਨੂੰ ਨਹੀਂ ਲੱਗਦਾ ਕਿ ਇਹ ਗੀਤ ਦਾ ਇਹ ਸਤਰ ਕੋਈ ਤੋਂ ਕੋਈ ਬੰਦਾ ਅਣਜਾਣ ਹੋਊਗਾ। ਸੋ ਇਹ ਇੱਕ ਮਤਲਬ ਲਹਿਰ ਤੇ ਗੀਤ ਆਪਸ ਵਿੱਚ ਰਲ ਗੱਡ ਹੋਏ ਹੋਏ ਆ। ਇਸੇ ਤਰ੍ਹਾਂ ਬਹੁਤ ਸਾਰੇ ਜਿਹੜੇ ਜਦੋਂ ਪ੍ਰਜਾ ਮੰਡਲ ਜਾਗ ਕਿਸਾਨਾਂ ਜਾਗ ਜਾਂ ਹੋਰ ਇਸ ਤਰ੍ਹਾਂ ਦੀਆਂ ਗੱਲਾਂ, ਉਹ ਜਦੋਂ ਕਿਸਾਨੀ ਲਹਿਰਾਂ ਚੱਲੀਆਂ, ਕਿਸਾਨੀ ਅੰਦੋਲਨ ਚੱਲੇ, ਉਸ ਤਰ੍ਹਾਂ ਦਾ ਪ੍ਰਭਾਵ ਪਿਆ। ਸੋ ਗੱਲ ਮੁੱਕਦੀ ਉਹੀ ਹੈ ਕਿ ਜਿਸ ਤਰ੍ਹਾਂ ਦਾ ਸਮਾਜ ਦਾ ਢਾਂਚਾ ਹੁੰਦਾ ਜਾਂ ਜਿਸ ਤਰ੍ਹਾਂ ਦੇ ਸਮਾਜ ਦੇ ਵਿੱਚ ਸਮੇਂ ਦੇ ਵਿੱਚੋਂ ਸਮਾਜ ਲੰਘ ਰਿਹਾ ਹੁੰਦਾ, ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਲਹਿਰ ਚੱਲ ਰਹੀ ਹੋਵੇ, ਉਹਦਾ ਹਮੇਸ਼ਾ ਹੀ ਹਰ ਸਾਹਿਤ ਦੇ ਰੂਪ ਤੇ ਅਸਰ ਹੁੰਦਾ। ਉਸੇ ਤਰ੍ਹਾਂ ਗੀਤ ਦੇ ਉੱਤੇ ਵੀ ਅਸਰ ਪੈਂਦਾ ਜੀ। ਗੁਰਵਿੰਦਰ ਬਰਾੜ, ਤੁਸੀਂ ਜੁੜੇ ਹੋਏ ਸਾਡੇ ਨਾਲ? ਹਾਂਜੀ ਹਾਂਜੀ ਬਿਲਕੁਲ। ਮੈਂ ਤੁਹਾਨੂੰ ਇੱਕ ਸਵਾਲ ਕਰ ਰਿਹਾ ਕਿ ਬੈਮ ਚਰਨਜੀਤ ਬਰਾੜ ਹੋਰਾਂ ਨੇ ਵੀ ਗੱਲ ਇਹ ਕਹੀ ਹੈ ਤੇ ਮਨਪ੍ਰੀਤ ਹੋਰਾਂ ਨੇ ਵੀ ਕਹੀ ਹੈ ਕਿ ਸਾਡੇ ਸਮਾਜ ਦੇ ਵਿੱਚ ਸਾਰਾ ਕੁਝ ਪਿਆ, ਹਥਿਆਰ ਵੀ ਪਏ ਨੇ, ਵੈਲ ਬਣਾ ਵੀ ਪਿਆ, ਸ਼ਰਾਬਾਂ ਵੀ ਪਈਆਂ ਨੇ, ਹਨਾ। ਇੱਥੇ ਦੋ ਧਾਰਨਾਵਾਂ ਨੇ, ਇੱਕ ਤਾਂ ਕਿ ਸਮਾਜ ਪਿਆ ਉਹ ਸਾਡੇ ਗੀਤਾਂ 'ਚ ਆਊਗਾ ਹੀ ਆਊਗਾ, ਇੱਕ ਇਹ ਹੈ ਕਿ ਗੀਤਕਾਰ ਦੇ ਵੀ ਕੁਝ ਸਮਾਜ ਪ੍ਰਤੀ ਫਰਜ਼ ਨੇ, ਉਹ ਇਸ ਨੂੰ ਨੋਇੰਗਲੀ ਸੋਚ ਕੇ ਗੀਤ ਇਹੋ ਜਿਹੇ ਲਿਖ ਸਕਦਾ ਹੈ ਜਿਹਦੇ ਵਿੱਚ ਇਹ ਚੀਜ਼ਾਂ ਨਾ ਆਉਣ ਜਾਂ ਘੱਟ ਆਉਣ ਜਾਂ ਰੱਦ ਕਰਨ। ਤੁਸੀਂ ਬਤੌਰ ਗੀਤਕਾਰ ਕੀ ਕਹਿਣਾ ਚਾਹੋਗੇ? ਮੈਂ ਜੀ ਇਹ ਕਹਿਣਾ ਚਾਹੂੰਗਾ ਕਿ ਉਹਦੇ ਸੋਚਣ ਦਾ ਨਜ਼ਰੀਆ ਹੀ ਹੈ ਜਿਹੜਾ ਕਿਸੇ ਵੀ ਗੀਤਕਾਰ ਦਾ, ਵੀ ਉਹ ਕਿਹੜੀ ਗੱਲ ਨੂੰ ਕੈਚ ਕਰਦਾ, ਕਿਹੜੀ ਗੱਲ ਉਹਨੂੰ ਇਨਫਲੂਐਂਸ ਕਰਦੀ ਹੈ। ਉਹ ਗੀਤ ਆਪਣੇ ਮੁਤਾਬਿਕ ਲਿਖਦਾ ਹੈ ਕਿ ਜਾਂ ਇਹ ਸੋਚ ਕੇ ਲਿਖਦਾ ਕਿ ਮੈਂ ਕਮਰਸ਼ੀਅਲ ਲਿਖ ਰਿਹਾ ਵੀ ਇਹ ਗੀਤ ਹਿੱਟ ਹੋਵੇ ਜਾਂ ਕੁਝ ਵੀ ਹੋਵੇ ਜਿੱਦਾਂ ਇਹ ਚੱਲਦਾ।
ਮੈਂ ਛੋਟੀ ਜਿਹੀ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ। ਮੈਂ ਜਦੋਂ ਵੀ ਕੁਝ ਲਿਖਿਆ ਹੈ ਨਾ, ਮੈਨੂੰ ਇਸ ਗੱਲ ਦਾ ਬਹੁਤ ਹਮੇਸ਼ਾ ਮਹਿਸੂਸ ਹੁੰਦਾ ਰਹਿੰਦਾ ਮੈਨੂੰ ਕਿ ਮੇਰੇ ਭੈਣ ਹੈ ਨਹੀਂ, ਹਨਾ। ਤਾਂ ਮੈਂ ਇੱਕ ਉਹਨਾਂ ਗੱਲਾਂ ਚੋਂ ਕਿਤੇ ਨਾ ਕਿਤੇ ਉਸ ਗੱਲ ਚੋਂ ਹੌਲੀ ਹੌਲੀ ਦਿਮਾਗ ਵਿੱਚ ਗੱਲ ਫਿੱਟ ਬੈਠੀ, ਤਾਂ ਗੀਤ ਇੱਕ ਨਿਕਲਿਆ ਕਿ ਹਰ ਕੋਈ ਪਹਿਲਾ ਪੁੱਤਰ ਮੰਗਦਾ, ਪੁੱਤ ਜੰਮ ਪਏ ਫਿਰ ਧੀ ਨਾ ਜੰਮਦਾ। ਹਰ ਕੋਈ ਪਹਿਲਾ ਪੁੱਤਰ ਮੰਗਦਾ, ਪੁੱਤ ਜੰਮ ਪਏ ਫਿਰ ਧੀ ਨਾ ਜੰਮਦਾ। ਅੱਜ ਵੀ ਧੀ ਦਾ ਜੰਮਣਾ ਜੱਗ ਤੋਂ ਸਹਿਣ ਨਾ ਹੋਵੇ, ਪਰ ਅਕਲ ਨਹੀਂ ਆਉਂਦੀ ਜੇ ਘਰ ਦੇ ਵਿੱਚ ਭੈਣ ਨਾ ਹੋਵੇ। ਮੈਂ ਇਹ ਜਿਹੜੇ ਦੇਸੀ ਅਖਾੜੇ ਸਾਡੇ ਪਿੰਡਾਂ 'ਚ ਵਿਆਹਾਂ 'ਚ ਲੱਗਦੇ, ਮੈਂ ਜਦੋਂ ਸ਼ੁਰੂਆਤੀ ਪਹਿਲਾ ਅੱਧਾ ਘੰਟਾ ਤਾਂ ਮੈਂ ਏਦਾਂ ਦੇ ਗੀਤ ਗਾਉਣਾ, ਔਰ ਇਹ ਗੀਤ ਮੈਂ ਕਾਫੀ ਗਾਉਣਾ, ਔਰ ਬਹੁਤ ਲੋਕ ਇਸ ਚੀਜ਼ ਨੂੰ ਉਹ ਕਰਦੇ ਨੇ, ਹਨਾ। ਸੋ ਇਹ ਤੁਹਾਡੇ ਸੋਚਣ ਦਾ ਨਜ਼ਰੀਏ ਤੋਂ, ਜਿੱਦਾਂ ਬਰਾੜ ਮੈਡਮ ਨੇ ਕਿਹਾ ਕਿ ਗੀਤਕਾਰ ਜਿਹੜੇ, ਜੇ ਕੁੜੀਆਂ ਗੀਤਕਾਰ ਹੋਣ ਜਾਂ ਕੋਈ ਮਹਿਲਾ ਗੀਤਕਾਰ ਹੋਵੇ, ਤਾਂ ਉਸ ਆਪਣੇ ਲੈਵਲ ਤੇ ਜਾ ਕੇ ਸੋਚੇ। ਤਾਂ ਇਹ ਵੀ ਬਹੁਤ ਵਧੀਆ ਗੱਲ ਹੈ ਕਿ ਉਹ ਜਿਸ ਸ਼ਿੱਦਤ ਨਾਲ ਉਹ ਸੋਚ ਸਕਦੇ, ਦੂਸਰਾ ਸ਼ਾਇਦ ਮਰਦ ਬੰਦਾ ਨਾ ਸੋਚ ਸਕਦਾ ਹੋਵੇ। ਪਰ ਫਿਰ ਵੀ ਜਿੱਥੋਂ ਤੱਕ ਇਹ ਹੈ ਕਿ ਇੱਕ ਗੀਤ ਦੇ ਵਿੱਚ ਹੋਰ ਅਸੀਂ ਜ਼ਿਕਰ ਕੀਤਾ ਸੀ ਕਿ ਗੱਲ ਗੁਰਵਿੰਦਰਾ ਪੱਕੀ, ਉਹਦਾ ਸੀ ਮੂਰਲੀ ਲਾਈਨ ਮੇਰੇ ਪ੍ਰੋਪਰ ਯਾਦ ਨਹੀਂ ਆ ਰਹੀ, ਕਿ ਪਿਛਲੇ ਸਮੇਂ 'ਚ ਝਾਤ ਮਾਰ ਲਾ ਗੱਲ ਗੁਰਵਿੰਦਰਾ ਪੱਕੀ, ਜਿਸ ਘਰ ਧੀਆਂ ਜ਼ਿਆਦਾ ਜੰਮੀਆਂ ਉਸ ਘਰ ਕਰੀ ਤਰੱਕੀ। ਬੇਸ਼ੱਕ ਅਧਿਆਤਮਵਾਦ ਨਾਲ ਜੁੜੀ ਹੋਈ ਗੱਲ ਹੈ, ਪਰ ਮੈਂ ਇਹ ਦੇਖਿਆ ਹੋਇਆ ਕਿ ਜਿਸ ਘਰ ਧੀਆਂ ਜ਼ਿਆਦਾ ਜੰਮੀਆਂ ਉਸ ਘਰ ਕਰੀ ਤਰੱਕੀ, ਧੀਆਂ ਵਰਗਾ ਦਾਨ ਨਾ ਕੋਈ, ਐਵੇਂ ਦੁਨੀਆ ਜਾਂਦੀ ਰੋਈ, ਧੀ ਨਾ ਮਾਰ ਮੁਕਾ ਲਈ, ਇਹ ਵੀ ਰੱਬ ਦੀਆਂ ਸਾਂਭ ਸੁਗਾਤਾਂ, ਪੈਸਾ ਫੇਰ ਕਮਾ ਲਈ। ਸੋ ਇਹ ਤੁਹਾਡੇ ਸੋਚਣ ਦਾ ਨਜ਼ਰੀਆ ਹੈ। ਜੇ ਤਾਂ ਮੈਂ ਨਿੱਜ ਇਹ ਗੀਤਕਾਰੀ ਨੂੰ, ਆਪਣੇ ਫੀਲਿੰਗਸ ਨੂੰ ਨਜ਼ਰ ਕਰਨਾ ਚਾਹੂੰਗਾ, ਤਾਂ ਹੋ ਸਕਦਾ ਮੈਂ ਹੋਰ ਕੁਝ ਲਿਖਾਂ। ਜੇ ਮੈਂ ਕਮਰਸ਼ੀਅਲ ਐਂਗਲ ਤੋਂ ਸੋਚ ਕੇ ਲਿਖੂੰਗਾ ਕਿ ਆਹ ਗਾਣਾ ਹਿੱਟ ਹੋ ਜਾਏ, ਇਹਨੂੰ ਮੰਡੀਰ ਪਸੰਦ ਕਰੇ, ਏਦਾਂ ਹੋਵੇ, ਫਿਰ ਤੁਹਾਡੇ ਆਪਣੇ ਉਹਦੇ ਵਿੱਚ ਕੁਝ ਨਹੀਂ ਰਹਿ ਜਾਂਦਾ ਮੈਨੂੰ ਲੱਗਦਾ ਜੀ। ਹੁਣ ਆਪਾਂ ਮਨਪ੍ਰੀਤ ਤੋਂ ਗੀਤ ਸੁਣਦੇ ਹਾਂ, ਤੇ ਉਸ ਤੋਂ ਬਾਅਦ ਫਿਰ ਆਪਾਂ ਅਗਲੇ ਸਵਾਲਾਂ ਵੱਲ ਆਵਾਂਗੇ। ਮਨਪ੍ਰੀਤ, ਤੁਸੀਂ ਕੋਈ ਸੋਹਣਾ ਜਿਹਾ ਗੀਤ ਆਪਣਾ ਸਾਨੂੰ ਸੁਣਾਓ, ਸਾਡੇ ਨਾਲ ਸਾਂਝਾ ਕਰੋ, ਸਾਡੇ ਦਰਸ਼ਕਾਂ ਦੇ ਨਾਲ। ਜਿੰਨਾ ਰਾਵਾਂ ਚੋਂ ਤੂੰ ਆਵੇਂ ਉਹਨਾਂ ਰਾਵਾਂ ਨੂੰ ਸਲਾਮ, ਜਿੰਨਾ ਰਾਵਾਂ ਚੋਂ ਤੂੰ ਆਵੇਂ ਉਹਨਾਂ ਰਾਵਾਂ ਨੂੰ ਸਲਾਮ। ਤੇਰੇ ਸ਼ਹਿਰ ਵੱਲੋਂ ਆਉਂਦੀਆਂ, ਸ਼ਹਿਰ ਵੱਲੋਂ ਆਉਂਦੀਆਂ ਹਵਾਵਾਂ ਨੂੰ ਸਲਾਮ, ਜਿੰਨਾ ਰਾਵਾਂ ਚੋਂ ਤੂੰ ਆਵੇਂ ਉਹਨਾਂ ਰਾਵਾਂ ਨੂੰ ਸਲਾਮ। ਬਹਿ ਕੇ ਪੀ ਤੱਕਦੇ ਪਾਣੀ ਜਿਹੜੀ ਨਹਿਰ ਦੇ ਕਿਨਾਰੇ, ਜਿੱਥੇ ਕੀਤੇ ਕੁਰਬਾਨ ਲੱਖਾਂ ਤਖਤ ਹਜ਼ਾਰੇ, ਜਿੱਥੇ ਕੀਤੇ ਕੁਰਬਾਨ ਲੱਖਾਂ ਤਖਤ ਹਜ਼ਾਰੇ। ਤੇਰੇ ਝੰਗ ਦੀਆਂ ਸੱਬੇ, ਝੰਗ ਦੀਆਂ ਸੱਬੇ ਧੁੱਪਾਂ ਛਾਵਾਂ ਨੂੰ ਸਲਾਮ, ਜਿੰਨਾ ਰਾਵਾਂ ਚੋਂ ਤੂੰ ਆਵੇਂ ਉਹਨਾਂ ਰਾਵਾਂ ਨੂੰ ਸਲਾਮ, ਜਿੰਨਾ ਰਾਵਾਂ ਚੋਂ ਤੂੰ ਆਵੇਂ ਉਹਨਾਂ ਰਾਵਾਂ ਨੂੰ ਸਲਾਮ। ਵਾਹ ਵਾਹ ਵਾਹ। ਸਾਡੇ ਲਈ ਧਨ ਭਾਗ ਆਉਂਦੇ ਜਾਂਦੇ ਇਹ ਪਰਿੰਦੇ, ਤੇਰੀ ਦੁਨੀਆ ਦੀ ਖਬਰ ਲਿਆ ਕੇ ਜਿਹੜੇ ਦਿੰਦੇ, ਤੇਰੀ ਦੁਨੀਆ ਦੀ ਖਬਰ ਲਿਆ ਕੇ ਜਿਹੜੇ ਦਿੰਦੇ। ਸਾਡੇ ਬੋਲਦੇ ਬਨੇਰੇ ਉੱਤੇ, ਬੋਲਦੇ ਬਨੇਰੇ ਉੱਤੇ ਕਾਵਾਂ ਨੂੰ ਸਲਾਮ, ਜਿੰਨਾ ਰਾਵਾਂ ਚੋਂ ਤੂੰ ਆਵੇਂ ਉਹਨਾਂ ਰਾਵਾਂ ਨੂੰ ਸਲਾਮ, ਜਿੰਨਾ ਰਾਵਾਂ ਚੋਂ ਤੂੰ ਆਵੇਂ ਉਹਨਾਂ ਰਾਵਾਂ ਨੂੰ ਸਲਾਮ। ਸਾਡੇ ਮਨ ਦੀ ਪ੍ਰੀਤ ਕਤੋਂ ਚੜ ਗਈ ਏ ਪੱਲਾ, ਤਾਈਓ ਰੋਹੀ ਵਿੱਚ ਵਿਲ ਕੇ ਟਿਵਾਣਾ ਬੈਠਾ ਕੱਲਾ, ਤਾਹੀ ਰੋਹੀ ਵਿੱਚ ਵਿਲ ਕੇ ਟਿਵਾਣਾ ਬੈਠਾ ਕੱਲਾ। ਕੱਕੀ ਰੇਤੀ ਉੱਤੇ ਲਿਖੇ, ਰੇਤੀ ਉੱਤੇ ਲਿਖੇ ਤੇਰੇ ਨਾਮਾਂ ਨੂੰ ਸਲਾਮ, ਜਿੰਨਾ ਰਾਵਾਂ ਚੋਂ ਤੂੰ ਆਵੇਂ ਉਹਨਾਂ ਰਾਵਾਂ ਨੂੰ ਸਲਾਮ। ਤੇਰੇ ਸ਼ਹਿਰ ਵੱਲੋਂ ਆਉਂਦੀਆਂ, ਸ਼ਹਿਰ ਵੱਲੋਂ ਆਉਂਦੀਆਂ ਹਵਾਵਾਂ ਨੂੰ ਸਲਾਮ, ਜਿੰਨਾ ਰਾਵਾਂ ਚੋਂ ਤੂੰ ਆਵੇਂ ਉਹਨਾਂ ਰਾਵਾਂ ਨੂੰ ਸਲਾਮ, ਜਿੰਨਾ ਰਾਵਾਂ ਚੋਂ ਤੂੰ ਆਵੇਂ ਉਹਨਾਂ ਰਾਵਾਂ ਨੂੰ ਸਲਾਮ। ਬਹੁਤ ਅੱਛਾ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਖੂਬਸੂਰਤ। ਬਰਾੜ ਮੈਡਮ, ਇੱਕ ਪਾਸੇ ਸਾਡਾ ਗੀਤਕਾਰ ਹੈ, ਇੱਕ ਪਾਸੇ ਗਾਇਕ ਹੈ, ਤੇ ਵਿਚਕਾਰ ਬਾਜ਼ਾਰ ਹੈ ਇਹਨਾਂ ਦੇ।
ਬਾਜ਼ਾਰ ਇਸ ਵੇਲੇ ਬਹੁਤ ਵੱਡਾ ਰੋਲ ਪਲੇ ਕਰ ਰਿਹਾ ਹੈ, ਚਾਹੇ ਉਹ ਨਿਊਜ਼ ਮੀਡੀਆ ਹੈ ਤੇ ਚਾਹੇ ਉਹ ਗੀਤਕਾਰੀ ਦਾ ਮੀਡੀਆ ਹੈ ਤੇ ਚਾਹੇ ਫਿਲਮ ਮੀਡੀਆ ਹੈ। ਤੁਸੀਂ ਬਾਜ਼ਾਰ ਦੇ ਰੋਲ ਨੂੰ ਕਿਵੇਂ ਇੰਟਰਪ੍ਰੀਟ ਕਰਦੇ ਹੋ ਸਾਡੀ ਇਸ ਗੀਤਕਾਰੀ ਦੀ ਪਰੰਪਰਾ ਦੇ ਵਿੱਚ, ਗਾਇਕੀ ਦੀ ਪਰੰਪਰਾ ਦੇ ਵਿੱਚ? ਦੇਖੋ, ਬਾਜ਼ਾਰ ਤਾਂ ਬਾਜ਼ਾਰ ਹੈ, ਉਸ ਦੇ ਵਿੱਚ ਤਾਂ ਜੋ ਸਿੱਟਿਆ ਜਾਊਗਾ ਵੇਚਣ ਵਾਲਿਆਂ ਵੇਚਣਾ, ਖਰੀਦਣ ਵਾਲਿਆਂ ਨੇ ਖਰੀਦਣਾ ਹੈ। ਮਸਲਾ ਜਦੋਂ ਅਸੀਂ ਇਕੱਲੇ ਬਾਜ਼ਾਰ ਤੱਕ ਸੀਮਿਤ ਨਹੀਂ ਹੈ, ਮਸਲਾ ਤੇ ਜੇ ਇਕੱਲੇ ਬਾਜ਼ਾਰ ਦੇ ਸਿਰ ਤੇ ਕੁਝ ਨਹੀਂ ਵਿਕਦਾ, ਜੇ ਬਾਜ਼ਾਰ 'ਚ ਕੁਝ ਵਿਕਦਾ ਬੰਦਾ ਵੇਚਦਾ ਵੀ ਤਾਈਓ ਹੈ। ਜਿਵੇਂ ਪਹਿਲਾਂ ਟਵਾਣਾ ਹੋਰਾਂ ਨੇ ਵੀ ਗੱਲ ਕੀਤਾ ਕਿ ਜਦੋਂ ਵਪਾਰ ਦੀ ਵਸਤ ਬਣਿਆ ਗੀਤ, ਮਸਲਾ ਤੇ ਉਦੋਂ ਹੁੰਦਾ ਨਾ ਕਿ ਬਾਜ਼ਾਰ ਦੇ ਵਿੱਚ ਅਸੀਂ ਇਹਨੂੰ ਵੇਚਣ ਚਲੇ ਗਏ। ਇਹ ਐਂਟਰਟੇਨਮੈਂਟ ਵਾਲਾ ਜਦੋਂ ਸਾਡੇ ਸਾਹਮਣੇ ਆਉਂਦਾ ਕਿ ਇੱਕ ਇੰਡਸਟਰੀ ਵਜੋਂ ਪ੍ਰਫੁੱਲਤ ਹੁੰਦਾ ਤੇ ਉਸ ਵੇਲੇ ਹਰ ਚੀਜ਼ ਬਾਜ਼ਾਰ ਦੇ ਵਿੱਚ ਹਰ ਚੀਜ਼ ਵਿਕਾਊ ਹੈ। ਜਦੋਂ ਗੀਤ ਵਿਕਾਊ ਹੁੰਦਾ ਤਾਂ ਉਸ ਵੇਲੇ ਹੀ ਇਹ ਸਾਰੀਆਂ ਚੀਜ਼ਾਂ ਮੰਡੀ ਦੇ ਵਿੱਚ ਜਿਹੜੀਆਂ ਵੀ ਚੀਜ਼ਾਂ ਆਉਂਦੀਆਂ ਨੇ ਉਹ ਆਉਣਗੀਆਂ ਹੀ ਆਉਣਗੀਆਂ। ਹੁਣ ਆਪਾਂ ਦੇਖੀਏ ਕਿ ਕੀ ਕੁਛ ਆ ਜਾਂਦਾ ਇਹਦੇ ਵਿੱਚ। ਜਿਹੜੇ ਗੀਤ ਹੈ ਅੱਜ ਕੱਲ ਹੀ ਲੇਟੈਸਟ, ਤੁਸੀਂ ਮਤਲਬ ਉਹਨਾਂ ਨੂੰ ਸੁਣ ਕੇ ਦੇਖੋ, ਡਰੈਸਾਂ ਵਿਕਦੀਆਂ ਨੇ, ਗੱਡੀਆਂ ਵਿਕਦੀਆਂ ਨੇ, ਵੱਡੀਆਂ ਵੱਡੀਆਂ ਗੱਡੀਆਂ। ਪੰਜਾਬ ਦੇ ਵਿੱਚ ਜਿਵੇਂ ਕਿਸਾਨੀ ਦਾ ਲੱਕ ਟੁੱਟਿਆ ਪਿਆ ਹੈ ਇੱਕ ਕਿਸਮ ਦਾ, ਜੇ ਆਪਾਂ ਦੇਖੀਏ ਕਿਸਾਨ ਦਿਨੋਂ ਦਿਨ ਖੁਦਕੁਸ਼ੀਆਂ ਕਰ ਰਿਹਾ ਹੈ, ਪਰ ਕਿਹੜੇ ਕਿਸਾਨ ਨੇ ਜਿਨ੍ਹਾਂ ਕੋਲੇ ਵੱਡੀਆਂ ਵੱਡੀਆਂ ਗੱਡੀਆਂ ਨੇ? ਹੁਣ ਤੁਸੀਂ ਗੀਤ ਤਾਂ ਆਏ ਆ ਕਿ ਸਾਡੇ ਇੰਨੀਆਂ ਗੱਡੀਆਂ ਖੜੀਆਂ ਨੇ, ਔਡੀ ਤਾਂ ਵੇਚਤੀ, ਜੱਟਾਂ ਦੇ ਨਹੀਂ ਕੰਮ ਆਉਂਦੀ ਕਹਿ ਕੇ ਵੇਚਤੀ। ਮਤਲਬ ਕਿਹੜੇ ਜੱਟ ਨੇ ਉਹ? ਮੈਨੂੰ ਨਹੀਂ ਸਮਝ ਪੈਂਦੀ ਪੰਜਾਬ ਦੇ ਵਿੱਚ ਐਸੇ ਕਿਹੜੇ ਜੱਟ ਆ ਗਏ ਜਿਹੜੇ ਐ ਔਡੀਆਂ ਵੇਚ ਕੇ ਕਹਿੰਦੇ ਆ ਕਿ ਜੱਟਾਂ ਦੇ ਨਹੀਂ ਕੰਮ ਆਉਂਦੀ ਕਹਿ ਕੇ ਵੇਚਤੀ, ਤੇ ਪਟਾਕੇ ਪਾਉਣ ਲਈ ਬੁਲਟ ਰੱਖ ਲੈਂਦੇ ਨੇ, ਜ਼ਮੀਨਾਂ ਗਹਿਣੇ ਟਿੱਕੀ ਜਾਂਦੀਆਂ ਨੇ ਉਹਨਾਂ ਦੀਆਂ, ਤੇ ਬਾਪੂ ਦੀ ਨਿਸ਼ਾਨੀ ਕਹਿ ਕੇ ਇੱਕ ਬੇਸੀ ਖੜੀ ਹੈ। ਮੈਨੂੰ ਲੱਗਦਾ ਇਹ ਪਤਾ ਨਹੀਂ ਕੋਈ ਇੱਕ ਅੱਧਾ ਧਨਾੜ ਹੋਊਗਾ ਜਿਹੜਾ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਹੋਏਗਾ, ਅਪਵਾਦ ਹੋ ਸਕਦੇ ਨੇ, ਪਰ ਮੈਜੋਰਟੀ ਤੇ ਮਤਲਬ ਜਦੋਂ ਅਸੀਂ ਉਹਨਾਂ ਦੀ ਗੱਲ ਕਰਦੇ ਹਾਂ ਸਾਰਾ ਕੁਝ ਨਹੀਂ ਹੈ। ਤੇ ਪਰ ਫਿਰ ਵੀ ਲੋਕਾਂ ਦੇ ਵਿੱਚ ਪਪੂਲਰ ਕਿਉਂ ਹੋ ਜਾਂਦੇ ਨੇ? ਅਸਲ ਦੇ ਵਿੱਚ ਇਹ ਉਹ ਰੋਮਾਂਸ ਹੈ, ਸਮਝਣ ਦਾ ਮਤਲਬ, ਤੁਸੀਂ ਤਾਂ ਸਿਆਣੇ ਬੰਦੇ ਹੋ, ਸਾਹਿਤ ਨਾਲ ਜੁੜੇ ਹੋਏ ਹੋ, ਇਹ ਸਾਰਾ ਕੁਝ ਹੈ ਨਹੀਂ, ਇਹ ਸਾਰਾ ਕੁਝ ਰੋਮਾਂਸ ਦੇ ਵਿੱਚ ਵਾਪਰਦਾ ਕਿ ਦੇਖੋ ਅਸੀਂ ਇਉਂ ਕਰ ਸਕਦੇ ਹਾਂ। ਉਹਨਾਂ ਦੀ ਕਲਪਨਾ ਦੇ ਵਿੱਚ ਤੇ ਗੱਡੀਆਂ ਆ ਹੀ ਸਕਦੀਆਂ, ਇਹ ਸਾਰਾ ਕੁਝ ਕਲਪਿਤ ਸੰਸਾਰ ਦੇ ਵਿੱਚ ਪਿਆ, ਸੱਚਮੁੱਚ ਇਸ ਤਰ੍ਹਾਂ ਹੈ ਨਹੀਂ। ਇਸੇ ਤਰ੍ਹਾਂ ਜਿਵੇਂ ਔਰਤ ਨੂੰ ਮੰਨਣ ਦੀ ਜਿਹੜੀ ਭੁੱਖ ਪਈ ਹੈ, ਸਾਨੂੰ ਪਤਾ ਹੈ ਕਿ ਮੁੰਡੇ ਆ ਜਿਹੜੇ ਪੜ੍ਹਨ ਦੇ ਵਿੱਚ ਉਹ ਕੁੜੀਆਂ ਦੇ ਨਾਲੋਂ ਥੋੜਾ ਪਛੜ ਰਹੇ ਨੇ ਪੰਜਾਬ ਦੇ ਵਿੱਚ, ਖਾਸ ਕਰਕੇ ਜੇ ਅਸੀਂ ਦੇਖੀਏ। ਜਦੋਂ ਅਸੀਂ ਵਾਰ-ਵਾਰ ਜੱਟਾਂ ਦੀ ਗੱਲ ਕਰਦੇ ਨਾ, ਜੱਟਾਂ ਦੇ ਮੁੰਡੇ ਖਾਸ ਕਰਕੇ ਪੜ੍ਹਾਈ ਪੱਖੋਂ ਵੀ ਪਛੜ ਰਹੇ ਨੇ, ਜ਼ਮੀਨਾਂ ਵੀ ਖੁਰ ਰਹੀਆਂ। ਹੁਣ ਉਹਨਾਂ ਕੋਲ ਇੱਕੋ ਇੱਕ ਸੁਪਨਾ ਰਹਿ ਜਾਂਦਾ ਹੈ ਕਿ ਇੱਕ ਐਜੂਕੇਟਡ ਕੁੜੀ, ਚਾਹੇ ਅਸੀਂ ਉਹਦੇ ਖੰਭਾਂ ਤੇ ਸਵਾਰ ਹੋ ਕੇ ਆਈਲਟ ਉਹ ਕਰ ਨਹੀਂ ਸਕਦੇ ਤਾਂ ਅਸੀਂ ਬਾਹਰ ਚਲੇ ਜਾਈਏ, ਤੇ ਜਾਂ ਫਿਰ ਨੌਕਰੀ ਕਰਦੀਆਂ ਸਿਆਣੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਨਾਲ ਸਾਡਾ ਵਿਆਹ ਹੋ ਜੇ। ਇਹ ਉਹਨਾਂ ਦੇ ਮਨਾਂ ਦੇ ਵਿੱਚ ਸੁਪਨਾ ਹੈ। ਤੁਹਾਨੂੰ ਮੈਂ ਦੱਸਿਆ ਕਿ ਮਰਦਾਵਾ ਪ੍ਰਵਚਨ ਹੈ। ਕੁੜੀਆਂ ਦੇ ਕੀ ਸੁਪਨੇ ਨੇ ਇਹ ਹਜੇ ਬਾਹਰ ਨਹੀਂ ਆਏ। ਕੁੜੀਆਂ ਦੇ ਸੁਪਨੇ ਵੀ ਮਤਲਬ ਸਾਡੇ ਉਹਨਾਂ ਗੀਤਕਾਰਾਂ ਵੱਲੋਂ ਹੀ ਸਾਹਮਣੇ ਲਿਆਂਦੇ ਜਾਂਦੇ ਨੇ ਜਿਹੜੇ ਉਹਨਾਂ ਦੇ ਆਪ ਦੇ ਸੁਪਨੇ ਆ, ਤੇ ਕੁੜੀਆਂ ਨੂੰ ਉਹ ਥੋੜਾ ਨੀਵੇਂ ਥਾਂ ਰੱਖ ਕੇ, ਤੁਸੀਂ ਮਤਲਬ ਇਹਨਾਂ ਗੀਤਾਂ ਨੂੰ ਜਦੋਂ ਧਿਆਨ ਨਾਲ ਸੁਣੋਗੇ ਨਾ ਤਾਂ ਉਹੀ ਚੀਜ਼ ਵਿਕਣ ਲੱਗ ਜਾਂਦੀ ਹੈ ਜਿਹੜੀ ਅਸੀਂ ਮਾਰਕੀਟ ਦੇ ਵਿੱਚ ਸਿੱਟਣਾ ਸ਼ੁਰੂ ਕਰ ਦਿੰਦੇ ਹੈਗੇ ਆ। ਇਸ ਦੇ ਵਿੱਚ ਆ ਜਿਹੜੇ ਲੇਟੈਸਟ ਜਿਨ੍ਹਾਂ ਗੀਤਾਂ ਤੇ ਜ਼ਿਆਦਾ ਰੌਲਾ ਪੈਂਦਾ ਹੈ, ਜਦੋਂ ਅਸੀਂ ਉਹਨਾਂ ਨੂੰ ਕਹੀਏ ਬੰਦੂਕਾਂ ਵਿਕਦੀਆਂ, ਦੁਨਾਲੀਆਂ ਨੇ, ਕੋਈ ਮੁੱਛ ਰੱਖਦਾ, ਕੋਈ 47 ਨੇ। ਸਾਡੇ ਸਮਾਜ ਦੇ ਵਿੱਚ ਇਹ ਸਾਰਾ ਕੁਝ ਵਾਪਰ ਰਿਹਾ, ਸੱਤਾ ਦੇ ਨੱਕ ਹੇਠ ਵਾਪਰ ਰਿਹਾ ਹੈ। ਜਦੋਂ ਇਹਨਾਂ ਚੀਜ਼ਾਂ ਤੇ ਰੌਲਾ ਪੈਂਦਾ ਹੈ, ਇੱਕ ਪਾਸੇ ਤਾਂ ਸਾਨੂੰ ਪਤਾ ਸਭ ਨੂੰ AK-47 ਤੇ ਬੰਦਾ 5 ਸਾਲ ਜੇਲ੍ਹ ਕੱਟ ਕੇ ਆਉਂਦਾ, ਦੂਜਾ ਬੰਦਾ ਦਾਨ ਦਨਾਉਂਦਾ ਕਿਉਂ ਉਹੀ ਗੀਤ ਗਾ ਕੇ ਲੋਕਾਂ ਨੂੰ ਵੰਗਾ ਰਿਹਾ। ਦੇਖੋ ਸਭ ਨੂੰ ਪਤਾ ਹੈ ਇਸ ਕੇਸ ਦਾ, ਕਿਉਂਕਿ ਉਸ ਨੂੰ ਪਤਾ ਹੈ ਕਿ ਸੱਤਾ ਦੇ ਨਾਲ ਮਿਲ ਮਿਲਾ ਕੇ ਜਦੋਂ ਸਾਰਾ ਕੁਝ ਚੱਲ ਰਿਹਾ ਸਾਡੀ ਸੁਸਾਇਟੀ ਦੇ ਵਿੱਚ, ਪੁਲਿਸ ਉਸ ਦੇ ਵਿੱਚ ਸ਼ਾਮਲ ਹੋ ਜਾਂਦੀ ਹੈ। ਤੇ ਜਿਹੜੀ ਧੌਂਸ ਹੈ ਨਾ ਇਹ ਪੰਜਾਬੀ ਗਾਇਕੀ ਦੇ ਵਿੱਚ ਆਈ, ਇਹ ਧੌਂਸ ਕਿੱਥੋਂ ਆਈ? ਇਹ ਸ਼ੁਰੂ ਤੋਂ ਹੀ ਇਹ ਉਹੀ ਧੌਂਸ ਹੈ ਜਿਹੜੀ ਅਸੀਂ ਕਿਸੇ ਵੇਲੇ, ਮੈਂ ਤੁਹਾਨੂੰ ਫੇਰ ਮੁੜ ਕੇ ਵਾਪਸ ਲੈ ਕੇ ਜਾਨੀ ਆ, ਸੁੱਚਾ ਸੂਰਮਾ ਜਦੋਂ ਵਿਕਦਾ ਸਾਨੂੰ ਲੱਗਦਾ ਕਿਸੇ ਔਰਤ ਨੂੰ ਮਾਰ ਕੇ ਇਉਂ ਕੀਤਾ ਜਾ ਸਕਦਾ ਹੈ। ਇਹੀ ਧੌਂਸ ਹੋਣਾ ਜਦੋਂ ਲੋਕਾਂ ਦਾ ਇਨਸਾਫ ਦੇ ਵਿੱਚੋਂ, ਕਾਨੂੰਨ ਦੇ ਵਿੱਚੋਂ ਭਰੋਸਾ ਉੱਡ ਜਾਂਦਾ ਹੈ, ਉਸ ਵੇਲੇ ਫਿਰ ਇਹੋ ਜਿਹੀਆਂ ਚੀਜ਼ਾਂ ਪ੍ਰਮੋਟ ਹੁੰਦੀਆਂ। ਉਹ ਜਿਹੜੇ ਭਾਵੇਂ ਉਹ ਸਮਾਜ ਲਈ ਘਾਤਕ ਹੀ ਹੋਣ, ਉਹਨਾਂ ਨੂੰ ਐ ਲੱਗਦਾ ਜਿਹੜੇ ਮੌਕੇ ਤੇ ਇਨਸਾਫ ਕਰਦੇ ਬੰਦੇ ਆ 47 ਵਾਲੇ ਨਾ, ਫਿਰ ਉਹਨਾਂ ਨੂੰ ਚੰਗੇ ਲੱਗਣ,
ਉਹ ਫਿਰ ਨਾਇਕ ਬਣ ਜਾਂਦੇ ਨੇ, ਭਾਵੇਂ ਉਹ ਖਲਨਾਇਕ ਹੀ ਕਿਉਂ ਨਾ ਹੋਣ। ਹੁਣ ਮਤਲਬ ਆਪਾਂ ਥੋੜਾ ਜਿਹਾ ਪ੍ਰੀਤ ਨੂੰ ਇਨਵੋਲਵ ਕਰ ਲਈਏ ਆਪਾਂ। ਪ੍ਰੀਤ, ਇਸ ਵੇਲੇ ਅਸੀਂ ਸੱਚਮੁੱਚ ਬਹੁਤ ਸਾਰੇ ਨੈਗੇਟਿਵ ਟ੍ਰੈਂਡਸ ਨੂੰ ਬਹੁਤ ਚੈੱਕ ਕਰਦੇ ਆ ਸਾਡੀ ਗਾਇਕੀ ਦੇ ਵਿੱਚ। ਤੁਹਾਨੂੰ ਕੀ ਲੱਗਦਾ ਕਿ ਪੋਜ਼ਿਟਿਵ ਟ੍ਰੈਂਡ ਕਿਹੜੇ ਨੇ? ਮੈਂ ਕਿਉਂਕਿ ਤੁਸੀਂ ਸਿੱਧੇ ਤੌਰ ਤੇ ਹੁਣ ਨਵੀਂ ਗੀਤਕਾਰੀ ਨਾਲ ਜੁੜੇ ਹੋਏ ਹੋ, ਸਾਡੀ ਅੱਜ ਦੀ ਗੀਤਕਾਰੀ ਦੇ ਜੇ ਆਪਾਂ ਕੁਝ ਚੰਗੇ ਲੱਛਣ ਪਛਾਣਨੇ ਹੋਣ ਤਾਂ ਉਹ ਕਿਹੜੇ ਨੇ? ਹਾਂਜੀ, ਪਹਿਲਾਂ ਤਾਂ ਮੈਂ 2 ਮਿੰਟ ਨਾਲ ਕੋਈ ਚੀਜ਼ ਸੁਣਾਉਣੀ ਚਾਹੁੰਦਾ ਤੇ ਫਿਰ ਮੈਂ ਉਹਦੇ ਨਾਲ ਰਿਲੇਟਡ ਗੱਲ ਕਰਨੀ ਚਾਹੁੰਦਾ, ਹਨਾ ਜੀ ਸੰਖੇਪ ਬਸ। ਹਾਂਜੀ, ਮੈਨੂੰ ਸਰ ਉਹਦੇ ਨਾਲ ਕਲੀਅਰ ਨਹੀਂ ਹੋਣੀ ਗੱਲ, ਚਲੋ ਕੋਈ ਗੱਲ ਨਹੀਂ। ਤੇ ਮੈਨੂੰ 20 ਸਾਲ ਹੋ ਗਏ ਲਿਖਦੇ ਨੂੰ, ਜਿੱਦਾਂ ਦੇ ਮੈਂ ਗਾਣੇ ਲਿਖਦਾ ਤੇ ਹਜ਼ਾਰਾਂ ਚੋਂ ਸੱਭਿਆਚਾਰਕ ਗਾਣੇ ਨੇ ਸਾਰੇ, ਹਨਾ, ਜਿਹਦੇ ਵਿੱਚ ਮੈਂ ਕੁਛ ਕੁ ਤੁਹਾਨੂੰ ਸੁਣਾ ਦਿੰਦਾ। ਚਲੋ, ਤੇ ਜਿੱਦਾਂ ਹਾਲਾਤ ਵਿਗੜਦੇ ਵੇਖ ਵੇਖ ਕੇ ਭਰ ਗਿਆ ਏ ਮਨ ਮੇਰਾ, ਛਾਇਆ ਹਨੇਰਾ ਰੋਂਦਾ ਜੇਰਾ, ਕਾਸ਼ ਕਿਤੇ ਉਹ ਦਿਨ ਫਿਰ ਮੁੜ ਕੇ ਚੜ ਜਾਵੇ, ਜੇ ਕੇਰਾ ਪਾਵੇ ਫੇਰਾ ਸੁਰਖ ਸਵੇਰਾ, ਨਿੱਤ ਨਿੱਤ ਦੀਆਂ ਤੰਗੀਆਂ ਮੇਥੋਂ ਹੁਣ ਨਾ ਜਾਵਣ ਜਰੀਆਂ, ਅੱਖਾਂ ਬਰੀਆਂ ਰੀਝਾਂ ਮਰੀਆਂ, ਉਹ ਮਨ ਕਰੇ ਕਿ ਫਿਰ ਮੁੜ ਆਵਣ ਉਹ ਬੀਤੀਆਂ ਘੜੀਆਂ, ਖੁਸ਼ੀਆਂ ਭਰੀਆਂ ਮੌਜਾਂ ਬੜੀਆਂ, ਬਲਦ ਨਗੌਰੀ ਜੋੜੀ ਨੂੰ ਕਹਿ ਤੱਤਾ ਹੈਰ ਬਲਾਵਾਂ, ਗੱਡੇ ਜੜਾਵਾਂ ਜੋਤਾਂ ਪਾਵਾਂ, ਪੋ ਫੁੱਟਦੀ ਨੂੰ ਖੇਤ ਮੈਂ ਜਾ ਕੇ ਡੂੰਘਾ ਹਲ ਚਲਾਵਾਂ, ਟਿੱਬੇ ਬਾਹਾਂ ਸੋਨਾ ਉਗਾਵਾਂ, ਕਣਕ ਚੋਂ ਗੁੱਲੀ ਡੰਡਾ ਪੁੱਟ ਕੇ ਕੱਢਾਂ ਸਰੋਂ ਦੀਆਂ ਆੜਾਂ, ਕਰਕੇ ਵਾੜਾਂ ਵਿੱਚ ਬਈ ਹਾੜਾਂ, ਉਹ ਵਿੱਚ ਕੱਤੇ ਦੇ ਢੋਲ ਦੋ ਧਰ ਕੇ ਬਾਸਮਤੀ ਮੈਂ ਝਾੜਾਂ, ਗੁੜ ਵੀ ਪਾੜਾਂ ਵਿੱਚ ਘਲਾੜਾਂ, ਬਿਨ ਸਪਰੇਹੋਂ ਵਧਣ ਫੁੱਲਣ ਫਿਰ ਤੋਂ ਫਸਲਾਂ ਖੜੀਆਂ ਹਰੀਆਂ ਭਰੀਆਂ ਬਾਜਰੇ ਚਰੀਆਂ, ਮਨ ਕਰੇ ਕਿ ਫਿਰ ਮੁੜ ਆਵਣ ਉਹ ਬੀਤੀਆਂ ਘੜੀਆਂ, ਧਰੇ ਦਿਨਾਂ ਨੂੰ ਕੀਏ ਲੱਗਦਾ ਆ ਜਾਵੇ ਵਿਆਹ ਸ਼ਾਦੀ, ਬੰਨਾ ਤਾਜ਼ੀ ਪੱਗ ਗੁਲਾਬੀ, ਸੱਜੇ ਹੱਥੀਂ ਸਲਾਈ ਫੜ ਕੇ ਪਾਵੇ ਸੁਰਮਾ ਭਾਬੀ, ਪਾ ਗੁਰਗਾਬੀ ਸੂਟ ਵੀ ਨਾਭੀ, 20 ਦਿਨ ਨਾ ਮੁੜਨ ਬਰਾਤਾਂ ਘਰੋਂ ਜੋ ਕੇਰਾਂ ਤੁਰੀਆਂ, ਗੱਲਾਂ ਫੁਰੀਆਂ ਮਹਿਫਲਾਂ ਜੁੜੀਆਂ, ਕੱਚੇ ਰਾਹੀਂ ਸੰਗੀਤ ਲਾਪਣ ਉਹ ਬਲਦਾਂ ਦੀਆਂ ਖੁਰੀਆਂ, ਡਾਰ ਬਨ ਤੁਰੀਆਂ ਗੱਡੇ ਦੀਆਂ ਧੁਰੀਆਂ, ਇੱਕੋ ਇੱਕ ਚੀਜ਼ ਘਰ ਦੀ ਹੋਵੇ ਬੰਬਲ ਬੱਟੀਆਂ ਦਰੀਆਂ, ਪੀਲੀਆਂ ਹਰੀਆਂ ਦਾਜ ਤੇ ਬਰੀਆਂ, ਮਨ ਕਰੇ ਕਿ ਫਿਰ ਮੁੜ ਆਵਣ ਸ਼ੈਂਪੂ ਸ਼ੈਂਟ ਦਾ ਝੰਜਟ ਮੁੱਕੇ, ਸਾਬਣ ਰਿੰਡਾਂ ਦੀ ਲਾਵਾਂ, ਪੈਰ ਚਮਕਾਵਾਂ ਲਾ ਕੇ ਝਾਵਾਂ, ਵਿੱਚ ਕੋਲੂ ਦੇ ਸਰੋਂ ਨੂੰ ਪੀ ਕੇ ਘਰ ਦਾ ਤੇਲ ਬਣਾਵਾਂ, ਵਾਲਾਂ ਵਿੱਚ ਲਾਵਾਂ ਚੀਰਨੀਆਂ ਪਾਵਾਂ, ਰਹਿਣੀ ਬਹਿਣੀ ਸਾਦੀ ਹੋ ਜੇ ਘਰ ਦੇ ਫਿੱਡੇ ਜੁੱਤੇ, ਸਾਰਨ ਬੁੱਤੇ ਹਰ ਇੱਕ ਰੁੱਤੇ, 5 ਘਰਾਂ ਦੀ ਪੱਕੇ ਰੋਟੀ ਇੱਕੋ ਚੁੱਲ੍ਹੇ ਉੱਤੇ, ਸੀਰ ਨਾ ਟੁੱਟੇ ਏਦੂ ਕੀ ਉੱਤੇ, ਗਲੀ ਗਵਾਂਢ ਚ ਹੁੰਦੀਆਂ ਹੋਵਣ ਗੱਲਾਂ ਖਰੀਆਂ ਖਰੀਆਂ, ਮੂੰਹ ਤੇ ਕਰੀਆਂ ਉਹ ਰਸ ਭਰੀਆਂ, ਧੜੇਬਾਜ਼ੀ ਵੀ ਮੁੱਕੇ ਪਿੰਡਾਂ ਚੋਂ ਮੁੱਕੇ, ਧਿਰਾਂ ਦਾ ਪੇਚਾ ਹੋ ਜੇ ਏਕਾ ਏਕਾ ਮੇਕਾ, ਜੜ ਤੋਂ ਜਮਾ ਹੀ ਚੁੱਕਿਆ ਜਾਵੇ ਈਰਖਾ ਵਾਲਾ ਸੇਕਾ, ਦੁੱਧ ਸਪਰੇਟਾ ਦਾਰੂ ਦਾ ਠੇਕਾ, ਬਟਵਾਰਿਆਂ ਦੇ ਸਾਗਰੋਂ ਤਰਜੇ ਭਾਈਚਾਰੇ ਦੀ ਬੇੜੀ, ਢਹੇ ਨਾ ਢੇਰੀ ਪਿੰਡ ਸੰਘਰੇੜੀ, ਹੱਸਦਾ ਗਾਉਂਦਾ ਪੰਜਾਬ ਏ ਬਣ ਜੇ ਨਾ ਕੋਈ ਰਹੇ ਨਸ਼ੇੜੀ, ਗੱਲ ਮੈਂ ਛੇੜੀ ਇੱਥੇ ਨਵੇੜੀ, ਉਹ ਪ੍ਰੀਤ ਦਾਦੀ ਮਾਂ ਫੇਰ ਸੁਣਾਵੇ ਬਾਤਾਂ ਖਰੀਆਂ ਖਰੀਆਂ, ਭਾਉਂਦੀਆਂ ਬੜੀਆਂ ਉਹ ਜਲ ਪਰੀਆਂ, ਮਨ ਕਰੇ ਕਿ ਫਿਰ ਮੁੜ ਆਵਣ। ਹੁਣ ਸਰ ਮੈਂ ਕਹਿਣਾ ਚਾਹੁੰਦਾ ਕਿ ਗੀਤਕਾਰੀ ਅਸਲ 'ਚ ਇਹ ਆ ਵੀ ਗੀਤਕਾਰਾਂ ਨੂੰ ਕੋਈ ਨਹੀਂ ਪੁੱਛਦਾ, ਉਹਨਾਂ ਨਾਲ ਕੋਈ ਗੱਲ ਨਹੀਂ ਕਰਦਾ ਹੈਗਾ। ਜਿਵੇਂ ਹੁਣ ਹੀ ਲਾ ਲਓ ਆਪਾਂ 1 ਘੰਟਾ ਹੋ ਗਿਆ ਜੀ, ਹਨਾ, ਤੇ ਆਪਾਂ ਜੇ ਸਾਰਿਆਂ ਨਾਲ ਗੱਲ ਕਰਨੀ ਹੋਵੇ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਟਾਈਮ ਚਾਹੀਦਾ। ਗੀਤਕਾਰੀ ਦੇ ਅੰਦਰ ਕੀ ਹੈ, ਉਹ ਕੀ ਸੋਚਦਾ, ਕਿਉਂ ਏਦਾਂ ਦੇ ਗਾਣੇ ਲਿਖਦਾ। ਹੁਣ ਮੈਂ ਏਦਾਂ ਦੇ ਗਾਣੇ ਲਿਖਦਾ, ਲਖਵਿੰਦਰ ਬਡਾਲੀ ਸਾਹਿਬ ਨੇ ਮੇਰਾ ਗਾਣਾ ਗਾਇਆ ਸੀ, ਕਦੇ ਪਿੰਡ ਯਾਦ ਆਉਂਦਾ ਕਦੇ ਮਾਂ ਯਾਦ ਆਉਂਦੀ, ਹਨਾ, ਮਨਮੋਹਨ ਵਾਰਸ ਭਾਜੀ ਨੇ ਗਾਇਆ, ਕਮਲ ਹੀਰ ਨੇ ਵਿਰਸਾ ਗਾਇਆ ਮੇਰਾ, ਹਨਾ। ਹੁਣ ਮੇਰਾ ਮੈਂ ਤੁਹਾਨੂੰ ਇਹਦੀ ਇੱਕ ਨਾਲ ਰਿਲੇਟਡ ਗੱਲ ਦੱਸਦਾ ਵੀ ਮੇਰਾ ਇੱਕ ਦੋਸਤ ਆ, ਉਹਦੇ ਕੋਲੇ ਇੱਕ ਮੇਰੇ ਦੂਜੇ ਦੋਸਤ ਨੇ ਗੱਲ ਕੀਤੀ, ਇਹ ਸਿਰਫ 10 ਦਿਨ ਦੀ ਗੱਲ ਆ ਪਿਛਲੇ ਦੀ, ਹਨਾ, ਤੇ ਉਹ ਕਹਿੰਦਾ ਯਾਰ ਜਿਹੜਾ ਪ੍ਰੀਤ ਆ ਨਾ ਆਪਣਾ, ਪ੍ਰੀਤ ਸੰਘਰੇੜੀ, ਉਹ ਕਹਿੰਦਾ ਉਹ ਤਾਂ ਬਲਦਾਂ ਦੀ ਖੁਰੀਆਂ ਦੀਆਂ ਗੱਡੇ ਪੰਜਾਲੀਆਂ ਦੀਆਂ ਗੱਲਾਂ ਕਰੀ ਜਾਂਦਾ, ਕਹਿੰਦਾ ਉਹੀ ਪੁਰਾਣੀਆਂ ਗੱਲਾਂ ਚੋਂ ਬਾਹਰ ਨਹੀਂ ਆਉਂਦਾ, ਕਹਿੰਦਾ ਉਹਨੂੰ ਪਤਾ ਹੀ ਨਹੀਂ ਹੈਗਾ ਦੁਨੀਆ ਕਿੱਥੇ ਪਹੁੰਚ ਗਈ। ਹੁਣ ਉਹ ਨਵੀਂ ਪੀੜ੍ਹੀ ਦਾ ਮੁੰਡਾ, ਉਹ ਇਹ ਗੱਲ ਕਹਿ ਰਿਹਾ। ਦੂਜੇ ਪਾਸੇ ਜਦੋਂ ਮੈਂ ਇਹੀ ਗੱਲ ਬਜ਼ੁਰਗਾਂ ਨੂੰ ਸੁਣਾਉਣਾ ਤਾਂ ਉਹ ਕਹਿੰਦੇ ਨੇ ਵਾਹ ਓਏ ਪ੍ਰੀਤ, ਤੈਂ ਯਾਰ ਉਹ ਟਾਈਮ ਦੇਖਿਆ ਨਹੀਂ ਹੈਗਾ, ਤੇਰੀ ਛੋਟੀ ਉਮਰ ਆ, ਤੂੰ ਕਮਾਲ ਕਰਦਾ ਯਾਰ, ਤੂੰ ਪੁਰਾਣੀਆਂ ਗੱਲਾਂ ਲਿਖਦਾ। ਮੈਨੂੰ ਐ ਨਹੀਂ ਪਤਾ ਵੀ ਮੇਰਾ ਉਹ ਦੋਸਤ ਗਲਤ ਆ ਜਿਹੜਾ ਅੱਜ ਦੀ ਪੀੜ੍ਹੀ ਦਾ, ਉਹ ਬੰਦੇ ਗਲਤ ਨੇ, ਸਾਡੇ ਬਜ਼ੁਰਗ ਗਲਤ ਨੇ। ਹੁਣ ਜਿੱਦਾਂ ਇੱਕ ਮੈਂ ਦੱਸਦਾ, ਜਿੱਦਾਂ 12 ਮਹੀਨੇ ਹੁੰਦੇ ਆ, ਜੇਠ ਹਾੜ ਸੌਣ ਭਾਦੋ ਕੱਤਾ, ਹਨਾ, ਦੇਸੀ ਮਹੀਨੇ ਆਗੇ। ਹੁਣ ਕੁੜੀ ਦੀ ਡੋਲੀ ਘਰੋਂ ਤੁਰਦੀ ਆ, ਉੱਤੋਂ ਦੀ ਪੈਸੇ ਸੁੱਟੇ ਜਾਂਦੇ ਆ, 12 ਮਹੀਨੇ ਕਿੱਦਾਂ ਉਹਦੇ ਵਿੱਚ ਆਉਂਦੇ ਆ। ਕਹਿੰਦਾ ਦਿਨ ਹਾੜ ਵਾਲੇ ਕਦ ਖੜਦੇ ਨੇ, ਦਿਨ ਸੌਣ ਕਿਉਂ, ਜਦੋਂ ਇਹਦੇ ਵਿੱਚ ਕੱਲਾ ਕੱਲਾ ਮਹੀਨਾ ਕਿ ਦਿਨ ਹਾੜ ਵਾਲੇ ਕਦ ਖੜਦੇ ਨੇ, ਹਨਾ, ਇੱਕ ਅਸਥਾਈ ਹੀ ਸੁਣਾਉਣੀ ਆ। ਦਿਨ ਹਾੜ ਵਾਲੇ ਕਦ ਖੜਦੇ ਨੇ, ਜਦ ਸੌਣ ਜਿਉਂ ਪੈਸੇ ਵਰਦੇ ਨੇ, 2 ਮਹੀਨੇ ਆ ਗਏ, ਰੰਗ ਵਿਸਾਖ ਦੀ ਕਣਕ ਜਿਹਾ ਚੜ ਗਿਆ ਸਹੁਰੇ ਪਿੰਡ ਵੜਦੀ ਨੂੰ, ਮਾਘ ਮਹੀਨੇ ਮੱਘਰ ਸਿਉਂ ਵਿਆਹ ਲਿਆਇਆ ਫੱਗਣ ਵਰਗੀ ਨੂੰ। ਹੁਣ ਮੱਘਰ ਮਹੀਨਾ ਵੀ ਆ ਤੇ ਨਾ ਵੀ ਆ। ਤੇ ਗੱਲ ਭਾਜੀ, ਗੱਲ ਸਰ ਸੌਰੀ ਇਹ ਹੈਗੀ
ਕਿ ਗੀਤਕਾਰਾਂ ਨੂੰ ਪੁੱਛਿਆ ਨਹੀਂ ਜਾਂਦਾ ਗੱਲ ਕੀ ਆ, ਕਿਉਂਕਿ ਇੱਕ ਆਪਣਾ ਬੋਡੀ ਬਿਲਡਿੰਗ ਕੰਪੀਟੀਸ਼ਨ ਹੁੰਦਾ ਕੈਟ ਅਤੇ ਰੈਪ ਦੇ ਉੱਤੇ, ਜਿਹੜੇ ਬੋਡੀ ਬਿਲਡਿੰਗ ਨੇ ਉਹ ਤੁਰਦੇ ਨੇ, ਉਹਨਾਂ ਦੀਆਂ ਲੋਕ ਫੋਟੋਆਂ ਖਿੱਚਦੇ ਆ, ਉਹ ਡੌਲੇ ਏਦਾਂ ਏਦਾਂ ਕਰਕੇ ਦਿਖਾਉਂਦੇ ਆ। ਇਹ ਬਾਹਰੀ ਰੂਪ ਦੇਖ ਰਹੇ ਆ ਸਾਰੇ ਗੀਤਕਾਰੀ ਦਾ। ਹੁਣ ਜਿਹੜਾ ਉਹਦਾ ਸਰੀਰ ਦਾ ਅੰਦਰੂਨੀ ਰੂਪ ਆ ਉਹ ਡਾਕਟਰ ਨੂੰ ਪਤਾ, ਜਾਂ ਤਾਂ ਡਾਕਟਰ ਨੂੰ ਪਤਾ ਵੀ ਉਹ ਕਿਵੇਂ, ਕੀ ਗੱਲਬਾਤ ਆ ਉਹਦੇ ਅੰਦਰ। ਇਸੇ ਤਰ੍ਹਾਂ ਜਿਹੜੀ ਗੀਤਕਾਰੀ ਹੈ ਜੋ ਗੀਤਕਾਰ ਹੀ ਦੱਸ ਸਕਦਾ। ਜੇ ਆਪਾਂ ਗੀਤ, ਹੁਣ ਮੈਂ ਫਰਜ਼ ਕਰੋ ਮੈਂ ਡਾਕਟਰੀ ਨਾਲ ਨਹੀਂ ਜੁੜਿਆ ਹੋਇਆ, ਮੈਂ ਕਬੱਡੀ ਨਾਲ ਨਹੀਂ ਜੁੜਿਆ ਹੋਇਆ, ਮੈਂ ਕਬੱਡੀ ਬਾਰੇ ਗੱਲਾਂ ਕਰੀ ਜਾਵਾਂ, ਯਾਰ ਕਬੱਡੀ ਏਦਾਂ ਹੁੰਦੀ ਏਦਾਂ, ਇਹ ਕੋਈ ਤੁਕ ਮੇਰੇ ਖਿਆਲ ਚ ਨਹੀਂ ਬਣਦੀ। ਆਪਾਂ ਹੰਡਾਵਾਂਗੇ ਮਰ ਕੇ ਹੀ ਸੁਰਗ ਜਿਹੜਾ ਪਤਾ ਲੱਗਦਾ ਹੈ। ਗੀਤਕਾਰੀ ਦੇ ਆਪਣੇ ਦਰਦ ਨੇ, ਕੋਈ ਸ਼ੱਕ ਨਹੀਂ। ਗੀਤਕਾਰੀ ਪਰਦੇ ਪਿੱਛੇ ਰਹਿੰਦੀ ਹੈ, ਗੀਤ ਨੂੰ ਗੀਤ ਦੇ ਪੈਸੇ ਨਹੀਂ ਮਿਲਦੇ ਉਹਨੂੰ, ਉਹਨੇ ਕਲਾਕਾਰ ਬਹੁਤ ਸਾਰੇ ਪੈਸੇ ਕਮਾ ਜਾਂਦਾ। ਬਹੁਤ ਸਾਰੇ ਇਸ਼ੂ ਨੇ ਗੀਤਕਾਰੀ ਦੇ, ਉਹਦੇ ਆਪਾਂ ਗੱਲ ਕਦੇ ਕਰਾਂਗੇ। ਬਰਾੜ ਮੈਡਮ, ਮੈਂ ਜਿਹੜੀ ਹੁਣ ਆਪਾਂ ਸਮਾਂ ਬਹੁਤ ਘੱਟ ਹੈ, ਇੱਕ ਦੋ ਸਵਾਰੀ ਆਪਾਂ ਲੈ ਸਕਦੇ ਹਾਂ। ਮੈਂ ਜਿਹੜਾ ਇੱਕ ਸਵਾਲ ਤੁਹਾਨੂੰ ਕਰਦਾ ਕਿ ਸਾਡੀ ਗੀਤਕਾਰੀ ਦੇ ਵਿੱਚ ਇੱਕ ਟ੍ਰੈਂਡ ਲੋਕ ਪੱਖੀ ਗਾਇਕੀ ਦਾ ਰਿਹਾ, ਜਿਹਦੇ ਵਿੱਚ ਲੋਕ ਸੰਗੀਤ ਮੰਡਲੀ ਭਦੌੜ ਆ ਜਾਂਦੀ ਹੈ, ਜਿਹਦੇ ਵਿੱਚ ਜਗਰਾਜ ਧੌਲਾ ਆ ਜਾਂਦਾ ਹੈ, ਜਿਹਦੇ ਵਿੱਚ ਜਗਸੀਰ ਜਿਹਦਾ ਆ ਜਾਂਦਾ ਹੈ। ਅੱਜ ਦੀ ਗੀਤਕਾਰੀ ਦੇ ਵਿੱਚ ਤੁਸੀਂ ਉਸ ਨੂੰ ਕਿੱਥੇ ਜੇ ਰੱਖ ਰਹੇ ਹੋ? ਉਹਦਾ ਕਿੰਨਾ ਮਤਲਬ ਉਹਦਾ ਭਵਿੱਖ ਹੈ ਉਹਦਾ? ਦੇਖੋ ਜੀ, ਮੈਂ ਇਹ ਤੁਹਾਨੂੰ ਦੱਸਾਂਗੀ, ਜਿੱਥੋਂ ਤੱਕ ਇਨਕਲਾਬੀ ਗਾਇਕੀ ਦਾ ਸੰਬੰਧ ਹੈ ਨਾ, ਇਹ ਸੰਤ ਰਾਮ ਉਦਾਸੀ ਵੇਲੇ ਉਦੋਂ ਵੀ ਉਹ ਬਨੇਰਿਆਂ ਤੇ ਵੱਜਦਾ ਸੀ, ਅੱਜ ਵੀ ਸੰਤ ਰਾਮ ਉਦਾਸੀ ਨੂੰ ਓਨਾ ਹੀ ਪਿਆਰ ਕੀਤਾ ਜਾਂਦਾ, ਅੱਜ ਵੀ ਉਸੇ ਤਰ੍ਹਾਂ ਹੀ ਵੱਜਦਾ ਹੈ। ਇਸੇ ਤਰ੍ਹਾਂ ਜਗਰਾਜ ਧੌਲਾ ਉਦੋਂ ਵੀ ਸੁਣਿਆ ਜਾਂਦਾ ਸੀ, ਅੱਜ ਵੀ ਸੁਣਿਆ ਜਾ ਰਿਹਾ ਹੈ। ਮੈਂ ਸਿਰਫ ਜਲਦੀ ਜਲਦੀ ਤੁਹਾਡੇ ਨਾਲ ਉਹ ਗੱਲਾਂ ਕਰਨੀਆਂ ਚਾਹੁੰਦੀ ਹਾਂ। ਇੱਕ ਤਾਂ ਜਿਹਨੂੰ ਆਪਾਂ ਕਹਿੰਦੇ ਹਾਂ ਤਥਾ ਕਥਿਤ ਅਸ਼ਲੀਲ ਗਾਇਕੀ, ਠੀਕ ਹੈ, ਵੀ ਅਸ਼ਲੀਲ ਗਾਇਕੀ ਕਿਹੜੀ ਹੈ। ਮੈਨੂੰ ਨਹੀਂ ਲੱਗਦਾ ਕਿ ਇਹ ਟ੍ਰੈਂਡ ਜਿਹੜਾ ਸਾਨੂੰ ਇਉਂ ਲੱਗਦਾ, ਅਸਲ ਦੇ ਵਿੱਚ ਤਾਂ ਬੈਡਰੂਮ ਵਾਲੀਆਂ ਗੱਲਾਂ ਬਾਤਾਂ ਹੀ ਆ। ਜਦੋਂ ਉਹ ਸਾਹਮਣੇ ਹੋਣ ਲੱਗ ਜਾਣ ਉਦੋਂ ਸਾਨੂੰ ਅਸ਼ਲੀਲ ਲੱਗਣ ਲੱਗ ਜਾਂਦਾ, ਜਦੋਂ ਉਹਲੇ ਪਰਦੇ ਦੇ ਵਿੱਚ ਹੋਣ ਉਦੋਂ ਸਾਨੂੰ ਸਾਰਾ ਕੁਝ ਕੋਈ ਬੁਰਾ ਨਹੀਂ ਲੱਗਦਾ, ਠੀਕ ਲੱਗਣ ਲੱਗ ਜਾਂਦਾ। ਤੁਸੀਂ ਹੀਰ ਵਾਰਸ ਪੜ੍ਹ ਲਓ, ਕੀ ਹੈ, ਉਦੋਂ ਕਿਹੜਾ ਔਰਤ ਦੇ ਨਕਸ਼ਕ ਵਰਣਨ ਨਹੀਂ ਹੁੰਦੇ ਸੀ। ਤੇਰੀ ਤਰਕੜੀ ਦੀਆਂ ਤੇਰੀ ਤਰਕੜੀ ਦੀਆਂ ਡਸਾਂ ਢਿੱਲੀਆਂ ਨੇ ਤੇ ਤੋਲਿਆ ਲੌਂਗ ਸਪਾਰੀਆਂ ਨੂੰ, ਖੁੱਲੇ ਭਾਵ ਸਦਾਗਰਾਂ ਵਣਜ ਕੀਤੇ, ਘਾਟੇ ਪੈ ਗਏ ਵਣਜ ਵਪਾਰੀਆਂ ਨੂੰ। ਤੇ ਜਦੋਂ ਆਉਂਦਾ ਲੱਕ 28 ਕੁੜੀ ਦਾ, 47 ਵੇਟ ਕੁੜੀ ਦਾ, ਉਦੋਂ ਸਾਨੂੰ ਤਕਲੀਫਾਂ ਹੋਣ ਲੱਗਦੀਆਂ ਨੇ। ਔਰਤ ਨੂੰ ਤਾਂ ਸਦਾ ਹੀ ਉਹਦੇ ਅੰਗਾਂ ਨਾਲ ਮਿਣਿਆ ਜਾਂਦਾ ਰਿਹਾ। ਮੈਂ ਬਾਰ-ਬਾਰ ਜਦੋਂ ਇਹ ਗੱਲ ਉਠਾਉਣੀ ਆ ਨਾ, ਇਹ ਗੱਲ ਥੋੜੀ ਜਿਹੀ ਸਮਝਣ ਵਾਲੀ ਆ, ਕਿਉਂਕਿ ਸਾਡੇ ਵਿੱਚ ਅੱਜ ਗੀਤਕਾਰ ਬੈਠੇ ਹੋਏ ਨੇ, ਤਾਂ ਕਿ ਇਹ ਇਸ ਗੱਲ ਦਾ ਖਿਆਲ ਰੱਖਣਾ ਇਹਨਾਂ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ। ਦੂਜੀ ਗੱਲ ਹੈ ਕਿ ਸਾਡੇ ਜਿਹੜੇ ਗੀਤਾਂ ਦੇ ਵਿੱਚ ਜਿਹੜੇ ਬਹੁਤ ਪਾਪੂਲਰ ਹੋ ਰਹੇ ਨੇ, ਸਾਨੂੰ ਉਹਨਾਂ ਅਸ਼ਲੀਲ ਗਾਇਕੀ ਤੋਂ ਉਹਨਾਂ ਜ਼ਿਆਦਾ ਖਤਰਾ ਨਹੀਂ, ਖਾਸ ਕਰਕੇ ਔਰਤਾਂ ਨੂੰ ਖਤਰਾ ਹੈ। ਗੀਤਾਂ ਦੇ ਵਿੱਚ ਪਿਤਰਕੀ ਮੂੰਹ ਜੜ ਕੇ ਬੋਲ ਰਹੀ ਹੈ। ਉਹ ਗੀਤ ਬੜੇ ਸ਼ਾਇਸਤਾ ਨੇ, ਲੋਕਾਂ ਦੇ ਵਿੱਚ ਵੱਧ ਪਾਪੂਲਰ ਹੋ ਰਹੇ ਨੇ। ਮੈਂ ਤੁਹਾਨੂੰ ਇੱਕ ਗੀਤ ਦੀ ਉਦਾਹਰਨ ਦਿੰਦੀ ਹਾਂ, ਕਿੱਥੋਂ ਜੰਮ ਪਈ ਤੂੰ ਸਾਡੇ ਵਿਹੜੇ ਬੇਰੀਏ, ਸਿਰਾਂ ਦੀ ਪੱਗ ਲਾਉਣ ਲੱਗ ਪਈ। ਮੈਨੂੰ ਨਹੀਂ ਸਮਝ ਪੈਂਦੀ ਵੀ ਕਾਹਦੇ ਨਾਲ ਇੱਕ ਪੜ੍ਹੀ ਲਿਖੀ ਕੁੜੀ ਵੱਧ ਤੋਂ ਵੱਧ ਆਪਣੀ ਮਰਜ਼ੀ ਨਾਲ ਵਿਆਹ ਕਰਾ ਰਹੀ ਹੈ। ਮੈਨੂੰ ਨਹੀਂ ਲੱਗਦਾ ਇਸ ਤੋਂ ਵੱਡਾ ਕੰਮ ਕਰ ਰਹੀ ਹੈ, ਤੇ ਉਹ ਸਾਨੂੰ ਸਿਰਾਂ ਦੀ ਪੱਗ ਲਾਉਂਦੀ ਲੱਗਣ ਲੱਗ ਜਾਂਦੀ ਹੈਗੀ ਆ। ਤੇ ਇੱਕ ਔਰਤ ਨੂੰ ਜਾਣੀ ਪੇਸ਼ ਜਦੋਂ ਅਸੀਂ ਇਸ ਤਰ੍ਹਾਂ ਕਰਦੇ ਆ ਨਾ, ਤੇ ਜਾਂ ਫਿਰ ਕਿਵੇਂ ਆ, ਬੱਸਾਂ ਤੇ ਕੁੜੀਆਂ ਆਉਂਦੀਆਂ ਹੀ ਰਹਿਣਗੀਆਂ, ਜਾਣੀ ਇੱਕ ਬੱਸ ਇੱਕ ਔਰਤ, ਦੋਨਾਂ ਤੇ ਸਵਾਰੀ ਕੀਤੀ ਜਾ ਸਕਦੀ ਹੈ। ਜਦੋਂ ਮਤਲਬ ਅਸੀਂ ਔਰਤ ਨੂੰ ਇਸ ਤਰ੍ਹਾਂ ਸਮਝਾਂਗੇ, ਤੇ ਜਾਂ ਫਿਰ ਔਰਤ ਦੇ ਮੂੰਹੋਂ ਹੀ ਔਰਤ ਗਾਉਂਦੀ ਹੈ, ਸਿਰਫ ਔਰਤ ਗਾਇਕ ਹੈ, ਅੱਜ ਹੋਰ ਕੁਛ ਨਹੀਂ। ਨਾ ਔਰਤ ਨਿਰਦੇਸ਼ਕ ਹੈ, ਨਾ ਔਰਤ ਗੀਤਕਾਰ ਹੈ। ਔਰਤ ਇੱਕ ਕਠਪੁਤਲੀ ਹੈ, ਜਿਹੜੀ ਜਾਂ ਨਿਰਦੇਸ਼ਕ ਦੇ ਜਾਂ ਗੀਤਕਾਰਾਂ ਦੇ ਹੱਥਾਂ ਦੇ ਵਿੱਚ ਕਠਪੁਤਲੀ ਬਣ ਕੇ ਮਤਲਬ ਖੇਡ ਰਹੀ ਆ। ਉਹਦੀਆਂ ਜਿਹੜੀਆਂ ਡੋਰਾਂ ਨੇ ਉਹ ਗੀਤਕਾਰਾਂ ਦੇ ਹੱਥ ਦੇ ਵਿੱਚ ਹੈ। ਹੁਣ ਤੁਸੀਂ ਇਹ ਨਾ ਸਮਝ ਲਿਓ ਕਿ ਸਾਰੇ ਗੀਤਕਾਰ ਇਹ ਹੈ, ਪਰ ਜ਼ਿਆਦਾਤਰ ਜਿਹੜਾ ਔਰਤ ਨੂੰ ਡਿਫਾਈਨ ਕੀਤਾ ਜਾ ਰਿਹਾ, ਕਿਸੇ ਵੀ ਐਂਗਲ ਤੋਂ ਕੀਤਾ ਜਾ ਰਿਹਾ, ਉਹ ਉਸ ਪੱਖ ਤੋਂ ਕੀਤਾ ਜਾ ਰਿਹਾ। ਕਈ ਵਾਰ ਚੇਤਨ ਤੌਰ ਤੇ, ਕਈ ਵਾਰ ਪਤਾ ਹੀ ਨਹੀਂ ਹੁੰਦਾ। ਸਿਆਣੇ ਗਾਇਕ, ਤੁਸੀਂ ਮੈਂ ਕਹਿੰਦੀ ਆਪੋ ਆਪਣੇ ਗੀਤ ਧਿਆਨ ਨਾਲ ਘਰੇ ਜਾ ਕੇ ਖੁਦ ਪੜ੍ਹ ਕੇ ਦੇਖ ਲਓ। ਦੂਜੇ ਚੌਥੇ ਵਾਕ ਦੇ ਵਿੱਚ ਇਹ ਜਾਂਦਾ ਕਿ ਮਰਦਾਂ ਤੇ ਪੈਂਦੀਆਂ ਨੇ। ਮੈਨੂੰ ਸਮਝ ਨਹੀਂ ਪੈਂਦੀ, ਅੱਜ ਜਿਹੜੇ ਮਰਦ ਆ ਉਹ ਤਾਂ ਖੁਦਕੁਸ਼ੀਆਂ ਕਰੀ ਜਾ ਰਹੇ ਨੇ। ਇੱਕ ਘਰ ਦੇ ਵਿੱਚ 4 ਔਰਤਾਂ ਵਿਧਵਾ ਬੈਠੀਆਂ ਨੇ, ਮੈਨੂੰ ਤਾਂ ਲੱਗਦਾ ਔਰਤਾਂ ਤੇ ਪੈਂਦੀਆਂ ਨੇ, ਔਰਤ ਸਾਰਾ ਕੁਛ ਜਰਦੀ ਹੈ। ਪੰਜਾਬ ਦੀਆਂ ਇਹਨਾਂ ਸੰਕਟਾਂ ਨੂੰ ਸਮਝਣ ਦੀ ਬਜਾਏ ਅਸੀਂ ਕਿਹੜੇ ਭੁਲੇਖਿਆਂ 'ਚ ਜਿਉਂ ਜਾਂਦੇ ਹਾਂ। ਸਾਡੇ 'ਚ ਜਿਹੜੀ ਮਰਦ ਹਉਮੈ ਹੈ, ਜਿਹੜੀ ਪਿਤਰਕੀ ਹੈ ਕਿ ਔਰਤ ਨੂੰ ਅਸੀਂ ਰੱਖਣਾ ਕਿੱਥੇ ਜੇ ਹੈ, ਤੇ ਜਾਂ ਫਿਰ ਉਹਨੂੰ ਖਾਣ ਦੀ ਕੁੱਤੀ ਬਣਾਇਆ ਜਾ ਰਿਹਾ ਹੈ, ਵੀ ਤੈਨੂੰ ਆਹ ਸੂਟ ਲੈ ਕੇ ਦੇਵਾਂਗੇ, ਤੂੰ ਦਾਰੂ ਪੀਨੀ ਹੈ, ਤੂੰ ਕਿੰਨੀਆਂ ਕੁ ਔਰਤਾਂ ਨੇ ਜਿਹੜੀਆਂ ਦਾਰੂ ਪੀਂਦੀਆਂ ਨੇ, ਤੇ ਜਾਂ ਫਿਰ ਔਰਤਾਂ ਮੂੰਹੋਂ ਹੀ ਸੋਹਣੇ ਸੂਟ ਦਵਾਉਂਦਾ ਰਹੀ ਜੱਟੀ ਨੂੰ। ਕੀ ਉਹਦੀਆਂ ਜਿਹੜੀਆਂ ਨੀਡਸ ਨੇ ਔਰਤ ਦੀਆਂ, ਪੜ੍ਹਨ ਲਿਖਣ ਦੀ ਉਹਦੇ 'ਚ ਭੁੱਖ ਨਹੀਂ, ਦੂਜੇ ਮਨੁੱਖਾਂ ਨੂੰ ਵਿਚਰਨ ਦੀ ਉਹਦੇ 'ਚ ਭੁੱਖ ਨਹੀਂ, ਉਹਨੂੰ ਸੂਟਾਂ ਤੱਕ ਸੀਮਿਤ ਕੀਤਾ ਜਾ ਰਿਹਾ ਹੈ। ਹੁਣ ਇਹ ਔਰਤਾਂ ਦੇ ਲਿਖੇ ਗੀਤ ਨਹੀਂ। ਮੈਂ ਤਾਂ ਜਾਣੀ ਇੱਕ ਪਿਤਰਕੀ ਤੋਂ ਜਿੰਨਾ ਵੱਡਾ ਖਤਰਾ ਹੈ,
ਸ਼ਾਇਸਤਾ ਗੀਤਾਂ ਦੇ ਵਿੱਚ ਜਿਵੇਂ ਸਾਡੇ ਸਾਹਮਣੇ ਪਰੋਸਿਆ ਜਾ ਰਿਹਾ ਹੈ ਤੇ ਅਸੀਂ ਬੜੇ ਉਹਦੇ ਨਾਲ ਨਾ ਬੜੇ ਖੁਸ਼ ਹੋ ਕੇ ਵੀ ਆਹ ਤਾਂ ਜੀ ਔਰਤ ਦਾ ਬੜਾ ਇਮੇਜ ਹੈ, ਔਰਤ ਦਾ ਰਸਤਾ ਰੋਕਿਆ ਜਾ ਰਿਹਾ, ਬਹੁਤ ਕੁਝ ਲੁਕਿਆ ਹੋਇਆ ਆ ਰਿਹਾ ਜਿਹਨੂੰ ਸਮਝਣ ਦੀ ਜ਼ਰੂਰਤ। ਮਨਪ੍ਰੀਤ, ਆਪਾਂ ਲਾਸਟ ਸਵਾਲ ਵੱਲ ਆ ਰਹੇ ਹਾਂ। ਮੈਨੂੰ ਇਹ ਦੱਸੋ ਕਿ ਇਸ ਵੇਲੇ ਜਿਹੜੀ ਸਥਿਤੀ ਇਹ ਹੈ ਕਿ ਇੱਕ ਪਾਸੇ ਸਾਡੇ ਕੋਲ ਸੂਫੀ ਗਾਇਕੀ ਵੀ ਹੈਗੀ ਹੈ ਨਾ, ਉਹ ਚਾਹੇ ਲਖਵਿੰਦਰ ਬਡਾਲੀ ਉਹਨਾਂ ਦਾ ਘਰਾਣਾ ਹੈ ਜਿਹੜਾ, ਚਾਹੇ ਸਤਿੰਦਰ ਸਰਤਾਜ ਹੈ, ਉਹਨੂੰ ਵੀ ਸੁਣਨ ਵਾਲੇ ਲੋਕ ਨੇ, ਤੇ ਇੱਕ ਪਾਸੇ ਸਿੱਧੂ ਮੂਸੇ ਨੂੰ ਸੁਣਨ ਵਾਲੇ ਲੋਕ ਵੀ ਨੇ, ਹਨਾ। ਤੁਸੀਂ ਕਿੱਥੇ ਜੇ ਮਹਿਸੂਸ ਕਰਦੇ ਹੋ ਕਿ ਅੱਜ ਦੀ ਗਾਇਕੀ ਦੇ ਟ੍ਰੈਂਡ ਕਿਵੇਂ ਦੇ ਚੱਲਣਗੇ, ਭਵਿੱਖ ਕੀ ਹੈ ਇਹਦਾ ਇਸ ਮੁੱਦੇ? ਦੇਖੋ, ਭਵਿੱਖ ਬਾਰੇ ਤਾਂ ਮਤਲਬ ਅੰਦਾਜ਼ਾ ਲਾਉਣਾ ਬਹੁਤ ਕਿਸੇ ਵੀ ਗੱਲ ਲਈ ਮੁਸ਼ਕਲ ਹੈ, ਲੇਕਿਨ ਮੈਂ ਹਮੇਸ਼ਾ ਇਹ ਗੱਲ ਸੋਚਦਾ ਹੁੰਦਾ ਕਿ ਕਿਸੇ ਵੀ ਚੀਜ਼ ਦਾ ਨਾ ਤਾਂ ਬੀਜ ਨਾਸ਼ ਹੁੰਦਾ ਕਦੇ ਵੀ। ਦੂਸਰਾ ਇਹ ਹੈ ਕਿ ਸਾਨੂੰ ਜਿਹੜਾ ਹੈ ਸਾਡੀ ਪ੍ਰਾਇੋਰਟੀ ਕੀ ਹੈ, ਜਿਹੜੀ ਸਾਡੀ ਪਹਿਲ ਕਿਸ ਗੱਲ ਨੂੰ ਹੈ। ਕੀ ਅਸੀਂ ਨੈਗੇਟਿਵ ਚੀਜ਼ਾਂ ਨੂੰ ਫਰੋਲਣ ਤੇ ਪਹਿਲ ਦੇਵਾਂਗੇ ਕਿ ਕੀ ਅਸੀਂ ਜਿਹੜੇ ਚੰਗਾ ਕੁਝ ਹੋ ਰਿਹਾ ਉਹਦੇ ਬਾਰੇ ਗੱਲ ਕਰਾਂਗੇ। ਮੈਨੂੰ ਲੱਗਦਾ ਕਿ ਬਹੁਤ ਭਵਿੱਖ ਸ਼ਾਨਦਾਰ ਹੈ। ਕੋਈ 2-4% ਜੇ ਕੋਈ ਮਾੜਾ ਕੰਮ ਕਰ ਰਹੇ ਬੰਦੇ, ਉਹਦੇ ਨਾਲ ਜਿਹੜੇ ਬਾਕੀ ਲੋਕ ਨੇ ਜਾਂ ਕੰਮ ਕਰ ਰਹੇ ਆ ਉਹਨੂੰ ਜ਼ੀਰੋ ਨਹੀਂ ਕੀਤਾ ਜਾ ਸਕਦਾ, ਉਹਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ, ਉਹਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ। ਤੇ ਉਹ 2-4% ਕਰਕੇ ਸਾਰੇ ਉਸ ਧਿਰ ਨੂੰ ਆਪਾਂ ਮਤਲਬ ਕਟਹਿਰੇ 'ਚ ਖੜਾ ਨਹੀਂ ਕਰ ਸਕਦੇ, ਉਹਨੂੰ ਭੰਡ ਨਹੀਂ ਸਕਦੇ। ਜਿਹੜਾ ਕੁਝ ਚੰਗਾ ਹੋ ਰਿਹਾ ਉਹਨਾਂ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਜਿਹੜੇ ਕਲਾਕਾਰ ਚੰਗਾ ਗਾ ਰਹੇ ਆ, ਚੰਗਾ ਲੋਕ ਲਿਖ ਰਹੇ ਆ, ਉਹਨਾਂ ਨੂੰ ਜਿਹੜੀਆਂ ਸਾਡੀਆਂ ਸੰਸਥਾਵਾਂ ਬਣੀਆਂ, ਹੁਣ ਦੇਖੋ ਤੁਸੀਂ ਕਿੰਨੀ ਵਧੀਆ ਗੱਲ ਹੈ, ਮੈਡਮ ਬਰਾੜ ਆਪਣੇ ਨਾਲ ਜੁੜੇ ਹੋਏ ਨੇ, ਡਾਕਟਰ ਸਰਬਜੀਤ ਕੌਰ ਸੋਹਲ ਮੈਡਮ ਜੁੜੇ ਹੋਏ ਨੇ ਕਿ ਪੰਜਾਬੀ ਗੀਤਕਾਰੀ ਤੇ PhD ਹੋ ਰਹੀ ਹੈ, ਪੰਜਾਬੀ ਗੀਤਕਾਰੀ ਤੇ MPhil ਹੋ ਰਹੀ ਹੈ। ਡਾਕਟਰ ਸਾਹਿਬ ਤੁਸੀਂ ਖੁਦ ਇਸ ਗੱਲ ਦੇ ਗਵਾਹ ਹੋ। ਸੋ ਇਹ ਇੱਕ ਵਧੀਆ ਪੱਖ ਹੈ ਕਿ ਉਹਨਾਂ ਚੀਜ਼ਾਂ ਨੂੰ ਦੇ ਬਾਰੇ ਪੜਚੋਲ ਹੋਵੇ, ਚੰਗੀਆਂ ਚੀਜ਼ਾਂ, ਚੰਗੇ ਗੀਤਕਾਰਾਂ, ਚੰਗੇ ਲੇਖਕਾਂ ਦੇ ਬਾਰੇ ਗੱਲ ਜ਼ਿਆਦਾ ਤੁਰੇ। ਜਾਂ ਤਾਂ ਇੱਕ ਇਹ ਗੱਲ ਹੈ। ਦੂਸਰਾ ਇਹ ਕਿ ਜੇ ਆਪਾਂ ਹੁਣ ਕਈ ਵਾਰੀ ਗੱਲ ਕੀ ਹੁੰਦੀ ਹੈ ਕਿ ਆਪਾਂ ਮਾੜੀ ਗਾਇਕੀ ਜਾਂ ਜਿਹੜੇ ਮਾੜੇ ਗੀਤ ਆਪਾਂ ਉਹਨਾਂ ਦੇ ਬਾਰੇ ਗੱਲ ਕਰਦੇ। ਮੇਰੀ ਇੱਕ ਹੋਰ ਗੁਜ਼ਾਰਿਸ਼ ਹੈ ਇਸ ਪਲੇਟਫਾਰਮ ਤੋਂ ਸਾਰੇ ਹੀ ਉਹਨਾਂ ਸੁਹਿਰਦ ਸੱਜਣਾ ਨੂੰ, ਉਹਨਾਂ ਸੰਸਥਾਵਾਂ ਨੂੰ, ਕਿ ਜਿਹੜੇ ਗੀਤ ਆਪਾਂ ਕਹਿੰਦੇ ਮਾੜੇ ਹੈ ਉਹਨਾਂ ਨੂੰ ਅੱਗੇ ਲਿਆ ਕੇ, ਚਾਹੇ ਉਹ ਗਾਉਣ ਵਾਲੇ ਚਾਹੇ ਉਹ ਲਿਖਣ ਵਾਲੇ, ਉਹਨਾਂ ਨਾਲ ਡਿਸਕਸ਼ਨ ਕੀਤੀ ਜਾਵੇ ਵੀ ਤੁਸੀਂ ਇਹ ਕਿਉਂ ਕੰਮ ਕਰਦੇ ਹੋ। ਇਹ ਮੈਨੂੰ ਲੱਗਦਾ ਕਿ ਜ਼ਿਆਦਾ ਬਿਹਤਰ ਗੱਲ ਰਹੂਗੀ। ਕਿਸੇ ਆਪਾਂ ਤੀਜੀ ਧਿਰ ਦੇ ਬਾਰੇ ਆਪਾਂ ਜਦੋਂ 4-5 ਜਿਹੜੇ ਆਪਾਂ ਲੋਕ ਡਿਸਕਸ ਕਰਦੇ ਆ, ਉਹਨਾਂ ਨੂੰ ਲੱਗਦਾ ਕਿ ਵੈਸੀ ਗੱਲ ਹੋ ਰਹੀ ਹੈ। ਮੈਨੂੰ ਲੱਗਦਾ ਕਿ ਜਿਵੇਂ ਆਪਾਂ ਪੰਜਾਬੀ 'ਚ ਕਹਿੰਦੇ ਵੀ ਕਟਹਿਰੇ 'ਚ ਉਹ ਲੋਕਾਂ ਨੂੰ ਖੁਦ ਨੂੰ ਖੜਾ ਕਰਨਾ ਚਾਹੀਦਾ। ਇਸ ਗੱਲ ਬਾਰੇ ਜ਼ਰੂਰ ਮਨਪ੍ਰੀਤ, ਇੱਕ ਨਾ 2012 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਨੇ ਸੈਮੀਨਾਰ ਕੀਤਾ ਸੀ, ਉਸ ਦੇ ਵਿੱਚ ਗੀਤਕਾਰਾਂ ਨੂੰ ਵੀ ਬੁਲਾਇਆ ਸੀ, ਗਾਇਕਾਂ ਨੂੰ ਵੀ ਬੁਲਾਇਆ ਸੀ, ਬਹੁਤ ਭਰਮਾ ਇਕੱਠ ਹੋਇਆ ਸੀ। ਉੱਥੇ ਹੰਸਰਾਜ ਵੀ ਪਹੁੰਚੇ ਹੋਏ ਸੀ ਤੇ ਗੀਤਕਾਰ ਵੀ ਪਹੁੰਚੇ ਹੋਏ ਸੀ, ਲੇਕਿਨ ਜਿਨ੍ਹਾਂ ਨੂੰ ਅਸੀਂ ਉੱਥੇ ਜ਼ਰੂਰ ਪੁੱਛਣਾ ਚਾਹੁੰਦੇ ਸੀ ਉਹ ਨਹੀਂ ਆਉਂਦੇ, ਤੁਹਾਡੇ ਵਰਗੇ ਸਾਰੇ ਆ ਜਾਂਦੇ। ਮੈਂ ਉਹੀ ਗੱਲ ਕਰ ਰਿਹਾ ਨਾ, ਮੈਂ ਐਗਜ਼ੈਕਟਲੀ ਉਹੀ ਗੱਲ ਕਰ ਰਿਹਾ ਕਿ ਦਿੱਕਤ ਕੀ ਹੈ ਕਿ ਜਿਸ ਬੰਦੇ ਬਾਰੇ ਗੱਲ ਹੋ ਰਹੀ ਹੈ, ਉਹ ਆਪਾਂ ਹੁਣ ਸਵਾਲ ਆਡੀਅנס ਤੇ ਲੈਣੇ ਆ। ਦੇਖੋ ਉੱਥੇ ਉਹਨਾਂ ਨੇ ਨਾ ਕਹਿ ਕੇ ਗਏ ਸੀਗੇ, ਹੰਸਰਾਜ ਹੰਸ, ਦੇਖੋ ਸਾਡੇ ਤੋਂ ਗਲਤੀਆਂ ਹੋਈਆਂ, ਉਹ ਆਪਣੇ ਗੀਤ ਲਈ ਸੌਰੀ ਫੀਲ ਵੀ ਕਰਕੇ ਗਏ ਸੀ ਵੀ ਉਹ ਦੇਖੋ ਟੁਰੀ ਜਾਂਦੀ। ਮੈਨੂੰ ਲੱਗਦਾ ਵਧੀਆ ਮੰਚ ਹੈ ਜਦੋਂ ਅਸੀਂ ਪੁੱਛੀਏ ਉਹਨਾਂ ਨੂੰ। ਦੇਖੋ ਇੱਕ ਗੀਤ ਬਾਰੇ ਉਹਨਾਂ ਨੇ ਜ਼ਿਕਰ ਕੀਤਾ, ਚਲੋ ਮੈਂ ਨਹੀਂ ਕਹਿੰਦਾ ਕਿ ਉਹ ਆਪਾਂ ਇੱਕ ਅਲੱਗ ਬਹਿਸ ਦਾ ਵਿਸ਼ਾ ਕਿ ਗੀਤ ਠੀਕ ਸੀ ਜਾਂ ਨਹੀਂ ਸੀ, ਲੇਕਿਨ ਤੁਸੀਂ ਦੇਖੋ ਕਿ ਇੱਕ ਗੀਤ ਨਾਲ ਆਪਾਂ ਉਹਨਾਂ ਦੇ ਸਾਰੇ ਕੈਰੀਅਰ ਨੂੰ ਨਹੀਂ ਮਿਲ ਸਕਦੇ। ਉਹਨਾਂ ਦੇ ਸਾਰੇ ਕੈਰੀਅਰ 'ਚ ਬਹੁਤ ਬਿਹਤਰ ਗਾਇਆ, ਬਹੁਤ ਬਿਹਤਰ ਗਾਇਆ, ਕਿੰਨਾ ਕੁਝ ਉਹਨਾਂ ਨੇ ਵਧੀਆ ਗਾਇਆ। ਗੱਲ ਉਹੀ ਹੈ ਕਿ ਅਸੀਂ ਮਾੜੀ ਚੀਜ਼ ਨੂੰ ਫੜ ਕੇ ਬਹਿ ਜਾਂਦੇ। ਆਪਾਂ ਕੁਝ ਸਵਾਲ ਦਰਸ਼ਕਾਂ ਵੱਲੋਂ ਇੱਕ ਦੋ ਸਵਾਲ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ ਬਿਲਕੁਲ, ਬੋਲੋ ਜੀ। ਗੁਰਮੁਖ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ। ਗੁਰਵਿੰਦਰ ਸਿੰਘ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ। ਜੀ ਜੀ ਸਰ, ਮੇਰਾ ਸਵਾਲ ਹੈ ਜੀ, ਜਿਹੜੇ ਗੀਤਕਾਰ, ਕਾਫੀ ਗੀਤਕਾਰ ਬਹੁਤ ਵਧੀਆ ਲਿਖਦੇ ਨੇ ਜੀ। ਬਿਲਕੁਲ। ਪਰ ਕਿਤੇ ਨਾ ਕਿਤੇ ਜਾ ਕੇ ਉਹਨਾਂ ਦੀ ਗਾਇਕਾਂ ਦੇ ਨਾਲ ਇਸ ਗੱਲ ਤੇ ਮਤਲਬ ਅੜ ਜਾਂਦੀ ਹੈ ਵੀ ਉਹ ਸਾਨੂੰ ਜਿਹੜਾ ਮਿਹਨਤਾਨਾ ਪੂਰਾ ਨਹੀਂ ਮਿਲਦਾ ਜੀ। ਇਸ ਕਰਕੇ ਉਹ ਇਸ ਚੀਜ਼ ਤੋਂ ਮਤਲਬ ਉਤਾਵਲੇ ਨੇਗੇ ਵੀ ਉਹਨਾਂ ਦਾ ਜਿਹੜਾ ਪੂਰਾ ਮਿਹਨਤਾਨਾ ਉਹਨਾਂ ਨੂੰ ਮਿਲਣਾ ਚਾਹੀਦਾ ਜੀ। ਲਿਖਦੇ ਬਹੁਤ ਵਧੀਆ ਨੇ, ਸੁਣਦੇ ਵੀ ਨੇ ਲੋਕ, ਪਰ ਗਾਇਕ ਉਹਨਾਂ ਨਾਲ ਮਤਲਬ ਚੰਗੀ ਨਹੀਂ ਕਰਦੇ ਜੀ। ਜੀ ਗੁਰਵਿੰਦਰ ਜੀ, ਤੁਸੀਂ ਇਸ ਸਵਾਲ ਦਾ ਜਵਾਬ ਦਿਓ। ਗੁਰਵਿੰਦਰ ਜੀ, ਗੁਰਵਿੰਦਰ ਬਰਾੜ। ਗੁਰਵਿੰਦਰ ਬਰਾੜ ਜੁੜੇ ਹੋਏ ਹੋ? ਮੈਨੂੰ ਲੱਗਦਾ ਡਿਸਕਨੈਕਟ ਹੋ ਗਏ। ਹਾਂਜੀ ਮਨਪ੍ਰੀਤ ਜੀ, ਤੁਸੀਂ ਇਸ ਕਿੱਤੇ ਦੇ ਵਿੱਚ ਸਿੱਧੇ ਜੁੜੇ ਹੋਏ ਹੋ, ਤੁਸੀਂ ਇਸ ਸਵਾਲ ਦਾ ਜਵਾਬ। ਮੈਂ ਗੱਲ ਕਰਨੀ ਚਾਹਣਾ ਜੀ ਜੀ, ਬੋਲੋ ਸੰਜੀਵਨ ਜੀ, ਬੋਲੋ। आप जवाब इकट्ठे ले लें कोई। हाँ जी, हाँ, मेरी इस तरह है राय, आम तौर पर कहा जाता है
ਵੀ ਜੇ ਰਾਜਾ ਵਪਾਰੀ ਹੋ ਜੇ ਤਾਂ ਲੋਕ ਭਿਖਾਰੀ ਹੋ ਜਾਂਦੇ ਨੇ। ਪਰ ਮੈਂ ਇੱਕ ਨਵੇਂ ਦਿਮਾਗ 'ਚ ਹੁਣੇ ਸਾਰੇ ਸੁਣ ਗੱਲ ਆਈ ਹੈ ਵੀ ਜੇ ਕਲਮ ਕਲਾ ਤੇ ਕਲਾਕਾਰ ਵਪਾਰੀ ਹੋ ਜੇ ਫਿਰ ਜਨਤਾ ਕੀ ਹੋਊਗੀ। ਇੱਕ ਇਹ ਬੜਾ ਅਹਿਮ ਗੱਲ ਹੈ ਵੀ ਇਹ ਸਾਰੇ ਵਪਾਰ ਵਾਲੇ ਪਾਸੇ ਪੈਸਾ ਕਮਾਉਣ ਵਾਲੇ ਪਾਸੇ ਲੱਗੇ ਹੋਏ ਨੇ। ਤੇ ਇਹ ਵੀ ਗੱਲ ਹੈ ਵੀ ਬੇਸ਼ੱਕ ਜਿਹੜੇ ਇਹੋ ਜਿਹੇ ਗੀਤ ਨੇ, ਚੱਕਵੇਂ ਕਹਿ ਦਈਏ, ਪੈਟਰੋਲ ਗੀਤ ਕਹਿ ਦਈਏ, ਜਿਹੜੇ ਵੀ ਕਹਿ ਦਈਏ, ਆਪਾਂ ਨਸ਼ਿਆਂ ਦੀ ਗੱਲ ਕਰਦੇ ਹਾਂ, ਅਸ਼ਲੀਲਤਾ, ਹਥਿਆਰਾਂ ਦੀ, ਇਹਨਾਂ ਦੀ ਉਮਰ 4-5 ਮਹੀਨੇ ਹੁੰਦੀ ਹੈ। ਬੇਸ਼ੱਕ ਇਹਨਾਂ 'ਚ ਚੱਲਦੇ ਨੇ। ਇਹ ਜਿਹੜੇ ਗਾਇਕ ਨੇ ਇਹ ਜਿਹੇ ਗੀਤ ਗਾਉਂਦੇ ਨੇ ਉਹਨਾਂ ਦੀ ਉਮਰ 4-5 ਸਾਲ ਹੁੰਦੀ ਹੈ ਮੇਰੇ ਮੁਤਾਬਕ। ਪਰ ਇਹ ਨੁਕਸਾਨ ਇੰਨਾ ਸਮਾਜ ਦਾ ਕਰ ਜਾਂਦੇ ਨੇ, ਸਾਨੂੰ ਭਰਪਾਈ ਕਰਨ ਲਈ 40-50 ਸਾਲ ਲੱਗਣਗੇ। ਜਿਹੜਾ ਨੁਕਸਾਨ ਇਹ ਗੀਤ ਇਹ ਗਾਇਕ ਕਰ ਰਹੇ ਨੇ ਲੋਕਾਂ ਦਾ, ਜ਼ਹਿਨੀ ਤੌਰ ਤੇ ਬਿਮਾਰ ਕਰ ਰਹੇ ਨੇ ਸਾਡੇ ਸਮਾਜ ਨੂੰ, ਇਹ ਭਰਪਾਈ ਕਰਨ ਲਈ 40-50 ਸਾਲ ਚਾਹੀਦੇ ਨੇ ਮੇਰੇ ਮੁਤਾਬਕ ਇਸ ਗੱਲ ਨੂੰ। ਇਸ ਲਈ ਮੇਰੀ ਇਸ ਮਾਧਿਅਮ ਰਾਹੀਂ ਬੇਨਤੀ ਹੈ ਇਹਨਾਂ ਜਿਹੜੇ ਗੀਤਕਾਰ ਨੇ, ਜਿਹੜੇ ਗਾਇਕ ਨੇ, ਵੀ ਜਰਾ ਆਪਣੇ ਅਕਲ ਨੂੰ ਹੱਥ ਮਾਰਨ, ਵੀ ਚੰਗੇ ਗੀਤ ਗਾਉਣਗੇ, ਸਮਾਜ ਦਾ ਫਾਇਦਾ ਕਰਨਗੇ। ਇਹ ਹੁਣ ਸਮਾਜ ਦਾ ਨੁਕਸਾਨ ਕਰਨ ਵਾਲੇ ਪਾਸੇ ਲੱਗੇ ਹੋਏ ਨੇ। ਇਹ ਮੇਰੀ ਰਾਏ ਹੈ। ਜੀ ਸੰਜੀਵਨ ਸਿੰਘ, ਤੁਸੀਂ ਵੀ ਬਹੁਤ ਲੰਮਾ ਸਮਾਂ ਕਰ ਇਸ ਤੇ ਲੜਾਈ ਲੜ ਰਹੇ ਹੋ ਆਪਣੇ ਤਰੀਕੇ ਨਾਲ। ਮਨਪ੍ਰੀਤ, ਕੀ ਕਹਿਣਾ ਚਾਹੋਗੇ? ਦੋਨੇ ਸਵਾਲ ਲਗਭਗ ਜੁੜੇ ਹੋਏ ਨੇ। ਦੇਖੋ, ਜਿਹੜੇ ਪਹਿਲਾ ਸਵਾਲ ਸੀਗਾ ਕਿ ਗਾਇਕ ਪੈਸੇ ਨਹੀਂ ਦਿੰਦੇ, ਉਹ ਪੈਸੇ ਬਿਲਕੁਲ ਲੈਣੇ ਚਾਹੀਦੇ। ਗੀਤਕਾਰ ਦਾ ਹੱਕ ਬਣਦਾ। ਤੇ ਇੱਕ ਪੁਰਾਣੀ HMV ਕੰਪਨੀ ਹੈ, ਉਹ ਰਾਇਲਟੀ ਜਿਹੜੇ ਅੱਜ ਵੀ ਦਿੰਦੀ ਹੈ। ਤੇ ਬਾਕੀ IPRS ਇੱਕ ਸੰਸਥਾ ਬਣੀ ਹੋਈ ਆ, ਉਹਨਾਂ ਵੱਲੋਂ ਵੀ ਗੀਤਕਾਰ ਦੀ ਜਿਹੜੀ ਰਾਇਲਟੀ ਆ ਉਦੋਂ ਤੱਕ ਪਹੁੰਚਦੀ ਕੀਤੀ ਜਾਂਦੀ ਹੈ ਜੇ ਤੁਸੀਂ ਉਹਦੇ ਮੈਂਬਰ ਬਣ ਸਕਦੇ ਹੋ। ਤੇ ਬਾਕੀ ਇਹ ਹੈ ਕਿ ਇਹ ਗੀਤਕਾਰ ਤੇ ਗਾਇਕ ਦਾ ਆਪਸੀ ਸਮਝੌਤਾ ਹੁੰਦਾ ਹੈ। ਮਤਲਬ ਇੱਕ ਤਰ੍ਹਾਂ ਨਾਲ ਕਿ ਤੁਸੀਂ ਕਿਸ ਗਾਇਕ ਨੂੰ ਗੀਤ ਦੇ ਰਹੇ ਹੋ ਤਾਂ ਤੁਸੀਂ ਗੀਤ ਤਾਂ ਦਿਓ ਪਹਿਲਾਂ ਇਸ ਸ਼ਰਤ ਤੇ ਕਿ ਜੀ ਇਹਦੇ ਮੈਂ ਇੰਨੇ ਪੈਸੇ ਲਵਾਂਗਾ। ਜੇ ਉਸਨੂੰ ਇਸ ਸ਼ਰਤ ਕਬੂਲ ਹੋਊਗੀ ਤਾਂ ਤੁਸੀਂ ਗੀਤ ਦਿਓ, ਤੇ ਨਹੀਂ ਤਾਂ ਗੀਤ ਨਾ ਦਿਓ। ਮੈਂ ਤਾਂ ਇਹ ਗੱਲ ਕਹੂੰਗਾ ਕਿ ਬਿਲਕੁਲ ਗੀਤਕਾਰ ਦਾ ਹੱਕ ਬਣਦਾ ਪੈਸੇ ਲੈਣ ਦਾ, ਕਿਉਂਕਿ ਉਹਦੀ ਕਿਰਤ ਹੈ, ਸਭ ਤੋਂ ਪਹਿਲਾਂ ਉਹਦੇ ਮਨ ਚ ਆਈ ਹੈ। ਔਰ ਗਾਇਕ ਤੇ ਗੀਤਕਾਰ ਦੋਨੇ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਤੰਦਾਂ। ਕੱਲਾ ਗੀਤ ਵੀ ਕੁਛ ਨਹੀਂ ਕਰਦਾ, ਕੱਲਾ ਗਾਇਕ ਦੀ ਆਵਾਜ਼ ਵੀ ਕੁਛ ਕਰਦੀ, ਦੋਨੇ ਸੁਮੇਲ ਹੈ ਦੋਨਾਂ ਚੀਜ਼ਾਂ ਦਾ। ਸੋ ਜ਼ਰੂਰਤ ਹੈ। ਦੂਸਰੀ ਜਿਹੜੀ ਗੱਲ ਹੈ ਉਹ ਆਪਾਂ ਜਿਹੜਾ ਜ਼ਿਕਰ ਕੀਤਾ ਦੂਸਰੇ ਸਵਾਲ ਦਾ, ਤੇ ਬਿਲਕੁਲ ਸਹੀ ਗੱਲ ਹੈ ਕਿ ਸਾਰਿਆਂ ਨੂੰ ਸੋਚਣ ਦੀ ਲੋੜ ਹੈ, ਤੇ ਸੋਚ ਵੀ ਰਹੇ ਹਾਂ ਅਸੀਂ। ਤਾਂ ਕੋਸ਼ਿਸ਼ ਹੈ ਸਾਡੇ ਇਸ ਤਾਂ ਸੋਚਦੇ ਹਾਂ ਜਿੰਨਾ ਹੋ ਸਕਦਾ। ਹੁਣ ਮੈਂ ਥੋੜੇ ਦਿਨ ਪਹਿਲਾਂ ਇੱਕ ਗੀਤ ਨਿਰਮਲ ਸਿੱਧੂ ਸਾਹਿਬ ਦੀ ਆਵਾਜ਼ ਦੇ ਵਿੱਚ ਮੈਂ ਆਪਣੀ ਫੇਸਬੁੱਕ ਤੇ ਸਾਂਝਾ ਕੀਤਾ, ਡਾਕਟਰ ਸਾਹਿਬ, ਕਿ ਹੋ ਗਈ ਇੰਨੀ ਹਾਲਤ ਮਾੜੀ, ਕਰਨੀ ਪੈ ਗਈ ਆਪ ਦਿਹਾੜੀ, ਪਿੰਡੋਂ ਚੱਲ ਕੇ ਸਾਈਕਲ ਉੱਤੇ ਨਿੱਤ ਹੀ ਸ਼ਹਿਰ 'ਚ ਜਾ ਕੇ ਜੱਟ ਦੇ ਪੁੱਤ ਨੂੰ ਖੜਨਾ ਪੈ ਗਿਆ ਲੇਬਰ ਚੌਂਕ 'ਚ ਆ ਕੇ। ਉਹਦੇ 5000 ਵਿਊ ਵੀ ਨਹੀਂ ਹੋਏ ਹਾਲੇ ਤੱਕ ਜੀ। ਦੂਜੇ ਮਿਲੀਅਨ ਬਿਲੀਅਨ ਹੋ ਜਾਂਦਾ ਜੇ ਕੋਈ ਹੋਰ ਨੂੰ ਮੈਂ ਕੋਈ ਕਰਦਾ। ਮਤਲਬ ਸਾਰੀਆਂ ਗੱਲਾਂ ਸਿਰਫ ਗੀਤਕਾਰਾਂ ਨੂੰ ਹੀ ਮੈਂ ਨਹੀਂ ਕਹਿੰਦਾ ਕਿ ਦੋਸ਼ੀ ਨੇ। ਇੱਕ ਮੈਂ ਹੋਰ ਗੱਲ ਜ਼ਰੂਰ ਇੱਕ ਛੋਟੀ ਜਿਹੀ ਗੱਲ ਸੰਖੇਪ 'ਚ ਕਰਨੀ ਚਾਹੁੰਦਾ। ਜੇ ਆਪਾਂ ਪੋਜ਼ਿਟਿਵ ਦੇਖੀਏ, ਇਹ ਮੰਡੀ ਤਾਂ ਬਣ ਹੀ ਗਈ, ਲੇਕਿਨ ਰੋਜ਼ਗਾਰ ਦਾ ਸਾਧਨ ਵੀ ਬਹੁਤ ਵੱਡਾ। ਅੱਜ ਕਿੰਨੇ ਮੁੰਡੇ, ਕਿੰਨੀਆਂ ਕੁੜੀਆਂ, ਚਾਹੇ ਉਹ ਗਾਉਣ ਵਾਲੇ ਆ, ਚਾਹੇ ਉਹ ਲਿਖਣ ਵਾਲੇ ਆ, ਚਾਹੇ ਉਹ ਮਿਊਜ਼ਿਕ ਇੰਡਸਟਰੀ ਵਾਲੇ, ਮਿਊਜ਼ਿਕ ਬਣਾਉਣ ਵਾਲੇ ਮੁੰਡੇ, ਮਿਊਜ਼ਿਕ ਡਾਇਰੈਕਟਰ ਨੇ, ਚਾਹੇ ਉਹ ਵੀਡੀਓ ਬਣਾਉਣ ਵਾਲੇ ਨੇ, ਚਾਹੇ ਐਡੀਟਿੰਗ ਵਾਲੇ ਨੇ, ਚਾਹੇ ਉਹ ਕੰਪਨੀਆਂ ਵਾਲੇ ਨੇ। ਤੁਸੀਂ ਸੋਚ ਵੀ ਨਹੀਂ ਸਕਦੇ, ਮੇਰਾ ਖਿਆਲ ਹੈ ਕਿ ਐਡਾ ਵੱਡਾ ਇੱਕ ਵਰਗ ਇਸ ਖੇਤਰ ਦੇ ਵਿੱਚ ਕਮਾਈ ਦਾ ਸਾਧਨ ਵੀ ਆ। ਅਗਰ ਉਹ ਬੰਦੇ ਬੇਰੁਜ਼ਗਾਰ, ਮੈਂ ਨਹੀਂ ਕਹਿੰਦਾ ਕਿ ਮਾੜੇ ਕੰਮ ਕਰਕੇ ਹੀ ਰੁਜ਼ਗਾਰ ਆਪਦੇ ਚਲਾਓ, ਪੈਸੇ ਕਮਾਓ, ਲੋਕ ਰੋਟੀ ਖਾ ਰਹੇ ਨੇ, ਵਧੀਆ ਗੱਲ, ਰੋਟੀ ਖਾ ਰਹੇ, ਬਹੁਤ ਵੱਡੀ ਗੱਲ ਹੈ। ਜੇ ਹੁਣ ਕਿਤੇ ਭੰਗੜੇ ਵਾਲੇ ਮੁੰਡੇ ਕੁੜੀਆਂ ਵਿਆਹਾਂ ਦੇ ਵਿੱਚ ਨੱਚਦੇ ਆ, ਜੇ ਆਪਾਂ ਨੂੰ ਲੱਗਦਾ ਕਿ ਯਾਰ ਔਰਤ ਨੱਚ ਰਹੀ ਹੈ, ਮੈਂ ਮੰਨਦਾ ਮਾੜੀ ਗੱਲ ਹੈ, ਲੇਕਿਨ ਉਹ ਬੰਦੇ ਆਪਣੇ ਪੈਰਾਂ ਤੇ ਖੜੇ ਆ, ਉਹ ਪੈਰਾਂ ਤੇ ਖੜੇ ਆ। ਮਾੜੀ ਗੱਲ ਨਹੀਂ, ਔਰਤਾਂ ਨੱਚਣ ਸਗੋਂ ਦੀ ਵਧੀਆ ਗੱਲ ਹੈ। ਨਹੀਂ, ਮੈਂ ਉਹੀ ਕਹਿ ਰਿਹਾ ਨਹੀਂ ਕਿ ਇਹ ਇੱਕ ਬਹੁਤ ਵੱਡਾ, ਜਿੱਥੇ ਜੇ ਮੰਡੀ ਵੀ ਬਣੀ ਹੈ ਤਾਂ ਸਾਨੂੰ ਰੁਜ਼ਗਾਰ ਦਾ ਸਾਧਨ ਵੀ ਮੁਹੱਈਆ ਕੀਤਾ ਇਸ ਮੰਡੀ ਨੇ। ਸਾਨੂੰ ਉਸ ਪਾਸੇ ਵੀ ਸੋਚਣ ਦੀ ਲੋੜ ਹੈ। ਕੋਈ ਹੋਰ ਸਵਾਲ ਜੇ ਇਹ ਜਵਾਨੀ, ਇੱਕ ਸੈਕਿੰਡ ਹੋਰ ਲੈਣਾ ਚਾਹੁੰਦਾ ਕਿ ਜੇ ਇਹ ਜਵਾਨੀ ਵਿਹਲੀ ਹੋ ਜੇ, ਜੇ ਇਹ ਲੋਕ ਵਿਹਲੇ ਹੋਣ, ਫਿਰ ਇਹ ਕੀ ਕਰਨ? ਇਹ ਵੀ ਇੱਕ ਸਵਾਲ ਹੈ। ਚਲੋ, ਇੱਕ ਸਵਾਲ ਹੈ ਇਹਨਾਂ ਜਵਾਬਾਂ ਤੇ ਆਪਾਂ ਕਦੇ ਗੱਲ ਕਰਾਂਗੇ ਵੱਖਰੇ ਸੈਸ਼ਨ ਦੇ ਵਿੱਚ। ਬਿਲਕੁਲ ਸਵਾਲ ਦੇ ਜਵਾਬ ਉਹਨਾਂ ਦੇ ਬਹੁਤ ਹੈਗੇ ਨੇ, ਇਹਨਾਂ ਗੱਲਾਂ ਤੇ ਆਪਾਂ ਆਉਣ ਵਾਲੇ ਸਮੇਂ ਵਿੱਚ ਕਦੇ ਡਿਸਕਸ ਕਰਾਂਗੇ। ਹੋਰ ਕੋਈ ਜੋ ਕਿ ਆਖਰੀ ਸਵਾਲ ਅਸੀਂ ਕਦਾ ਕੋਈ ਹੋਰ ਜੋ ਕਰਨਾ ਚਾਹੁੰਦਾ ਤਾਂ? ਹਾਂਜੀ ਸਰ ਜੀ, ਹੈਲੋ ਜੀ, ਰਣਜੀਤ ਕੌਰ ਜੀ ਬੋਲੋ। ਹੈਲੋ ਅਸਲ 'ਚ ਇੱਕ ਕਾਰਨ ਹੋਰ ਵੀ ਹੈ। ਅਸੀਂ ਸਾਰਾ ਗੀਤਕਾਰਾਂ ਨੂੰ ਹੀ ਕਸੂਰਵਾਰ ਨਹੀਂ ਠਹਿਰਾ ਸਕਦੇ। ਇਹਦੇ ਵਿੱਚ ਇਹ ਹੈ ਵੀ ਸੋਚ ਵੀ ਏਦਾਂ ਦੀ ਆ। ਉਹ ਇੱਕ ਦੋ ਗੀਤਕਾਰ ਜਿਹੜੇ ਜਾਣਦੇ ਸੀ, ਜਿਹੜੇ ਲਿਖਦੇ ਸੀ ਇਸ ਤਰ੍ਹਾਂ, ਤੇ ਮੈਂ ਉਹਨਾਂ ਨੂੰ ਪਰਸਨਲੀ ਕੁਐਸਚਨ ਕੀਤਾ ਤੇ ਉਹਨਾਂ ਨੇ ਕਿਹਾ ਕਿ ਪਸੰਦ ਹੈ। ਗੀਤਕਾਰ ਉਹੀ ਚੀਜ਼ ਪਾਪੂਲਰ ਕਰ ਰਿਹਾ ਜਿਹੜੀ ਕਿ ਆਮ ਲੋਕਾਂ ਦੀ ਪਸੰਦ ਆ, ਯੂਥ ਜੋ ਪਸੰਦ ਕਰ ਰਿਹਾ।
ਲੋੜ ਪਸੰਦ ਨੂੰ ਬਦਲਣ ਦੀ ਹੈ। ਜੀ 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 ਠੀਕ ਹੈ ਗੱਲ। ਪਸੰਦ ਇਦਾਂ ਦੀ ਆਈ ਜਾਏਗੀ ਤੇ ਉਹ ਲਿਖੀ ਜਾਣਗੇ। ਗੁਰਮੁਖ ਸਿੰਘ ਜੀ, ਹਾਂ ਤੁਸੀਂ ਬੋਲੋ ਪਲੀਜ਼। ਹਾਂਜੀ ਸਰ, ਮੈਂ ਰਾਜਸਥਾਨ ਤੋਂ ਹਾਂ ਜੀ। ਮੈਂ ਜੀ 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 ਮੇਰਾ ਸਰ ਪ੍ਰਸ਼ਨ ਇਹ ਚੀਜ਼ ਹੈ ਕਿ ਜਿਵੇਂ ਰਾਜਸਥਾਨ ਦਾ ਸਾਡਾ ਹਿੱਸਾ, ਇਹ ਵੀ ਇੱਕ ਪੰਜਾਬ ਦਾ ਹੀ ਹਿੱਸਾ ਸਰ। ਬਿਲਕੁਲ ਬਿਲਕੁਲ। ਪਰ ਸਰ ਦਿੱਕਤ ਸਾਨੂੰ ਇਹ ਚੀਜ਼ ਆ ਰਹੀ ਹੈ, ਮੈਂ ਖੁਦ ਇੱਥੇ ਪੰਜਾਬੀ ਸਬਜੈਕਟ ਵਿੱਚ ਟੀਚਿੰਗ ਕਰਵਾ ਰਿਹਾ, ਮੈਂ ਇੱਥੇ ਸੂਰਤਗੜ੍ਹ ਤੋਂ ਨਿਵਾਸ ਕਰ ਰਿਹਾ। ਪਰ ਜਦੋਂ ਮੈਂ ਖੁਦ ਇੱਥੇ ਪੰਜਾਬੀ ਯੂਨੀਵਰਸਿਟੀ ਤੋਂ ਮੇਰੀ ਸਟੱਡੀ ਹੈ ਜੀ, ਪਰ ਜਦੋਂ ਮੈਂ ਸਾਡੇ ਇਲਾਕੇ ਵੱਲ ਇੱਥੇ ਰਾਜਸਥਾਨ ਦਾ ਜੋ ਸਾਡਾ ਗੰਗਾਨਗਰ ਤੇ ਹਨੂਮਾਨਗੜ੍ਹ ਜੋ ਮੇਨ ਇਲਾਕਾ ਪੰਜਾਬ ਦਾ ਹਿੱਸਾ ਮੰਨਿਆ ਜਾਂਦਾ ਸਰ, ਮੇਰਾ ਪ੍ਰਸ਼ਨ ਸਰ ਇਹ ਹੈ ਕਿ ਜੋ ਇੱਥੋਂ ਦਾ ਸਾਡਾ ਜੋ ਮਾਹੌਲ ਹੈ ਅੱਜ ਕੱਲ੍ਹ, ਜੋ ਗੀਤ ਸਾਰੇ ਹੀ ਗੀਤ ਲਗਭਗ ਜੋ ਜਾ ਰਹੀ ਹੈ ਜੱਟਾਂ ਵੱਲ ਜੋੜੇ ਜਾ ਰਹੇ ਆ। ਮੈਂ ਇਹ ਨਹੀਂ, ਪ੍ਰਸ਼ਨ ਮੇਰਾ ਇਹ ਨਹੀਂ ਕਿ ਜੀ ਜੱਟਾਂ ਨਾਲ ਜੋੜ ਕੇ ਤੁਸੀਂ ਖੇਤੀ ਬਾਰੇ ਗੱਲ ਕਰੋ, ਠੀਕ ਆ, ਪਰ ਇੱਕ ਪਤਾ ਨਹੀਂ ਸਰ ਸਾਡੇ ਇਸ ਏਰੀਆ 'ਚ ਇੱਕ ਮਾਹੌਲ ਇਹੋ ਜਿਹਾ ਸਥਾਪਿਤ ਹੋ ਗਿਆ ਕਿ ਜੋ ਚਲੋ ਜੀ ਜੱਟ ਦਾ ਪੁੱਤ ਹੈ, ਇਹ ਜੱਟ ਹੈ, ਚਲੋ ਜੀ ਗੀਤਾਂ ਵਿੱਚ ਜੋ ਚੱਲਿਆ ਆ ਰਿਹਾ ਤੁਸੀਂ ਹੁਣ ਜੱਟ ਦਾ ਪੁੱਤ ਲਓ ਜੀ, ਇਹਨੇ ਖੇਤੀ ਹੀ ਕਰਨੀ ਆ। ਉਹ ਰੋਜ਼ਗਾਰ ਵੱਲ ਸੋਚਦੇ ਹੀ ਨਹੀਂ, ਉਹ ਸਟੱਡੀ ਵੱਲ ਸੋਚਦੇ ਨਹੀਂ। ਉਹਨੂੰ ਪਤਾ ਕਿ ਮੇਰੇ ਕੋਲ ਜ਼ਮੀਨ ਆ, ਮੇਰੇ ਪਿਤਾ ਜੀ ਦੀ ਦਿੱਤੀ ਵੀ ਜ਼ਮੀਨ ਆ, ਦਾਦੇ ਪੜਦਾਦੇ ਜੀ ਦੀ ਜ਼ਮੀਨ ਪਈ ਆ ਸਾਡੇ ਕੋਲ, ਤਾਂ ਅਸੀਂ ਖੇਤੀ ਕਰ ਲਾਂਗੇ। ਤਾਂ ਕਿ ਇਹੋ ਜਿਹਾ ਅਸੀਂ ਗੀਤਕਾਰੀ ਵਿੱਚ ਸ਼ਾਮਿਲ ਨਹੀਂ ਕਰ ਸਕਦੇ ਜੀ ਕਿ ਥੋੜਾ ਜਿਹਾ ਅਸੀਂ ਜੋ ਜੱਟ ਦੀ ਜੋ ਅਸੀਂ ਦ੍ਰਿਸ਼ਟੀ ਅਸੀਂ ਖੇਤਾਂ ਰਾਹੀਂ ਦਿਖਾ ਰਹੇ ਹਾਂ ਉਹ ਠੀਕ ਆ, ਪਰ ਕੀ ਉਸ ਪੀੜ੍ਹੀ ਨੂੰ ਅਸੀਂ ਉਸ ਤੋਂ ਹਟਾ ਕੇ ਥੋੜਾ ਜਿਹਾ ਅਸੀਂ ਖੇਤੀ ਤੋਂ ਹਟਾ ਕੇ ਰੋਜ਼ਗਾਰ ਵੱਲ ਜਾਣਾ, ਕੋਈ ਹੋਰ ਡਾਈਮੈਂਸ਼ਨਸ ਮਤਲਬ ਸਾਰੀਆਂ ਸਾਡੇ ਗੀਤਾਂ 'ਚ ਹੋਣੇ ਚਾਹੀਦੇ ਨੇ। ਮੈਡਮ ਬਰਾੜ ਮੈਡਮ। ਹਾਂਜੀ, ਇੱਕ ਤਾਂ ਜੀ ਇਹ ਮੈਂ ਇਹਨਾਂ ਦੀ ਗੱਲ ਨਾਲ ਸਹਿਮਤ ਹਾਂ। ਥੋੜਾ ਜਿਹਾ ਨਾ ਜਿਹੜਾ ਜਾਤ ਆਧਾਰ ਤੇ ਇੱਕ ਚੀਜ਼ ਨੂੰ ਉਭਾਰਿਆ ਜਾ ਰਿਹਾ ਹੈ ਤਾਂ ਇਹ ਬਹੁਤ ਹੀ ਮਾੜੀ ਗੱਲ। ਮੈਂ ਸਭ ਤੋਂ ਪਹਿਲਾਂ ਕਹਿਣਾ ਚਾਹੁੰਦੀ ਸੀਗੀ, ਹੁਣ ਮੈਨੂੰ ਆਖਰ 'ਚ ਕਹਿਣਾ ਪੈ ਰਿਹਾ ਹੈ ਕਿ ਮੈਂ ਕਦੇ ਆਪਦੇ ਨਾਂ ਨਾਲ ਬਰਾੜ ਨਹੀਂ ਲਿਖਿਆ। ਅੱਗੇ ਤੋਂ ਪਲੀਜ਼ ਜੇ ਮੈਨੂੰ ਬੁਲਾਓ ਮੇਰੇ ਨਾਂ ਪਿੱਛੇ ਬਰਾੜ ਨਹੀਂ ਲਿਖਣਾ, ਕਿਉਂਕਿ ਮੈਂ ਕਦੇ ਵੀ ਨਹੀਂ ਲਿਖਿਆ। ਮੈਂ ਬਰਾੜਾਂ ਦੀ ਨੂੰਹ ਆ, ਇਹਦੇ 'ਚ ਕੋਈ ਰੌਲਾ ਨਹੀਂ, ਠੀਕ ਹੈ। ਪਰ ਮੈਂ ਫੈਸਲਾ ਕੀਤਾ ਸੀ ਕਿ ਇਹ ਸਾਰੀਆਂ ਗੱਲਾਂ ਕਿਉਂਕਿ ਜਾਤ ਪ੍ਰਬੰਧ ਨੂੰ ਬੜਾਵਾ ਦਿੰਦੀਆਂ ਨੇ। ਮੈਂ ਤੇ ਵੈਸੇ ਡਾਕਟਰ ਰਜਿੰਦਰਪਾਲ ਦੋਵਾਂ ਨੇ ਫੈਸਲਾ ਕੀਤਾ ਸੀ ਕਿ ਆਪਾਂ ਕਦੀ ਵੀ ਆਪਣੇ ਨਾਂ ਪਿੱਛੇ ਨਹੀਂ ਲਾਵਾਂਗੇ। ਇਹਦੇ ਨਾਲ ਐਵੇਂ ਹੀ ਅਭਿਮਾਨ ਪੈਦਾ ਹੁੰਦਾ। ਕਾਹਦੇ ਲਈ? ਸਾਨੂੰ ਜਾਤੀ ਅਭਿਮਾਨ ਨਹੀਂ ਹੋਣਾ ਚਾਹੀਦਾ, ਬੁਰੀਆਂ ਚੀਜ਼ਾਂ ਨੇ, ਇਹਨਾਂ ਤੋਂ ਸਾਨੂੰ ਖਹਿੜਾ ਡਾਉਣਾ ਚਾਹੀਦਾ। ਜਿੱਥੋਂ ਤੱਕ ਉਹਨਾਂ ਦੇ ਸਵਾਲ ਦਾ ਜਵਾਬ ਹੈ ਕਿ ਨਾ ਤਾਂ ਸਾਰੇ ਗੀਤਕਾਰੀ ਜੱਟ ਨੇ, ਨਾ ਹੀ ਸਾਰੇ ਗਾਇਕ ਜੱਟ ਨੇ। ਤੇ ਮਸਲਾ ਇਹ ਜਿਹੜੀ ਮੈਂ ਵੈਸੇ ਰਜਿੰਦਰਪਾਲ ਹੋਰਾਂ ਦੇ ਹਵਾਲੇ ਨਾਲ ਹੀ ਗੱਲ ਕਰਾਂਗੀ, ਉਹ ਕਹਿੰਦੇ ਕਿ ਜੱਟ ਨਹੀਂ ਇਹ ਸਾਰਾ ਕੁਛ। ਅਸਲ ਦੇ ਵਿੱਚ ਜੱਟ ਤਾਂ ਇੱਕ ਬ੍ਰਾਂਡ ਉਹਨਾਂ ਨੇ ਐਸਟੈਬਲਿਸ਼ ਕੀਤਾ ਮੰਡੀ ਦੇ ਵਿੱਚ, ਇਹ ਬ੍ਰਾਂਡ ਵਿਕ ਰਿਹਾ, ਹੋਰ ਕੋਈ ਚੀਜ਼ ਨਹੀਂ। ਨਾ ਹੀ ਸਾਰੇ ਜੱਟ ਹੈਗੇ, ਨਾ ਜੋ ਜੱਟ ਪੇਸ਼ ਹੋ ਰਿਹਾ ਗੀਤਾਂ ਦੇ ਵਿੱਚ, ਨਾ ਹੀ ਪੰਜਾਬ ਦੇ ਵਿੱਚ ਇਹੋ ਜਿਹਾ ਜੱਟ ਮੈਂ ਤਾਂ ਕਦੇ ਕਿਤੇ ਦੇਖਿਆ ਨਹੀਂ। ਦੇਖੋ ਅਸੀਂ ਤਾਂ ਇਹ ਜਿਹਾ ਜੱਟ ਦੇਖਿਆ ਨਹੀਂ। ਤੁਸੀਂ ਜਾ ਕੇ ਦੇਖੋ ਜਿੰਨੀ ਮੰਦਹਾਲੀ, ਆਰਥਿਕ ਮੰਦਹਾਲੀ ਨਾਲ ਜੱਟ ਜੂਝ ਰਿਹਾ ਹੈ ਨਾ ਅੱਜ ਕੱਲ੍ਹ, ਜਿਹਨੂੰ ਅਸੀਂ ਕਿਸਾਨ ਕਹਿੰਦੇ ਹਾਂ। ਹਾਂ, ਇਹ ਸਿਰਫ ਗੀਤ ਬੁਲੰਦਰਾ ਪਾ ਰਹੇ। ਥੈਂਕ ਯੂ ਜੀ, ਥੈਂਕ ਯੂ ਮੈਮ। ਹੁਣ ਆਪਾਂ ਮੈਮ ਸਰਬਜੀਤ ਸੋਹਲ ਹੋਰਾਂ ਨੂੰ ਬੇਨਤੀ ਕਰਾਂਗੇ ਕਿ ਉਹ ਧੰਨਵਾਦੀ ਸ਼ਬਦ ਸਾਡੇ ਨਾਲ ਸਾਂਝੇ ਕਰਨਗੇ, ਕਿਉਂਕਿ ਵਕਤ ਬਹੁਤ ਹੋ ਗਿਆ। ਗੱਲਾਂ ਤਾਂ ਇਹ ਮੁੱਕਣੀਆਂ ਨੇ, ਬਹੁਤ ਲੰਮੀਆਂ ਚੌੜੀਆਂ ਨੇ। ਕਦੇ ਫਿਰ ਕੋਸ਼ਿਸ਼ ਕਰਾਂਗੇ ਨਵਾਂ ਸੈਸ਼ਨ ਕਰਨ ਦੀ ਇਸ ਇਸ਼ੂ ਦੇ ਉੱਤੇ। ਡਾਕਟਰ ਸਰਬਜੀਤ ਕੌਰ ਸੋਹਲ ਮੈਮ ਜੀ। ਜੀ ਬਹੁਤ ਸ਼ੁਕਰੀਆ ਡਾਕਟਰ ਕੁਲਦੀਪ ਦੀਪ ਜੀ। ਅੱਜ ਬਹੁਤ ਵਧੀਆ ਗੱਲਬਾਤ ਹੋਈ, ਬੜੀਆਂ ਨਵੀਆਂ ਪਰਤਾਂ ਜਿਹੜੀਆਂ ਨੇ ਸਾਡੇ ਦਰਸ਼ਕਾਂ ਸਾਹਮਣੇ ਖੁੱਲੀਆਂ ਨੇ। ਮੈਡਮ ਬਰਾੜ ਨੇ ਬਹੁਤ ਬੁਲੰਦ ਆਵਾਜ਼ ਦੇ ਵਿੱਚ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਸਭ ਦੇ ਨਾਲ, ਔਰ ਇੱਕ ਵੱਖਰੇ ਨਜ਼ਰੀਏ ਤੋਂ ਔਰਤ ਦੇ ਪੱਖ ਤੋਂ ਜਿਹੜੀ ਗੱਲ ਕੀਤੀ ਹੈ। ਸੋ ਚਰਨਜੀਤ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਇੱਕ ਤਾਂ ਨਾਰੀ ਦੇ ਪੱਖ ਤੋਂ ਗੱਲ ਕੀਤੀ ਔਰ ਗੀਤਾਂ ਦੇ ਵਿੱਚ ਨਾਰੀ ਦੇ ਪੱਖ ਦੀ ਗੱਲ ਕੀਤੀ ਆ। ਸੋ ਖੈਰ ਹੁਣ ਤਾਂ ਕਹਿ ਲਓ ਕਿ ਮੈਚਿਓਰ ਇਹਨਾਂ ਦੀ ਗਾਇਕ ਸੋਹਣੇ ਹੁੰਦੇ ਸੀ, ਔਰ ਇਸੇ ਸਾਡੇ ਨਵੇਂ ਮੁਖੜੇ ਸੇ ਵੀ ਜੀ ਕਰਦਾ ਗੀਤ ਤੋਂ। ਸੋ ਜਿਹੜੀਆਂ ਗੱਲਾਂ ਕੁੱਲ ਮਿਲਾ ਕੇ ਸਾਹਮਣੇ ਆਉਂਦੀਆਂ ਨੇ ਕਿ ਜਿੱਦਾਂ ਮੋਮੈਂਟਰੀ, ਮੈਨੂੰ ਉਸ ਦਿਨ ਇੱਕ ਸਾਡੇ ਹੀ ਇਸੇ ਪ੍ਰੋਗਰਾਮ ਦੇ ਵਿੱਚ ਇੱਕ ਬੱਚੇ ਨੇ ਗੱਲ ਕੀਤੀ ਸੀ, ਕਹਿੰਦਾ ਕਿ ਬਸ ਐਵੇਂ ਹੀ ਆ ਜਿਵੇਂ ਤੁਹਾਨੂੰ ਤੁਰੇ ਤੁਰੇ ਜਾਂਦੇ ਕੋਈ ਚੀਜ਼ ਚੰਗੀ ਲੱਗੀ, ਤੁਸੀਂ ਵੇਖੀ ਤੇ ਫਿਰ ਭੁੱਲ ਜਾਂਦੇ ਹੋ। ਮੈਨੂੰ ਉਹ ਬੱਚੇ, ਉਹ ਯੂਥ ਜਵਾਨ ਬੱਚਾ ਸੀਗਾ ਸਾਡਾ, ਤੇ ਉਹਨੇ ਇਹ ਗੱਲ ਕੀਤੀ। ਸੋ ਮੈਨੂੰ ਵੀ ਇਹ ਲੱਗਦਾ ਹੁੰਦਾ ਕਿ ਗੀਤ ਉਹ ਸੁਣਦੇ ਠੀਕ ਆ, ਅਸੀਂ ਫਿਰ ਉਹਨਾਂ ਨੂੰ ਚਰਚਿਤ ਵੀ ਤਾਂ ਬਹੁਤ ਕਰ ਦਿੰਦੇ ਆ। ਮੈਂ ਉਸ ਜਿਹੜਾ ਆਹ ਸਿੱਧੂ ਮੂਸੇਵਾਲਾ, ਉਹਦੀ ਮੈਂ ਇੱਕ ਦਿਨ ਇੰਟਰਵਿਊ ਸੁਣ ਰਹੀ ਸੀ, ਔਰ ਬੜਾ ਸਾਊ ਜਿਹਾ, ਮਤਲਬ ਸਿੱਧਾ ਜਿਹਾ ਬੰਦਾ, ਉਹ ਬਿਲਕੁਲ ਪੇਂਡੂ ਦੇਸੀ, ਔਰ ਉਧਰ ਮਾਨਸਾ ਕੰਨੀ ਦਾ ਹੈਗਾ ਉਹ, ਤੇ ਉਹਦੀ ਮਦਰ ਨਾਲ ਉਹਦੀਆਂ ਫੋਟੋਆਂ ਸੀ। ਮੈਨੂੰ ਨਹੀਂ ਸਮਝ ਆਈ ਵੀ ਉਹ ਕਿਵੇਂ ਇੱਥੋਂ ਤੱਕ ਕਿਵੇਂ, ਮੇ ਬੀ ਉਹ ਜਿਹੜੀ ਆਪਾਂ ਇੱਕ ਦ੍ਰਿਸ਼ ਪੇਸ਼ ਕਰ ਦਿੱਤਾ
ਬੱਚਿਆਂ ਦੇ ਨੌਜਵਾਨਾਂ ਦੇ ਵਿੱਚ ਜਿਹੜਾ ਆਪਾਂ ਕਹਿੰਦੇ ਗੱਡੀਆਂ ਨੇ, ਜੱਟਪੁਣਾ ਆ, ਟਰੈਕਟਰ ਆ, ਰਫਲਾਂ ਨੇ, ਇਹਦੀ ਹਸਰਤ ਜਿਹੜੀ ਆ ਮਨੁੱਖ ਦੇ ਅੰਦਰ, ਮੁੰਡਿਆਂ ਦੇ ਅੰਦਰ ਹਮੇਸ਼ਾ ਹੀ ਹਥਿਆਰਾਂ ਦਾ ਸ਼ੌਂਕ ਰਿਹਾ। ਸੋ ਸ਼ਾਇਦ ਇਸੇ ਲਈ ਇਹ ਗੱਲਾਂ ਜਿਹੜੀਆਂ ਇਹਨਾਂ ਗੀਤਾਂ ਚ ਆਉਂਦੀਆਂ ਨੇ। ਸੋ ਜਿਹੜੀ ਇਹ ਪ੍ਰੋਗਰਾਮ ਹੈ ਇਹਦਾ ਮਕਸਦ ਇਹ ਸੀ ਕਿ ਅਸੀਂ ਇਸ ਗੱਲ ਨੂੰ ਸਾਹਮਣੇ ਲੈ ਕੇ ਆਈਏ ਕਿ ਗੀਤਕਾਰੀ ਹੈ ਕੀ, ਤੇ ਚੰਗੇ ਗੀਤ ਕੌਣ ਕਿਵੇਂ ਕਿਵੇਂ ਲਿਖੇ ਜਾ ਰਹੇ ਨੇ ਔਰ ਉਹ ਸੁਣੇ ਵੀ ਜਾ ਰਹੇ ਨੇ। ਤੇ ਚਰਨਜੀਤ ਮੈਡਮ, ਮੈਂ ਵੀ ਗੀਤ ਲਿਖੇ ਨੇ, 6-7 ਗੀਤ ਰਿਕਾਰਡ ਵੀ ਹੋਏ ਨੇ, ਔਰ ਪੀਕ ਪੁਆਇੰਟ ਵਾਲਿਆਂ ਨੇ, ਮਨਪ੍ਰੀਤ ਹੋਰਾਂ ਨੇ ਉਹਨਾਂ ਨੂੰ ਕੀਤਾ, ਔਰ ਸੁਨੀਲ ਡੋਗਰਾ ਜੀ ਨੇ ਗਾਏ ਨੇ। ਸੋ ਮਤਲਬ ਖੈਰ ਇਹ ਆ ਕਿ ਉਸ ਤਰ੍ਹਾਂ ਨਾਲ ਅਸੀਂ ਨਹੀਂ ਇਸ ਨੂੰ ਅੱਗੇ ਲੈ ਕੇ ਆ ਪਾਉਂਦੇ ਕਿ ਉਹਨੂੰ ਸੁਣਾਈਏ ਜਾਂ ਦਸੀਏ ਜਾਂ ਕਰੀਏ, ਪਰ ਇਹ ਵੀ ਮਤਲਬ ਸੋਹਣੇ ਸੀ ਉਹਨਾਂ ਨੂੰ, ਮੈਨੂੰ ਅੱਛਾ ਲੱਗਾ, ਉਹ ਸੁਣਦੇ ਚੰਗੇ ਲੱਗਦੇ ਨੇ। ਸੋ ਅੱਜ ਬਹੁਤ ਸਾਰੇ ਸਾਡੇ ਨਾਲ ਸੱਜਣ ਜੁੜੇ ਹੋਏ ਨੇ, ਸਾਡੇ ਮੁਹੱਬਤੀ ਦਾਨੇਸ਼ਵਰ ਦਰਸ਼ਕ, ਜਿਨ੍ਹਾਂ ਦੇ ਵਿੱਚ ਨਰਿੰਦਰ ਸਿੰਘ ਚੱਕਲ, ਅਮਰਜੀਤ ਕੌਰ ਹਿਰਦੇ, ਗੁਰਪ੍ਰੀਤ ਸਹਿਸਰਾ, ਸਤਪਾਲ ਸਿੰਘ, ਰਵਿੰਦਰ ਸਿੰਘ ਸਾਹਰਾ, ਦਵਿੰਦਰਪਾਲ ਸਿੰਘ ਗੁਰਾਇਆ, ਚਰਨਜੀਤ ਰੰਧਾਵਾ, ਸੁਖਵਰੀ ਸਿੰਘ, ਅਮਨਸੀਰ ਸਿੰਘ, ਸਤਨਾਮ ਸਿੰਘ, ਸਤਨਾਮ ਚੌਹਾਨ, ਹਰਜਾਪ ਸਿੰਘ ਔਜਲਾ, ਇਕਵਿੰਦਰ ਕੌਰ, ਜਗਪਾਲ ਚਾਹਲ, ਦੀਪ ਸੰਧੂ, ਸੁਰਾਜੀਤ ਹੈਂਡੀਕਿਊ ਗੋਗਈ, ਇਹ ਗੁਜਰਾਤ ਤੋਂ ਨੇ, ਬਲਵਿੰਦਰ ਸਿੰਘ ਸੰਧੂ, ਦਵਿੰਦਰ ਸਿੰਘ, ਨਵਪ੍ਰੀਤ ਕੌਰ, ਧਿਆਨ ਕਾਲੋਂ, ਸੁਖਮਨ ਸਿੰਘ, ਮਨਦੀਪ ਕੌਰ ਮੈਂਡੀ, ਪ੍ਰਭਮੀਤ ਸਿੰਘ, ਪ੍ਰਿੰਸੀਪਲ ਲਖਵੀਰ ਸਿੰਘ ਸਮਰਾ, ਅਰਤਿੰਦਰ ਸੰਧੂ, ਨਵਪ੍ਰੀਤ ਕੌਰ, ਨਰਿੰਦਰਪਾਲ ਕੰਗ, ਬੇਅੰਤ ਕੌਰ ਸਾਹੀ, ਪ੍ਰਿੰਸੀਪਲ ਭੁਪਿੰਦਰ ਸਿੰਘ, ਪੁਸ਼ਪਿੰਦਰ ਜੋਸਨ, ਭੁਪਿੰਦਰ ਫੌਜੀ, ਪਿਆਰਾ ਸਿੰਘ ਗੁਰਨੇ, ਜਤਿੰਦਰ ਕੌਰ ਸਿੱਧੂ, ਰਜਿੰਦਰ ਗਿੱਲ, ਬਲਜੀਤ ਪਾਲ ਸਿੰਘ, ਗੁਰਬਿੰਦਰ ਸਿੰਘ ਮਾਣਕ, ਬੇਅੰਤ ਕੌਰ ਸਾਹੀ, ਰਜਿੰਦਰ ਕੌਰ, ਅਵਤਾਰ ਦੌਦੜਾ, ਅਜਾਇਬ ਚੱਠਾ, ਹਰਵਿੰਦਰ ਸ਼ਰਮਾ, ਗੁਰਮੁਖ ਸਿੰਘ ਰਾਜਸਥਾਨ ਤੋਂ, ਰਾਜ ਲਾਲੀ ਬਟਾਲਾ, ਅਵਤਾਰਜੀਤ ਅਟਵਾਲ, ਪ੍ਰਭਜੋਤ ਸੋਹੀ, ਕਮਲੇਸ਼ ਠਾਕੁਰ, ਇੰਦੂ ਧਵਨ, ਪ੍ਰਕਾਸ਼ ਬੇਦੀ USA ਤੋਂ, ਬਲਦੇਵ ਸਿੱਧੂ ਲੋਧਰਾ, ਪ੍ਰਿੰਸਾ ਸਮਰਾ, ਰੇਖਾ ਰਾਣੀ, ਬਲਵਿੰਦਰ ਸਿੰਘ, ਨਰਿੰਦਰਪਾਲ ਕੰਗ, ਜਸਪਾਲ ਘਈ, ਸਤਿੰਦਰ ਕੌਰ ਕਾਲੋਂ, ਗੁਰਪਿਆਰ ਹਰੀਨੌ, ਉਦਮ ਆਲਮ, ਪਰਮਿੰਦਰਜੀਤ ਕੌਰ ਭੰਗੂ, ਕੁਲਵਿੰਦਰ ਮਠਾੜੂ, ਕਹਿਰ ਸ਼ਰੀਫ, ਸੁਰਿੰਦਰ ਮਚਾਕੀ, ਜਸਪ੍ਰੀਤ ਗਿੱਲ, ਹਰਮੇਲ ਪ੍ਰੀਤ, ਕੁਲਜੀਤ ਕੌਰ ਸੇਖੋਂ, ਬਮਲਜੀਤ ਮਾਨ, ਸੁਖਚੈਨ ਸਿੰਘ, ਪ੍ਰਭਮੀਤ ਸਿੰਘ, ਗੁਰਮੁਖ ਸੂਰਤਗੜ੍ਹ, ਗੁਰਵਿੰਦਰ ਸਿੰਘ, ਰਣਜੀਤ ਕੌਰ ਬਾਜਵਾ, ਜਨਮੇਜਾ ਸਿੰਘ ਜੌਹਲ, ਕੁਲਦੀਪ ਟਿਵਾਣਾ, ਸੁਨੀਲ ਚੰਦਿਆਨਵੀ, ਪਾਲੀ ਬਾਈ, ਰਮਨਦੀਪ ਗਰੇਵਾਲ, ਕਰਮਜੀਤ ਸਿੰਘ ਬਾਗਾ, ਕੁਲਜੀਤ ਸਿੰਘ, ਬਲਦੇਵ ਸਿੰਘ ਦੋਦੜਾ, ਸਤੀਸ਼ ਗੁਲਾਟੀ, ਸਰਨਜੀਤ ਸਵੀ, ਅੰਮ੍ਰਿਤਬੀਰ ਸਿੰਘ, ਸਤਨਾਮ ਸਿੰਘ ਜੱਸਲ, ਹਰਜੀਤ ਸਿੰਘ ਜੋਗਾ, ਸ਼ਿਵਨਾਥ ਦਰਦੀ, ਡਾਕਟਰ ਹਰਸਿਮਰਨ ਕੌਰ, ਤਰਸੇਮ ਸਿੱਧੂ, ਦਵਿੰਦਰਪਾਲ ਸਿੰਘ ਗੁਰਾਇਆ, ਹਰਕਮਲ ਕੰਗ, ਹਰਪ੍ਰੀਤ ਕੰਗ, ਪ੍ਰੇਮ ਪ੍ਰਕਾਸ਼, ਗੁਰਜੰਟ ਚਾਹਲ, ਸੁਖਜੈਨ ਸਿੰਘ, ਸਰਬਜੀਤ ਬੈਂਸ, ਨੀਤਾ ਮੋਹਿੰਦਰਾ, ਪੰਮੀ ਹੰਸਪਾਲ, ਗੁਰਜੋਤ ਕੌਰ, ਸੰਜੀਵਨ, ਹਰਜੀਤ ਕੌਰ ਬਮਰਾ, ਡਾਕਟਰ ਨਾਇਬ ਸਿੰਘ ਮੰਡੇਰ, ਅਮਰ ਕੋਲੀਆ, ਰਾਮ ਸਿੰਘ ਸਰਾਂ, ਸੁਨੀਤਾ ਧਾਰੀਵਾਲ, ਪਰਮਿੰਦਰ ਕੌਰ ਪੈਮ, ਰਘੁਬੀਰ ਕੌਰ, ਰਜਿੰਦਰ ਚੌਹਾਨ, ਗਿਆਨ ਸਿੰਘ ਦਰਦੀ, ਡਾਕਟਰ ਰੁਪਿੰਦਰ ਕੌਰ, ਧਰਮ ਕਮਿਆਣਾ, ਨਰਿੰਦਰ ਸਿੰਘ ਤੇ ਨਰਿੰਦਰਪਾਲ ਕੰਗ। ਸੋ ਅੱਜ ਇਹਦੇ ਨਾਲ 19 ਗਰੁੱਪਸ ਜਿਹੜੇ ਨੇ ਉਹ ਕੋ-ਹੋਸਟ ਬਣੇ ਔਰ ਉਹਨਾਂ ਨੇ ਆਪਣੀ ਫੇਸਬੁੱਕ ਤੇ ਇਸ ਪ੍ਰੋਗਰਾਮ ਨੂੰ ਲਾਈਵ ਸ਼ੇਅਰ ਕੀਤਾ। ਸੋ ਇਸ ਦੇ ਨਾਲ ਉਹਨਾਂ ਗਰੁੱਪਾਂ ਤੋਂ ਅੱਗੇ ਕਿੰਨੇ ਸਾਰੀਆਂ ਥਾਵਾਂ ਤੇ ਆਪਣੀ ਇਹ ਗੱਲਬਾਤ ਗਈ। ਸੋ ਅੱਜ ਸਾਰੇ ਹੀ ਸਾਡੇ ਅੱਜ ਦੇ ਪ੍ਰੋਗਰਾਮ 'ਚ ਹਿੱਸਾ ਲੈਣ ਵਾਲੇ ਸਾਡੇ ਗੀਤਕਾਰ, ਸਾਡੇ ਚਿੰਤਕ, ਤੁਹਾਡਾ ਬਹੁਤ-ਬਹੁਤ ਧੰਨਵਾਦ। ਔਰ ਮੈਨੂੰ ਪੂਰੀ ਉਮੀਦ ਹੈ ਕਿ ਦਰਸ਼ਕਾਂ ਨੇ ਇਸ ਦਾ ਪੂਰਾ ਆਨੰਦ ਮਾਣਿਆ ਔਰ ਨਾਲ ਦੇ ਨਾਲ ਬਹੁਤ ਸਾਰੇ ਕਮੈਂਟਸ ਜਿਹੜੇ ਨੇ ਉਹ ਫੇਸਬੁੱਕ ਤੇ ਨਾਲ ਦੇ ਨਾਲ ਉਹਨਾਂ ਦੇ ਪ੍ਰੋਗਰਾਮ ਦੇ ਵਿੱਚੋਂ ਆਏ ਗਏ ਆ। ਉਹ ਸਾਰੇ ਤਾਂ ਨਹੀਂ ਅਸੀਂ ਪੜ੍ਹ ਸਕਦੇ, ਪਰ ਫਿਰ ਵੀ ਤਹਿ ਦਿਲ ਤੋਂ ਸ਼ੁਕਰੀਆ ਔਰ ਉਮੀਦ ਆ ਕਿ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋਗੇ। ਇਹ ਪ੍ਰੋਗਰਾਮ ਜਿਹੜਾ ਰਿਕਾਰਡ ਹੋਇਆ ਇਹ YouTube ਤੇ ਨਾਲ ਦੇ ਨਾਲ ਆ ਜਾਏਗਾ ਪੰਜਾਬ ਸਾਹਿਤ ਅਕੈਡਮੀ ਦੀ। ਤੁਸੀਂ ਜਦੋਂ ਚਾਹੇ ਇਸ ਨੂੰ ਅੱਗੇ ਹੋਰ ਸ਼ੇਅਰ ਕਰ ਸਕਦੇ ਹੋ, ਸੁਣ ਸਕਦੇ ਹੋ। ਸੋ ਬਹੁਤ-ਬਹੁਤ ਧੰਨਵਾਦ। ਸ਼ੁਭ ਰਾਤਰੀ।
ਜੀ ਮੈਮ, ਬਹੁਤ ਬਹੁਤ ਧੰਨਵਾਦ ਬਰਾੜ ਮੈਡਮ, ਮਨਪ੍ਰੀਤ ਟਿਵਾਣਾ ਜੀ ਤੇ ਬਾਕੀ ਸਾਰੇ ਦੋਸਤ, ਗੁਰਵਿੰਦਰ ਬਰਾੜ ਜੀ ਤੇ ਨਾਲ ਹੀ ਸਾਡੇ ਜਿਹੜੇ ਪ੍ਰੀਤ ਸੰਘਰੇੜੀ ਜੀ, ਬਾਕੀ ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਕੱਲ ਅਸੀਂ ਇੱਕ ਬਹੁਤ ਵੱਖਰੀ ਤਰ੍ਹਾਂ ਦਾ ਜੀ, ਵੈਸੇ ਤਾਂ ਰਸਮੀ ਤੌਰ ਤੇ ਤਾਂ ਇਹ ਗੱਲ ਮੈਂ ਸੌਰੀ ਇੰਟਰਪਟ ਕਰ ਰਿਹਾ, ਮੈਂ ਇੱਕ ਬੇਨਤੀ ਜ਼ਰੂਰ ਇਸ ਪਲੇਟਫਾਰਮ ਤੋਂ ਕਰਨਾ ਚਾਹੁੰਦਾ ਕਿ ਮੇਰੇ ਕੋਲੇ, ਮੈਂ ਤਾਂ ਨਹੀਂ ਕਹਿੰਦਾ ਆਪਦੇ ਮੂੰਹੋਂ ਕਿ ਮੇਰੇ ਕੋਲ ਚੰਗੇ ਗੀਤ ਨੇ, ਲੇਕਿਨ ਮੇਰੇ ਕੋਲ ਬੁਰੇ ਗੀਤ ਨਹੀਂ ਹੈ। ਤੇ ਮੇਰਾ ਸਾਰਿਆਂ ਨੂੰ ਖੁੱਲਾ ਸੱਦਾ ਵੀ ਕੋਈ ਵੀ ਜਿਹੜਾ ਸੁਹਿਰਦ ਦੋਸਤ, ਕੋਈ ਵਿਦਵਾਨ ਸੱਜਣ, ਕੋਈ ਵੀ ਸੱਜਣ ਜਿਹੜੇ ਹੈ ਉਹ ਮੇਰੇ ਗੀਤ ਰਿਕਾਰਡ ਕਰਨਾ ਚਾਹੁੰਦਾ, ਗਾਉਣਾ ਚਾਹੁੰਦਾ, ਮੇਰੇ ਵੱਲੋਂ ਖੁੱਲੀ ਛੁੱਟੀ ਹੈ ਔਰ ਮੇਰੇ ਵੱਲੋਂ ਖੁੱਲਾ ਸੱਦਾ ਜੀ ਇਸ ਗੱਲ ਨੂੰ ਕਿ ਉਹ ਗਾ ਸਕਦਾ। ਬੁਰੇ ਗੀਤ ਮੇਰੇ ਕੋਲ ਨਹੀਂ ਹੈ ਜੀ। ਥੈਂਕ ਯੂ, ਥੈਂਕ ਯੂ, ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ। ਕੱਲ ਅਸੀਂ ਬਹੁਤ ਵੱਖਰੀ ਕਿਸਮ ਦਾ ਪ੍ਰੋਗਰਾਮ ਕਰ ਰਹੇ ਹਾਂ। ਕੱਲ ਦੇ ਪ੍ਰੋਗਰਾਮ ਦਾ ਨਾਮ ਹੈ ਨਿੱਕੀਆਂ ਆਵਾਜ਼ਾਂ ਤੇ ਵੱਡੀਆਂ ਪਰਵਾਜ਼ਾਂ। ਕੱਲ ਅਸੀਂ ਤੁਹਾਡੇ ਸਾਹਮਣੇ 8 ਨਿੱਕੜੇ ਬਾਲ ਪੇਸ਼ ਕਰਾਂਗੇ ਜਿਹੜੇ ਬਹੁਤ ਖੂਬਸੂਰਤ ਲਿਖਦੇ ਨੇ, ਇਹਨਾਂ ਦੀਆਂ ਕਿਤਾਬਾਂ ਆਈਆਂ ਨੇ, ਜਿਹੜੇ ਨਿੱਕੇ ਨਿੱਕੇ ਕਵਿਤਾਵਾਂ ਲਿਖਦੇ ਨੇ, ਕਹਾਣੀਆਂ ਲਿਖਦੇ ਨੇ, ਛੋਟੇ ਛੋਟੇ ਸਫ਼ਰਨਾਮੇ ਲਿਖਦੇ ਨੇ, ਆਪਣੀ ਗੱਲ ਨੂੰ ਕਹਿਣਾ ਸਿੱਖ ਰਹੇ ਨੇ। ਉਹ ਇਹ ਕਹਿ ਰਹੇ ਨੇ ਕਿ ਸਾਡੀ ਵੀ ਸੁਣੋ, ਅਸੀਂ ਸਿਰਫ ਬੱਚੇ ਨਹੀਂ ਹਾਂ। ਸੋ ਆਪਾਂ ਕੱਲ ਉਹਨਾਂ ਨੂੰ ਸੁਣਾਂਗੇ। 8 ਗਬਰੇਟ ਉਮਰ ਦੇ ਬੱਚੇ, ਜਿਹੜੇ ਲਗਭਗ 12ਵੀਂ ਕਲਾਸ ਤੱਕ ਦੇ ਬੱਚੇ ਸਾਡੇ ਨਾਲ ਨੇ। ਸੋ ਕੱਲ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ। ਬਿਲਕੁਲ ਡਿਫਰੈਂਟ ਸ਼ੇਡ ਤੇ ਡਿਫਰੈਂਟ ਰੰਗ ਦਾ ਪ੍ਰੋਗਰਾਮ ਕੱਲ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਤੇ ਅੱਜ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਜੀ ਬਹੁਤ ਸ਼ੁਕਰੀਆ ਜੀ, ਸ਼ੁਕਰੀਆ ਜੀ, ਸ਼ੁਕਰੀਆ ਜੀ ਦੋਸਤੋ, ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।